ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਤਸ਼ਰੀਫ ਫਰਮਾ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਤੇ ਮੈਂ ਹਾਂ ਬਲਕਾਰ ਸਿੰਘ। ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਉਹ ਸਿਆਸੀ ਮੁੱਦੇ ਲਿਆਉਂਦੇ ਹਾਂ ਜਿਹੜੇ ਸਾਰੇ ਪਾਸੇ ਸਰਗਰਮ ਨੇ, ਔਰ ਬਾਹਰਲੇ ਦੇਸ਼ਾਂ ਦੀ ਵੀ ਅਸੀਂ ਗੱਲ ਕਰਦੇ ਹਾਂ, ਪੰਜਾਬ ਦੀ ਵੀ ਤੇ ਨਾਲ ਦੇ ਪ੍ਰਦੇਸ਼ਾਂ ਦੀ ਵੀ। ਤੇ ਅੱਜ ਮੇਰੇ ਨਾਲ ਤਸ਼ਰੀਫ ਫਰਮਾਨ ਨੇ ਸੰਜੀਵ ਖੰਨਾ ਜੀ। ਤੇ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਉਹ ਮੁੱਦਾ ਲਿਆ ਜਾਵੇ ਜਿਹੜਾ ਸਾਡੇ ਦਰਸ਼ਕ ਜ਼ਿਆਦਾ ਪਸੰਦ ਕਰਦੇ ਨੇ, ਔਰ ਉਹਨਾਂ ਦੀਆਂ ਨਜ਼ਰਾਂ ਵਿੱਚ ਵੀ ਹੈ, ਔਰ ਉਹਨੂੰ ਉਹਦੇ ਨਾਲ ਸਾਂਝ ਪਾ ਕੇ ਦੱਸੀਏ ਕਿ ਆਹ ਅਸਲ 'ਚ ਮੁੱਦਾ ਹੈ। ਦੇਖੋ ਜੀ, ਅਮਰੀਕਾ ਨੇ ਕੁਝ ਦਿਨ ਪਹਿਲਾਂ ਉਹ ਚੀਨ ਦਾ ਇੱਕ ਗੁਬਾਰਾ ਸੁੱਟਿਆ ਸੀ। ਉਹ UFOs ਦੀ ਵੀ ਕਈ ਗੱਲਾਂ ਹੋਈਆਂ ਕਿ ਕੈਨੇਡਾ ਦੇ ਵਿੱਚ ਵੀ ਵੇਖੀਆਂ ਜਾ ਰਹੀਆਂ ਨੇ। ਤਾਂ ਅਮਰੀਕਾ ਨੇ ਫਿਰ ਕਿਹਾ ਕਿ ਜਾਂਚ ਬੰਦ ਕਰੋ ਕਿਉਂਕਿ ਉਹਦਾ ਮਲਬਾ ਨਹੀਂ ਮਿਲਦਾ ਪਿਆ, ਜਾਂ ਉਹ ਸਾਰੇ ਸਬੂਤ ਨਹੀਂ ਮਿਲਦੇ ਪਏ ਜਿਹਦੀ ਤਹਿਕੀਕਾਤ ਕਰਨ ਲੱਗੀਆਂ ਹੋਈਆਂ ਸੀ ਪੂਰੀਆਂ ਟੀਮਸ। ਸੋ ਵੇਸਟੇਜ ਆਫ ਟਾਈਮ ਉਹਨਾਂ ਨੇ ਛੱਡ ਦਿੱਤਾ। ਹੁਣ ਇੱਕ ਨਵੀਂ ਡਿਵੈਲਪਮੈਂਟ ਹੈ ਕਿ ਅਮਰੀਕਾ ਵੱਲੋਂ ਚੀਨ ਨੂੰ ਰੂਸ ਦੀ ਮਦਦ ਕਰਨ ਖਿਲਾਫ ਚੇਤਾਵਨੀ, ਕਿਉਂਕਿ ਰੂਸ ਤੇ ਚੀਨ ਕਿਤੇ ਨਾ ਕਿਤੇ ਹੈ ਨਾ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ। ਗੰਢ ਤੋਂ ਪੈ ਗਈ ਪੰਜਾਬੀ 'ਚ ਗੱਲ। ਤੇ ਫਿਰ ਜਿਹੜੇ ਫੋਰਨ ਮਿਨਿਸਟਰਸ ਨੇ ਉਹਨਾਂ ਦੀ ਮੁਲਾਕਾਤ ਹੋਈ ਹੈ। ਸੋ ਅਮਰੀਕਾ ਨੇ ਚੇਤਾਵਨੀ ਦੇ ਦਿੱਤੀ ਹੈ, ਕਿਉਂਕਿ ਅਮਰੀਕਾ ਇਜ਼ ਅ ਵਰਲਡ ਲੀਡਰ, ਚੇਤਾਵਨੀ ਦੇ ਸਕਦਾ ਹੈ। ਅਸਲ 'ਚ ਜਿਹੜਾ ਸਾਰਾ ਕੁਛ ਸਿਆਸੀ ਮੁੱਦਾ ਹੁੰਦਾ ਇਹਨਾਂ 4-5 ਕੰਟਰੀਆਂ ਦੇ ਦੁਆਲੇ ਘੁੰਮਦਾ, ਕਿਉਂਕਿ ਵੀਟੋ ਪਾਵਰ ਵੀ ਆ, ਸੁਪਰ ਪਾਵਰ ਵੀ ਆ। ਅਮਰੀਕਾ ਉੱਧਰੋਂ ਰੋਕਦਾ, ਚਾਈਨਾ ਦੂਜੇ ਪਾਸਿਓਂ ਰੋਕਦਾ। ਅਤੇ ਜਿਹੜੀ ਯੂਕਰੇਨ ਦੀ ਜੰਗ ਆ ਉਹਦੇ ਵਿੱਚ ਵੀ ਜਿਹੜਾ ਇਸ ਵੇਲੇ ਅਮਦਾਦ ਕਰ ਰਿਹਾ ਚਾਈਨਾ ਰਸ਼ੀਆ ਦੀ, ਉਹਦਾ ਵੀ ਇੱਕ ਪਾਸੇ ਹੈਗਾ ਕਿ ਉਹਨਾਂ ਨੇ ਕਿਹਾ ਕਿ ਤਾਂ ਚਾਈਨਾ ਜਿਹੜਾ ਹੈਗਾ ਉਹ ਸਾਰਾ ਕੁਛ ਉੱਧਰ ਸੰਭਾਲ ਕੇ ਬੈਠਾ, ਰਸ਼ੀਆ ਨੂੰ ਅਮਦਾਦ ਦੇ ਰਿਹਾ। ਔਰ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ, ਵਾਸ਼ਿੰਗਟਨ 'ਚ ਜਾ ਕੇ ਦੋਨੇ ਵਿਦੇਸ਼ ਮੰਤਰੀ ਇਕੱਠੇ ਹੋਏ ਆ, ਉਹਨਾਂ ਨੇ ਮੀਟਿੰਗ ਕੀਤੀ ਔਰ ਆਪਸੀ ਮਿਹਣੇ ਦੋਣੇ ਲੜੇ। ਉਹਨਾਂ ਨੇ ਕਿਹਾ ਕਿ ਤੁਹਾਡੇ ਜਿਹੜੇ ਸੂਚਨਾ ਲੈਣ ਲਈ ਗੁਬਾਰੇ ਵੀ ਆਉਂਦੇ ਰਹੇ। ਮੈਨੂੰ ਗੱਲ ਇੱਥੋਂ ਤੁਰੀ ਸੀ ਕਿ ਉਹਦੇ ਵਿੱਚ ਜਿਹੜਾ ਤੁਸੀਂ 3 ਬੱਸਾਂ ਦਾ ਬਹਿਣ ਜੋਗਾ ਜਗ੍ਹਾ ਹੈਗੀ ਆ, ਉਹ ਇਨਫੋਰਮੇਸ਼ਨ ਲੈਣ ਲਈ ਭੇਜਿਆ ਸੀ, ਔਰ ਅਸੀਂ ਉੱਤੇ ਦੇਖਿਆ ਕਿ ਜਸੂਸੀ ਉਹਦੇ ਵਿੱਚ ਹੈਗੀ। ਪਰ ਉਹਨਾਂ ਦਾ ਵਿਦੇਸ਼ ਮੰਤਰੀ ਇਸ ਗੱਲ ਤੋਂ ਇਨਕਾਰ ਕਰ ਗਿਆ। ਉਹਦਾ ਇਹ ਨਹੀਂ ਸੀ ਸਾਡਾ ਮੈਟੀਰੀਓਲੋਜੀਕਲ ਡਿਪਾਰਟਮੈਂਟ ਆ, ਅਸੀਂ ਜਿਹੜੀ ਵੈਦਰ ਲੈ ਰਹੇ ਸੀਗੇ, ਵੈਦਰ ਦੇ ਵਿੱਚ ਜੋ ਕੁਝ ਸਾਰਾ ਗਲੋਬਲਾਈਜੇਸ਼ਨ ਵੈਦਰ ਆ ਉਹਦੇ ਵਿੱਚ ਸਾਰੇ ਵਰਲਡ ਦਾ, ਵਿਸ਼ਵ ਦਾ, ਅਸੀਂ ਉਹ ਸਾਡੀ ਸਾਇੰਟਿਸਟ ਜਿਹੜੇ ਵਿਗਿਆਨੀ ਆ ਉਹ ਇਕੱਠੀ ਕਰ ਰਹੇ ਇਨਫੋਰਮੇਸ਼ਨ। ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਆਹ ਜਿਹੜਾ ਮੁੱਦਾ ਹੁਣ ਇਸ ਵੇਲੇ ਕਰੰਟ ਚੱਲ ਰਿਹਾ, ਯੂਕਰੇਨ ਮਰ ਰਿਹਾ, ਖਤਮ ਹੋ ਰਿਹਾ, ਉਹਦਾ ਬਹੁਤ ਨਾਸ਼ ਹੋ ਰਿਹਾ, ਔਰ ਉਹਦੇ ਵਿੱਚ ਕਰਵਾ ਰਿਹਾ ਤੁਹਾਡਾ ਦੇਸ਼ ਚਾਈਨਾ। ਔਰ ਚੀਨ ਦੇ ਵਿੱਚ ਜਿਹੜੀ ਤੁਸੀਂ ਆਰਮੀ ਵੀ ਜਾ ਰਹੀ, ਉਹਨਾਂ ਦੀ ਸਟਰੈਂਥ ਤਾਂ ਵਧਾਤੀ ਹੈ, ਪਲੱਸ ਵੈਪਨ ਵੀ ਦੇ ਰਹੇ ਜੇ, ਔਰ ਉਹਦੇ ਵਿੱਚ ਉਹਨਾਂ ਦੀ ਜਗ੍ਹਾ ਵੀ ਤੁਸੀਂ ਹਥਿਆ ਲਈ ਹੈ। ਔਰ ਰਸ਼ੀਆ ਨੂੰ ਵੀ ਘੱਟੋ ਘੱਟ ਸਾਡੀ ਇਹ ਥੋੜ੍ਹੀ ਉਹਨਾਂ ਲਈ ਸੁਝਾਅ ਸਮਝਣ ਦਾ ਜੋ ਹੈਗਾ ਕਿ ਇਹਦੀ ਚੌਕੜੀ ਵਿੱਚ ਨਾ ਆਉਣ। ਔਰ ਉਹਨਾਂ ਦੇ ਦੋਨਾਂ ਦੇ ਫੋਰਨ ਸੈਕਟਰੀ ਵਿੱਚ ਬੈਠੇ ਸੀਗੇ ਸਾਰੇ, ਔਰ ਉਹਨਾਂ ਦੋਵਾਂ ਨੇ ਮਿਲ ਕੇ ਸਾਰੇ ਅਮਰੀਕਾ ਦੇ ਵਿਦੇਸ਼ ਮੰਤਰੀ ਅਤੇ ਦੂਸਰਾ ਵਿਦੇਸ਼ ਮੰਤਰੀ ਉਹਨਾਂ ਦਾ ਚਾਈਨਾ ਦਾ ਸੀਗਾ। ਔਰ ਉਹਨਾਂ 'ਚ ਇਹ ਗੱਲ ਇੱਥੋਂ ਤੱਕ ਗਈ ਕਿ ਅੱਗੇ ਤੋਂ ਜੇ ਤੁਹਾਡਾ ਕੋਈ ਇਸ ਤਰ੍ਹਾਂ ਦਾ ਆ ਗਿਆ ਜਿਹੜਾ ਗੁਬਾਰਾ ਵਾ, ਅਸੀਂ ਫਿਰ ਤੁਹਾਡੇ 'ਤੇ ਕਈ ਤਰ੍ਹਾਂ ਦੇ ਅਟੈਕ ਕਰਾਂਗੇ। ਅੱਗੇ ਉਹਨਾਂ ਨੇ ਕਿਹਾ ਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਗੁੱਸੇ ਨਾਲ ਮਿਜ਼ਾਈਲ ਮਾਰ ਕੇ ਲਾਇਆ ਉਹਨੂੰ, ਔਰ ਉਹਦੇ ਵਿੱਚ ਇੰਨੀ ਸਪੇਸ ਆ, ਉਹਦੇ ਵਿੱਚ ਇੰਨੇ ਜੰਤਰ ਆ ਤੁਹਾਡੇ, ਅਸੀਂ ਅਜੇ ਵੀ ਖੋਜ ਕਰ ਰਹੇ, ਨਾਸਾ ਦੇ ਵਿੱਚ ਭੇਜਿਆ, ਸਾਇੰਟਿਸਟ ਦੇਖ ਰਹੇ ਉਹਦੇ ਵਿੱਚ। ਔਰ ਜਦੋਂ ਦੋ ਪਾਵਰਾਂ ਇਕੱਠੀਆਂ ਆਪੋ 'ਚ ਲੜਦੀਆਂ ਸਾਰਾ ਕੁਛ ਹੈ। ਹਾਲਾਂਕਿ ਇਹਨਾਂ ਦਾ ਖੰਨਾ ਜੀ ਵਪਾਰਕ ਸੰਬੰਧ ਵੀ ਹੈਗਾ। ਇਲੈਕਟ੍ਰੋਨਿਕਸ ਜਿਹੜਾ ਚਾਈਨਾ ਸਪਲਾਈ ਕਰ ਰਿਹਾ ਅਮਰੀਕਾ ਨੂੰ, ਖਾਸ ਕਰਕੇ ਮੋਬਾਈਲ ਜਿਹੜੇ ਇਹਨਾਂ ਦੇ ਉੱਧਰ ਜਾ ਰਹੇ ਆ, ਚਿੱਪ ਜਾ ਰਹੀਆਂ ਮੋਬਾਈਲ ਦੀਆਂ, ਹੋਰ ਬੜਾ ਕੁਛ ਉਹਨਾਂ ਨਾਲ। ਜੋ ਟੈਸਲਾ ਕਾਰ ਹੈ, ਐਲਨ ਮਸਕ ਜੋ ਦੁਨੀਆ ਦੇ ਨੰਬਰ 1 ਅਮੀਰ ਆਦਮੀ ਨੇ, ਟੈਸਲਾ ਕਾਰ ਦੀ ਪ੍ਰੋਡਕਸ਼ਨ ਚਾਈਨਾ 'ਚ ਹੈ। ਬਿਲਕੁਲ ਸਹੀ ਗੱਲ। ਅਮਰੀਕਨ ਕਾਰ ਹੈ, ਕਾਰ ਆਪਸੀ ਇਹਨਾਂ ਦਾ ਮੇਲ ਜੋਲ ਇਹਨਾਂ ਦਾ ਇਹ ਵੀ ਹੁੰਦਾ। ਫਿਰ ਵੀ ਇਹ ਇਸ ਕਰਕੇ ਲੜਦੇ ਆ ਕਿ ਦੂਸਰੇ ਦੇਸ਼ਾਂ ਨੂੰ ਜਿਹੜੀ ਇਮਦਾਦ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਦਾ ਸਰਸੂਕ ਉਹਦੇ ਨਾਲ ਵੱਧ ਜਾਣਾ। ਉਹਨਾਂ ਨੂੰ ਪਤਾ ਕਿ ਸੁਪਰ ਪਾਵਰ ਹੈ ਰਸ਼ੀਆ, ਬਹੁਤ ਵੱਡੀ ਕੰਟਰੀ ਹੈ, ਜੇ ਉਹਦੇ ਨਾਲ ਇਹਦੀ ਗੰਢ ਜੋੜ ਬਣ ਗਿਆ, ਜੇ ਉਹਨਾਂ ਨਾਲ ਦੋਸਤੀ ਬਣ ਗਈ, ਅਤੇ ਫਿਰ ਉਹਨਾਂ ਨੂੰ ਅਮਰੀਕਾ ਨੂੰ ਖਤਰਾ ਹੈਗਾ, ਕਿਉਂਕਿ ਚਾਈਨਾ ਖੁਦ ਆ ਵੀ ਪਾਵਰਫੁਲ ਕੰਟਰੀ ਹੈ। ਫਿਰ ਅਮਰੀਕਾ ਨੂੰ ਖਤਰਾ ਹੋ ਜਾਂਦਾ ਵੀ ਜਦੋਂ ਦੋ ਦੇਸ਼ ਰਲ ਗਏ ਅਤੇ ਮੇਰੀ ਪਾਵਰ ਜੋਗੇ ਹੋ ਜਾਣਾ ਇਹਨਾਂ ਨੇ, ਮੈਨੂੰ ਕਿਤੇ ਨਾ ਕਿਤੇ ਇਹ ਦੁਬਾਰਾ ਇਹ ਨੁਕਸਾਨ ਪਹੁੰਚਾ ਸਕਦੇ ਆ। ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਦੋਂ ਨਾਰਵੇ ਅਤੇ ਅਮਰੀਕਾ ਦਾ ਚੱਕਰ ਰਿਹਾ ਸੀਗਾ, ਉਹਦੇ ਵਿੱਚ ਜਦੋਂ ਬਾਲਟਿਕ ਦੇ ਵਿੱਚ ਉਹਨਾਂ ਨੇ ਉਹ ਗੈਸਾਂ ਦੀ ਪਾਈਪ ਤੋੜੇ ਆ, ਸਾਰਾ ਕੁਝ ਕੀਤਾ, ਉਹ ਵੀ ਰੌਲਾ ਰਿਹਾ ਉਹਦੇ ਵਿੱਚ। ਔਰ ਇੱਕ ਪਾਸੇ ਜਰਮਨ ਆ, ਵੀਅਤਨਾਮ ਆ, ਕਈ ਕੰਟਰੀ ਇਹਨਾਂ ਦਾ ਆਪਸੀ ਰੌਲਾ ਰਹਿੰਦਾ, ਔਰ ਵਿਦੇਸ਼ ਮੰਤਰੀ ਇਕੱਠੇ ਹੁੰਦੇ ਰਹਿੰਦੇ ਆ। ਪਰ ਉਹਦੇ ਵਿੱਚ ਇਹ ਚੰਗੀ ਗੱਲ ਹੁੰਦੀ ਕਿ ਇੰਡੀਆ ਥੋੜ੍ਹਾ ਜਿਹਾ ਸੈਪਰੇਟ ਹੋ ਜਾਂਦਾ, ਵੱਖਰਾ ਹੋ ਜਾਂਦਾ, ਕਿਉਂਕਿ ਚਾਈਨਾ ਉੱਧਰ ਇਨਵੋਲਵ ਹੋ ਗਿਆ ਤਾਂ ਚੰਗੀ ਗੱਲ ਹੈਗੀ, ਨਹੀਂ ਤਾਂ ਚਾਈਨਾ ਇੰਡੀਆ ਨੂੰ ਤੰਗ ਕਰਦਾ ਰਹਿੰਦਾ, ਬਾਕੀ ਬਾਰਡਰ 'ਤੇ ਆ ਕੇ ਰੌਲਾ ਪੈਂਦਾ, ਜਿਹੜੀ ਉਹ ਸਾਂਝੀ
ਦੀਵਾਰ ਆ ਜਿਹੜੀ ਦੀਵਾਰ ਨੇ ਜਿਹੜੀ ਕੰਧ ਤੇ ਬਣੀ ਆ LOC, ਉਹਦੇ ਵਿੱਚ ਵੀ ਰੌਲਾ ਪੈਂਦਾ। ਔਰ ਜਦੋਂ ਇੱਕ ਕੰਟਰੀ ਦਾ ਦੂਜੀ ਕੰਟਰੀ ਵੱਲ ਧਿਆਨ ਹੋਊਗਾ, ਫਿਰ ਉਹ ਦੂਜੇ ਦੇਸ਼ ਵੱਲੋਂ ਥੋੜ੍ਹਾ ਹਟ ਜਾਂਦਾ। ਅਸਲ 'ਚ ਸਾਰੇ ਜਿਹੜੇ ਸਿਆਸੀ ਮਾਮਲੇ ਆ ਇਹਨਾਂ ਦੇਸ਼ਾਂ ਦੇ, ਇਹ ਇੱਕ ਦੂਜੇ ਨੂੰ ਤੰਗ ਕਰਨ ਦੇ ਹੁੰਦੇ ਆ। ਕੌਣ ਕਰਦਾ? ਜਿਹੜੇ ਤਕੜੇ ਆ। ਨੇਪਾਲ ਕਿਉਂ ਨਹੀਂ ਕਿਸੇ ਨੂੰ ਕੋਈ ਕਹਿੰਦਾ, ਬੰਗਲਾਦੇਸ਼ ਕਿਉਂ ਨਹੀਂ ਕੁਛ ਕਹਿੰਦਾ ਕਿਸੇ ਨੂੰ, ਹੈ ਨਾ। ਜਿਹੜੇ ਛੋਟੇ ਦੇਸ਼ ਆ ਇਹਨਾਂ ਦੇ, ਹਾਲੈਂਡ ਵਗੈਰਾ, ਹੈ ਨਾ, ਇਹਨਾਂ ਦਾ ਕੋਈ ਇੱਦਾਂ ਦਾ ਮੁੱਦਾ ਨਹੀਂ ਹੁੰਦਾ। ਇਸ ਵਕਤ ਜਿਹੜਾ ਭਾਰਤ ਹੈ ਨਾ, ਉਹ ਕਿਸੇ ਪਾਸੇ ਸਾਈਡ ਨਹੀਂ ਲੈ ਰਿਹਾ। ਸਹੀ ਗੱਲ। ਇਸ ਕਰਕੇ ਜੇ ਭਾਰਤ ਨੇ ਕਿਤੇ ਸਾਈਡ ਲੈ ਲਈ ਤਾਂ ਦੁਨੀਆ ਦੋ ਹਿੱਸਿਆਂ 'ਚ ਵੰਡੀ ਜਾਣੀ, ਕਿਉਂਕਿ ਭਾਰਤ ਦਾ ਇਸ ਵਕਤ ਰੋਲ ਬਹੁਤ ਕਰੂਸ਼ੀਅਲ ਆ, ਬਹੁਤ ਇੰਪੋਰਟੈਂਟ ਹੈ, ਲੇਕਿਨ ਇਹ ਸੌਫਟਲੀ ਚੱਲਦਾ ਪਿਆ, ਕੁਝ ਵੀ ਡਿਕਲੇਅਰ ਨਹੀਂ ਕਰ ਰਿਹਾ। ਔਰ ਦੂਜੀ ਗੱਲ ਇਹ ਹੈ ਕਿ ਜਿੰਨੀ ਹਥਿਆਰਾਂ ਦੀ ਪ੍ਰੋਡਕਸ਼ਨ ਹੋ ਰਹੀ ਹੈ ਔਰ ਜਿੰਨਾ ਕੁਝ ਇਹ ਸਿਆਸੀ ਮਾਮਲਿਆਂ ਦੇ ਵਿੱਚ ਪ੍ਰੈਸ਼ਰ ਵੱਧਦਾ ਪਿਆ, ਕਿਤੇ ਨਾ ਕਿਤੇ ਜਾ ਕੇ ਕਹਿੰਦੇ ਨੇ ਐਕਸਪਰਟਸ ਕਿ ਅੱਗੇ ਜਾ ਕੇ ਹੋ ਸਕਦਾ ਹੈ ਕਿ ਇਹ ਜਿਹੜੀਆਂ ਬੈਲੈਂਸ ਕਰਨ ਵਾਸਤੇ ਜ਼ਰੂਰੀ ਨੇ ਪਾਵਰਸ, ਹੋ ਸਕਦਾ ਕਿਤੇ ਨਾ ਕਿਤੇ ਤੀਸਰੇ ਵਿਸ਼ਵ ਯੁੱਧ ਵੱਲ ਵਧਣਾ ਸ਼ੁਰੂ ਹੋ ਜਾਏਗਾ। ਕਈ ਵਾਰ ਕਈ ਹੁੰਦਾ ਕਿ ਕਈ ਚੀਜ਼ਾਂ ਆਊਟ ਆਫ ਕੰਪਲਸ਼ਨ ਕਰਵਾਉਣੀਆਂ ਪੈਂਦੀਆਂ ਨੇ, ਪਰ ਇਦਾਂ ਦੀ ਕੰਪਲਸ਼ਨ ਜੇ ਪੈਦਾ ਹੋ ਗਈ ਤਾਂ ਬਹੁਤ ਜ਼ਿਆਦਾ ਡੈਥਸ ਹੋਣਗੀਆਂ, ਕਿਉਂਕਿ ਜਿਹੜੇ ਬੰਬ ਹੀਰਾਸ਼ੀਮਾ ਨਾਗਾਸਾਕੀ ਦੇ ਉੱਤੇ ਸਿੱਟੇ ਗਏ ਸੀਗੇ ਸੈਕੰਡ ਵਰਲਡ ਵਾਰ ਦੇ ਵਿੱਚ, ਉਸ ਤੋਂ ਹਜ਼ਾਰਾਂ ਗੁਣਾ ਜ਼ਿਆਦਾ ਪਾਵਰਫੁਲ ਬੰਬ ਬਣ ਚੁੱਕੇ ਨੇ। ਉਦੋਂ ਟੈਕਨੋਲੋਜੀ ਇੰਨੀ ਪਾਵਰਫੁਲ ਨਹੀਂ, ਇੰਨੀ ਐਡਵਾਂਸਮੈਂਟ ਨਹੀਂ ਸੀ। ਉਦੋਂ ਵੀ ਲੋਕ ਐਸੇ ਮਾਰੂ ਬੰਬ ਸੁੱਟੇ ਆ, ਉਹਨਾਂ ਦਾ ਵੀ ਅਜੇ ਤੱਕ ਅਤਾ ਪਤਾ ਨਹੀਂ ਲੱਗਿਆ। ਅਜੇ ਵੀ ਜੋ ਕੁਛ ਉੱਥੇ ਹੈਗਾ ਜ਼ਹਿਰ ਫੈਲ ਗਈ। ਤੇ ਹੁਣ ਜੇ ਆਉਣ ਵਾਲੀ ਤੀਸਰੀ ਵਰਲਡ ਵਾਰ ਲੱਗੂਗੀ, ਉਹਦੇ ਵਿੱਚ ਦੇਖੋ ਕਿ ਕੀ ਭਿਆਨਕ ਸਿੱਟੇ ਹੋਣੇ। ਕਹਿੰਦੇ ਨੇ ਕਿ 15 ਤੋਂ 17,000 ਦੇ ਕਰੀਬ ਐਟਮ ਬੰਬਸ ਮੌਜੂਦ ਨੇ, ਅਲੱਗ-ਅਲੱਗ ਕਪੈਸਿਟੀ ਦੇ, ਪੂਰੀ ਧਰਤੀ ਦੇ ਉੱਤੇ ਵੱਖ-ਵੱਖ ਦੇਸ਼ਾਂ ਦੇ ਕੋਲ। ਔਰ ਐਲਬਰਟ ਆਇਨਸਟਾਈਨ ਦੁਨੀਆ ਦੇ ਮੰਨੇ ਪਰਮੰਨੇ ਵਿਗਿਆਨੀ ਨੇ ਕਿਹਾ ਸੀਗਾ ਕਿ ਜੇ ਤੀਸਰਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਚੌਥਾ ਵਿਸ਼ਵ ਯੁੱਧ ਹੋਏਗਾ ਉਹ ਡਾਂਗਾਂ ਤੇ ਸੋਟੀਆਂ ਨਾਲ ਹੋਏਗਾ, ਮਤਲਬ ਸਭ ਕੁਝ ਤਬਾਹ ਹੋ ਜਾਏਗਾ। ਹਾਂ, ਉਹ ਫਿਰ ਟਾਵੇਂ ਲੋਕ ਬਣ ਜਾਣੇ ਆ, ਵੱਧ ਜਾਣੇ ਆ, ਉਹੀ ਆਪਣੇ ਆਪਣੇ ਡਾਂਗ ਸੋਟੇ ਕੱਢਣਗੇ, ਸਾਰਾ ਕੁਝ ਕਰਨਗੇ। ਮਿਜ਼ਾਈਲਾਂ ਉਦੋਂ ਨਹੀਂ ਸੀਗੀਆਂ, ਇਸ ਤਰ੍ਹਾਂ ਦਾ ਮਾਰੂ ਹਥਿਆਰ ਨਹੀਂ ਸੀ ਉਦੋਂ ਦੇ, ਪਰਮਾਣੂ ਬੰਬ ਵੀ ਉਦੋਂ ਇੰਨੇ ਜ਼ਿਆਦਾ ਨਹੀਂ ਸੀਗੇ। ਔਰ ਉਦੋਂ ਤੋਂ ਜਿਹੜੇ ਬਣਾਉਂਦੇ ਸੀ ਵੱਡੇ ਜਹਾਜ਼, ਜਿਹੜੇ ਜੈਟ ਸੀਗੇ, ਜਿਹੜੀ ਸਪੀਡ ਹੀ ਨਹੀਂ ਉਹਨਾਂ ਦਾ ਪਤਾ ਲੱਗਦਾ ਕਿੰਨੀ ਸਪੀਡ ਹੈਗੀ ਆ। ਰਸ਼ੀਆ ਕੋ ਵੀ ਹੈਗੇ ਆ, ਅਮਰੀਕਾ ਤੋਂ ਤਾਂ ਬੇਅੰਤ ਹੈਗੇ ਆ। ਔਰ ਇਸੇ ਤਰ੍ਹਾਂ ਬਾਕੀ ਦੇਸ਼ਾਂ ਨੂੰ ਇਹਨਾਂ ਨੇ ਸਪਲਾਈ ਕੀਤੇ ਆ। ਜਦੋਂ ਲੜਾਈ ਹੋਈ ਸਾਰੇ ਦੇਸ਼ ਇਕੱਠੇ ਹੋ ਜਾਣੇ, ਸਾਰਾ ਕੁਝ ਇਕੱਠਾ ਹੋ ਕੇ ਸਾਰਾ ਕੁਝ ਕਮਾਂਡ ਫਿਰ ਸੁਪਰ ਪਾਵਰਾਂ ਨਹੀਂ ਕਰਨੀ, ਜਿਹੜੇ 4-5 ਕੰਟਰੀ ਉਹਨਾਂ ਨੇ ਕਰਨੀ ਆ। ਅਸਲ 'ਚ ਜਦੋਂ ਅੰਗਰੇਜ਼ ਵੀ ਰਹੇ ਆ ਇੰਡੀਆ 'ਚ, ਲੜਾਈ ਕਮਾਂਡਰ ਉਹਨਾਂ ਦੇ ਸੀਗੇ। ਐਡਵਾਂਸਮੈਂਟ ਜਿਹੜੀ ਸਾਡੇ ਫੌਜੀ ਜਿਹੜੇ ਸੀ ਉਹ ਸੀ ਕਰਦੇ ਸੀਗੇ, ਜਿਹੜੀ ਥਲ ਸੈਨਾ ਦੇ ਨਾਲ ਉਹ ਘੁੰਮਦੇ ਸੀ, ਨੇਵੀ 'ਚ ਉਹ ਸੀਗੇ, ਏਅਰਫੋਰਸ ਉਹ ਸੀਗੇ, ਉਹ ਮੁੰਡੇ ਲੜਦੇ ਸੀਗੇ। ਉਹ ਉਹਨਾਂ ਨੇ ਮਰਵਾਤੇ, ਆਪਣੇ ਕਮਾਂਡਰ ਬਚਾ ਲਏ। ਇਹ ਜਦੋਂ ਵੀ ਲੜਦੇ ਆ, ਅਫਗਾਨਿਸਤਾਨ 'ਚ ਜਦੋਂ ਅਮਰੀਕਾ ਆਉਂਦਾ ਉਦੋਂ ਵੀ ਇਹੀ ਹਾਲ ਹੁੰਦਾ। ਉਹ ਮੋਟਰ ਗਨਾਂ ਚਲਾਉਂਦੇ ਆ, ਜ਼ਮੀਨ 'ਤੇ ਲੜਦੇ ਆ, ਏਅਰ ਅਟੈਕ ਕਰਕੇ ਉੱਪਰੋਂ ਬੰਬਾਰਮੈਂਟ ਕਰਦੇ ਆ, ਐਡਵਾਂਸਮੈਂਟ ਕਰ ਜਾਂਦੇ ਆ। ਇਸੇ ਤਰ੍ਹਾਂ ਰਸ਼ੀਆ ਵੀ ਰਿਹਾ ਅਫਗਾਨਿਸਤਾਨ 'ਚ, ਪਰ ਲੜਾਕੂ ਪਠਾਨ ਬਹੁਤ ਹੈਗੇ ਆ, ਜਿੰਨੇ ਵੀ ਉੱਥੋਂ ਦੇ ਹੈਗੇ ਆ, ਉਹ ਸਾਰੇ ਜਿਹੜੇ ਉੱਥੇ ਉਹਨਾਂ ਨੇ ਭਜਾਏ ਦੁਬਾਰਾ, ਉਹਨਾਂ ਨੇ ਸਾਰਿਆਂ ਨੂੰ। ਇਹ ਜ਼ਮੀਨ 'ਤੇ ਨਹੀਂ ਲੜ ਸਕਦੇ, ਜ਼ਮੀਨੀ ਲੜਾਈ ਲੜਨ ਵਾਲੇ ਸਾਰੇ ਲੋਕ ਜਿਹੜੇ ਆ ਏਸ਼ੀਅਨ ਕੰਟਰੀ ਦੇ ਹੈਗੇ। ਦੇਖੋ ਸਰ, ਗੱਲ ਇੱਦਾਂ ਨਾ ਬਲਕਾਰ ਜੀ ਕਿ ਇਹ ਜਿਹੜਾ ਖਿੱਚਾਤਾਨੀ ਹੈ ਨਾ, ਹੈ ਤਾਂ ਸਾਰਾ ਟ੍ਰੇਡ ਦਾ ਮਸਲਾ। ਜੀ। ਹੁਣ ਤੁਸੀਂ ਦੇਖੋ ਵੱਖੋ-ਵੱਖ ਦੇਸ਼, ਹੁਣ ਵੱਖੋ-ਵੱਖ ਦੇਸ਼ਾਂ ਦੇ ਜਿਹੜੇ ਵੱਖੋ-ਵੱਖ ਲੋਕ ਨੇ, ਉਹਨਾਂ ਦਾ ਤੇ ਆਪਸ ਦੇ ਵਿੱਚ ਕੋਈ ਖਤਰਾ ਨਹੀਂ, ਕੋਈ ਦੁਸ਼ਮਣੀ ਨਹੀਂ, ਕੁਝ ਨਹੀਂ ਹੈਗਾ। ਅਸੀਂ ਆਮ ਲੋਕ ਹਾਂ, ਸਾਡਾ ਆਮ ਲੋਕਾਂ ਦਾ ਆਪਸ ਦੇ ਵਿੱਚ ਕੀ ਮਤਲਬ ਝਗੜਾ, ਕੋਈ ਝਗੜਾ ਨਹੀਂ। ਜੇ ਕਿਤੇ ਵੀ ਸਿਆਸਤ ਹੈਗੀ, ਚਾਹੇ ਉਹ ਲੋਕਲ ਲੈਵਲ 'ਤੇ, ਚਾਹੇ ਉਹ ਨੈਸ਼ਨਲ ਲੈਵਲ 'ਤੇ, ਚਾਹੇ ਇੰਟਰਨੈਸ਼ਨਲ ਲੈਵਲ 'ਤੇ, ਇਹ ਸਿਆਸਤ ਦੇ ਹੀ ਸਾਰੇ ਡੈਫੀਨੇਸ਼ਨਸ, ਸਿਆਸਤ ਦੇ ਸਾਰੇ ਪੰਗੇ। ਆਮ ਲੋਕਾਂ ਦਾ ਤਾਂ ਕੋਈ ਪੰਗਾ ਨਹੀਂ ਹੈਗਾ। ਸੋ ਇਹ ਇੱਕ ਬੰਦੇ ਨੇ ਪ੍ਰਾਈਮ ਮਿਨਿਸਟਰ ਬਣਨਾ ਹੈ, ਇੱਕ ਬੰਦੇ ਨੇ ਪ੍ਰੈਜ਼ੀਡੈਂਟ ਬਣਨਾ ਹੈ, ਇੱਕ ਬੰਦੇ ਨੇ ਗਵਰਨਰ ਬਣਨਾ ਹੈ, ਇੱਕ ਬੰਦੇ ਨੇ ਮਿਲਟਰੀ ਜਨਰਲ ਬਣਨਾ ਹੈ। ਮਤਲਬ ਬਣਨ ਵਾਸਤੇ ਬਾਕੀਆਂ ਦੀਆਂ ਜ਼ਿੰਦਗੀਆਂ ਦਾਅ 'ਤੇ ਲਾਈਆਂ ਹੋਈਆਂ ਨੇ। ਇੱਕ ਬੰਦੇ ਨੂੰ ਬਣਾਉਣ ਵਾਸਤੇ ਬਾਕੀ ਸਾਰਿਆਂ ਦਾ ਫੋਰਚੂਨ, ਫਿਊਚਰ, ਫੈਮਲੀਜ਼ ਸਾਰੀਆਂ ਰਿਸਕ 'ਤੇ ਰਹਿੰਦੀਆਂ ਨੇ। ਔਰ ਇੰਨਾ ਝੂਠ ਬੋਲਿਆ ਜਾਂਦਾ, ਇੰਨਾ ਝੂਠ ਬੋਲਿਆ ਜਾਂਦਾ ਆਪਣੀਆਂ ਸਾਰੀਆਂ ਦੀਆਂ ਸਾਰੀਆਂ ਪਲਾਨਸ ਨੂੰ ਕਵਰ ਅਪ ਕਰਨ ਵਾਸਤੇ। ਔਰ ਕਿੱਧਰ ਜਾ ਰਹੀ ਹੈ? ਪਰ ਆ ਜਿਹੜੀ ਟੱਕਰ ਇਹਨਾਂ ਦੋਨਾਂ ਦੀ ਹੈ ਨਾ, ਬਰਾਬਰ ਦੀ ਹੈ। ਉਹ ਜਦੋਂ ਆਉਂਦੇ ਨਾ ਕੁੰਡੀਆਂ ਦੇ ਸਿਰ ਫਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ, ਇਹ ਦੋਨੇ ਹੁਣ ਇਕੱਠੇ ਇੱਕੋ ਜਿਹੇ ਆ, ਬਰਾਬਰ ਹੈਗੇ ਆ। ਦੋਵੇਂ ਦੇਸ਼ ਇੱਕ ਦੂਜੇ ਨੂੰ ਕਰ ਸਕਦੇ ਆ ਜੋ ਵੀ ਆ। ਹੁਣ ਅਮਰੀਕਾ ਵੀ ਇੱਥੋਂ ਡਰਦਾ ਤੇ ਇਹ ਅਮਰੀਕਾ ਤੋਂ ਡਰਦਾ, ਦੋਨੇ ਬਰਾਬਰ ਪਾਵਰ ਹੈਗੀ ਆ। ਔਰ ਉਹਨਾਂ ਕੋਲ ਪਾਪੂਲੇਸ਼ਨ ਬਹੁਤ ਹੈ ਚਾਈਨਾ ਕੋਲ, ਉਹਨਾਂ ਦੇ ਜਿੰਨੇ ਮਰਜ਼ੀ ਬੰਦੇ ਫੌਜੀ ਮਰ ਜਾਣ, ਕੁਛ ਨਹੀਂ ਹੁੰਦਾ ਇਹ। ਪਰ ਅਮਰੀਕਾ ਵਾਲੇ ਆਪਣਾ ਸੈਨਿਕ ਨਹੀਂ ਮਰਨ ਦਿੰਦੇ ਕੋਈ ਵੀ, ਘੱਟੋ ਘੱਟ ਪਾਇਲਟ ਸੈਨਿਕ ਹੋਇਆ, ਕੁਛ ਹੋਇਆ, ਇਹਨਾਂ ਦੀ ਮਸ਼ੀਨਰੀ ਤਬਾਹ ਹੋ ਜੇ, ਜੋ ਮਰਜ਼ੀ ਇਹਨਾਂ ਦਾ ਬੰਬਾਰਮੈਂਟ ਹੋ ਜੇ, ਉਹ ਤੋਂ ਇਹ ਬਹੁਤਾ ਗਰੇਜ਼ ਨਹੀਂ ਕਰਦੇ। ਆਦਮੀ ਜਿਹੜੀ ਮਰੇਗਾ ਉਹਨੂੰ ਬਹੁਤ ਬਚਾਉਂਦੇ ਆ। ਪਰ ਚਾਈਨਾ ਕੋਲ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗਾ, ਉਹਨਾਂ ਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ ਹੈਗੀ। ਔਰ ਲੜਾਈ ਲਈ ਬਹੁਤ ਜ਼ਿਆਦਾ ਤੇਜ਼ ਲੜਾਈ ਲੜ ਜਾਂਦੇ ਆ, ਸਾਰਾ ਕੁਝ ਜ਼ਮੀਨੀ ਲੜਾਈ ਵੀ ਜਾਣਦੇ ਆ।
ਔਰ ਟੈਕਨੀਕਲ ਵੀ ਬਹੁਤ ਕੁਝ ਉਹਨਾਂ ਕੋਲ ਹੈਗਾ। ਪਰ ਹੁਣ ਇਹਨਾਂ ਦੇ ਆਪਸੀ ਜਿਹੜੇ ਸਿੰਘ ਫਸੇ, ਇਹਦਾ ਨਤੀਜਾ ਦੇਖੋ ਕੀ ਨਿਕਲਦਾ। ਪਰ ਇਹ ਜਿਹੜੀਆਂ ਕੰਟਰੀਆਂ ਨੇ ਇੱਕ ਦੂਜੇ ਨੂੰ ਚੈਲੰਜ ਕਰਕੇ ਕਿ ਸਾਰਾ ਕੁਝ ਕਰਕੇ ਫਿਰ ਚੁੱਪ ਹੋ ਜਾਂਦੀਆਂ। ਮਰਦੇ ਕੌਣ ਹੈਗੇ ਆ? ਛੋਟੇ ਦੇਸ਼, ਉਹਨੇ ਮਰਨਾ ਦਾ। ਔਰ ਅਸੀਂ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਸਾਂਝੀ ਜ਼ਰੂਰ ਕਰਨਾ ਚਾਹਾਂਗੇ ਕਿ ਅੱਜ ਅਸੀਂ ਦੁਨੀਆ ਦੇ ਵਿੱਚ ਵਰਲਡ ਸੋਸ਼ਲ ਜਸਟਿਸ ਡੇ ਮਨਾ ਰਹੇ ਹਾਂ। ਸਮਾਜਿਕ ਦਿਨ, ਸਮਾਜਿਕ ਨਿਆਂ, ਸੋਸ਼ਲ ਜਸਟਿਸ। ਔਰ ਇਸ ਕੰਟੈਕਸਟ ਵਿੱਚ ਦੇਖੋ ਤੇ ਜਿਹੜੀ ਇਹ ਦੇਸ਼ਾਂ ਦੇ ਆਪਸ ਦੇ ਪ੍ਰੈਸ਼ਰਸ ਨੇ, ਲੋਕਾਂ ਦੇ ਆਪਸ ਦੇ ਪ੍ਰੈਸ਼ਰਸ ਨੇ, ਗਵਰਨਮੈਂਟਸ ਦੇ ਆਪਸ ਦੇ ਪ੍ਰੈਸ਼ਰਸ ਨੇ, ਆਪੋਜੀਸ਼ਨਸ ਤੇ ਗਵਰਨਮੈਂਟ ਦਾ ਆਪਸ ਦੇ ਵਿੱਚ ਜੋ ਪ੍ਰੈਸ਼ਰ ਹੈ, ਸੋਸ਼ਲ ਜਸਟਿਸ ਕਿੱਥੇ ਖੜਾ ਹੈ ਜਦ ਕਿ ਦੁਨੀਆ ਦੇ ਵਿੱਚ ਇੰਨੀ ਭੁੱਖਮਰੀ, ਇੰਨੀ ਗਰੀਬੀ ਔਰ ਹਰ ਥਾਂ ਦੇ ਉੱਤੇ ਮਾਰੋ ਮਾਰ ਪਈ ਹੋਈ ਹੈ। ਸੋ ਸਮਾਜਿਕ ਨਿਆਂ, ਸੋਸ਼ਲ ਜਸਟਿਸ ਬਾਰੇ ਸੋਚਣਾ ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਅਵਸਥਾ ਹੈ ਕਿ ਜੋ ਬੰਦਾ ਇਸ ਸਿਚੁਏਸ਼ਨ ਦੇ ਵਿੱਚ ਵੀ ਇਹ ਸਮਝ ਸਕੇ, ਸਿੱਖ ਸਕੇ। ਔਰ ਦੁਨੀਆ ਦੇ ਵਿੱਚ ਜਿਹੜੀਆਂ ਸਾਡੀਆਂ ਬੁਨਿਆਦੀ ਜ਼ਰੂਰਤਾਂ ਨੇ ਉਹੀ ਪੂਰੀਆਂ ਨਹੀਂ ਹੋ ਰਹੀਆਂ ਤੇ ਅਸੀਂ ਹੋਰ ਕੀ ਹਾਸਿਲ ਕਰਨਾ ਚਾਹੁੰਦੇ ਹਾਂ? ਪਹਿਲਾਂ ਬੁਨਿਆਦੀ ਜ਼ਰੂਰਤਾਂ ਤੇ ਪੂਰੀਆਂ ਹੋਣ। ਸਮਾਜਿਕ ਨਿਆਂ 'ਚ ਮਤਲਬ ਇਹ ਵੀ ਹੈਗਾ ਕਿ ਬੇਰੁਜ਼ਗਾਰੀ ਦੂਰ ਕਰਨ ਦਾ। ਇੱਕ ਜਿਹੜੇ ਹੈਂਡੀਕੈਪ ਲੋਕ ਬੱਚੇ ਨੇ ਉਹਨਾਂ ਲਈ ਇਹਨਾਂ ਨੇ ਸਕੂਲ ਤੇ ਦਿੱਤੇ ਖੋਲ, ਸਾਰਾ ਕੁਝ ਹੈਗਾ, ਪਰ ਉਹਨਾਂ ਨੂੰ ਪ੍ਰੋਫੈਸ਼ਨਲੀ, ਵੋਕੇਸ਼ਨਲੀ ਉਹ ਕੁਝ ਐਜੂਕੇਸ਼ਨ ਨਹੀਂ ਦੇ ਰਹੇ। ਉਹ ਵੀ ਇਹਦੇ 'ਤੇ ਜ਼ੋਰ ਦਿੱਤਾ ਗਿਆ ਅੱਜ ਦੇ ਦਿਨ ਜਿਹੜਾ ਜਸਟਿਸ, ਸੋਸ਼ਲ ਜਸਟਿਸ ਡੇ ਆ ਵਰਲਡ ਦਾ ਹੈਗਾ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਉਹਨਾਂ ਨੇ ਵੀ ਥੋੜ੍ਹਾ ਜਿਹਾ ਦੇਖਣਾ ਚਾਹੀਦਾ ਹੈਗਾ। ਬਾਕੀ ਤਾਂ ਇਹਨਾਂ ਨੇ ਕਰਤਾ, ਬੇਰੁਜ਼ਗਾਰੀ ਵੀ ਦੂਰ ਕਰ ਰਹੇ ਆ। ਆਪਾਂ ਪੰਜਾਬ ਦੀ ਗੱਲ ਨਹੀਂ ਕਰ ਰਹੇ, ਵਿਸ਼ਵ ਦੀ ਗੱਲ ਹੋ ਰਹੀ ਹੈ। ਪਰ ਉਹਦੇ ਵਿੱਚ ਇਹ ਨਹੀਂ ਚਾਹੀਦਾ ਉਹਨਾਂ ਨੂੰ ਕਿ ਜਿਹੜੇ ਹੈਂਡੀਕੈਪ ਨੇ ਆਲ ਓਵਰ ਵਰਲਡ ਬੈਠੇ ਵਿਚਾਰੇ, ਉਹਨਾਂ ਲਈ ਕੋਈ ਖਾਸ ਤੌਰ 'ਤੇ ਇੱਦਾਂ ਦਾ ਵਿਸ਼ੇਸ਼ਤਾ ਵਾਲਾ ਕੋਈ ਕਾਨੂੰਨ ਨਹੀਂ ਬਣਿਆ ਕਿ ਉਹਨਾਂ ਨੂੰ ਪੜ੍ਹਾਈ ਦਿੰਦੇ, ਐਜੂਕੇਸ਼ਨ ਦਿੰਦੇ, ਮੁੜ ਕੇ ਵਿਚਾਰਿਆਂ ਨੂੰ ਕੁਝ ਨਹੀਂ ਮਿਲਦੇ। ਕੋਈ ਉਹਨਾਂ ਦਾ ਖਾਸ ਕੋਟਾ ਨਹੀਂਗਾ ਨੌਕਰੀ ਦਾ, ਖਾਸ ਤਰ੍ਹਾਂ ਦਾ ਉਹਨਾਂ ਨੂੰ ਇਹ ਨਹੀਂਗਾ ਕਿ ਉਹ ਆ ਕੇ ਆਪਣਾ ਜੀਵਨ ਦਾ ਨਿਰਵਾਹ ਕਰ ਸਕਣ। ਇਹ ਚੀਜ਼ਾਂ ਵੀ ਹੁਣ ਸਰਕਾਰ ਇਹਨਾਂ ਵੱਲ ਵੇਖੇਗੀ ਐਤਕੀ। ਐਗਜ਼ੈਕਟਲੀ, ਕਿਉਂਕਿ ਤੁਸੀਂ ਦੇਖੋ ਨਾ, ਚਾਹੇ ਆਪਣੇ ਪਵਿੱਤਰ ਗ੍ਰੰਥਾਂ ਦੀ ਗੱਲ ਕਰੋ, ਚਾਹੇ ਆਪਣੇ ਬਜ਼ੁਰਗਾਂ ਦੀ ਗੱਲ ਕਰੋ, ਚਾਹੇ ਗੁਰੂ ਸਾਹਿਬਾਨ ਦੀ ਗੱਲ ਕਰੋ, ਤੁਸੀਂ ਕਿਸੇ ਵੀ ਅਵਤਾਰੀ ਪੁਰਸ਼ ਦੀ ਗੱਲ ਕਰੋ, ਗੱਲ ਉੱਥੇ ਹੀ ਆਉਂਦੀ ਕਿ ਸਮਾਜਿਕ ਨਿਆਂ ਸਭ ਨੂੰ ਮਿਲਦਾ ਪਿਆ ਕਿ ਨਹੀਂ, ਸੋਸ਼ਲ ਜਸਟਿਸ ਮਿਲਦਾ ਪਿਆ ਕਿ ਨਹੀਂ। ਸੋ ਸੋਸ਼ਲ ਜਸਟਿਸ ਦੇ ਲਾਈਟ ਦੇ ਵਿੱਚ ਹੀ ਅਸੀਂ ਅਗਲੇ ਮੁੱਦੇ ਦੇਖਾਂਗੇ ਕਿ ਕਿੱਥੇ ਸੋਸ਼ਲ ਜਸਟਿਸ ਖੜਾ ਹੈ ਇਸ ਵਕਤ ਦੁਨੀਆ ਦੇ ਵਿੱਚ, ਔਰ ਸ਼ੁਰੂ ਤੋਂ ਕਿੱਦਾਂ ਦਾ ਇਤਿਹਾਸ ਰਿਹਾ ਸੋਸ਼ਲ ਜਸਟਿਸ ਦਾ। ਸ਼ਿਵ ਸੈਨਾ, ਅਸੀਂ ਜਾਣਦੇ ਹਾਂ ਕਿ ਮੁੰਬਈ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਬੜੀ ਡੋਮੀਨੇਟਿੰਗ ਪਾਰਟੀ ਹੈ। ਤੋ ਸ਼ਿਵ ਸੈਨਾ ਦਾ ਜਿਹੜਾ ਚੋਣ ਨਿਸ਼ਾਨ ਹੈ, ਉਹਦਾ ਜਿਹੜਾ ਨਾਂ ਹੈ, ਉਸ ਨੂੰ ਖਰੀਦਣ ਦਾ ਸੌਦਾ ਹੋ ਰਿਹਾ ਹੈ ਔਰ 2000 ਕਰੋੜ ਰੁਪਏ ਦੀ ਬੋਲੀ ਲੱਗੀ ਹੈ। ਇਹ ਸੰਜੇ ਰਾਉਤ ਜੀ ਕਹਿ ਰਹੇ ਨੇ। ਔਰ ਇਹ ਬੋਲੀ ਲਗਾਉਣ ਦਾ ਇਲਜ਼ਾਮ ਕਿਤੇ ਆ ਰਿਹਾ, ਕੌਣ ਲਗਾ ਰਿਹਾ ਹੈ 2000 ਕਰੋੜ ਦੀ ਬੋਲੀ? ਹਾਂ, ਇਹ ਖਾਸ ਤੌਰ 'ਤੇ ਇਹ ਬੜਾ ਸਰਗਰਮ ਮੁੱਦਾ ਰਿਹਾ ਔਰ ਸਿਆਸਤ ਪੂਰੀ ਭਖ ਗਈ ਇਹਦੇ ਆਲੇ ਦੁਆਲੇ ਕਿ ਜਦੋਂ ਇੱਕ ਤਾਂ ਇਹਦਾ ਜਿਹੜਾ ਹੈਗਾ ਨਾ ਰਕਮ, ਜਿਹਨੂੰ ਕਹੀਏ ਪੰਜਾਬੀ 'ਚ ਅਮਾਊਂਟ ਵੀ ਬਹੁਤ ਵੱਡਾ ਜੀ ਦਿੱਤਾ ਗਿਆ। ਇਹਦੇ 'ਚ ਲਾਲਚ 'ਚ ਆ ਕੇ ਬੜਾ ਕੁਝ ਵੇਖ ਵੀ ਸਕਦਾ। ਨਿਸ਼ਾਨ, ਨਾਂ, ਨਿਸ਼ਾਨ ਦਾ ਮਤਲਬ ਜਿਹੜਾ ਚੋਣ ਸਿੰਬਲ ਹੈ, ਸਿੰਬਲ ਉਹ ਹੈ, ਉਹ ਇਹਨਾਂ ਦਾ ਹੈਗਾ ਤੀਰ ਕਮਾਨ। ਤੀਰ ਕਮਾਨ ਮਤਲਬ ਜਦੋਂ ਤੀਰ ਚੱਲਦਾ ਨਾ, ਉਹ ਚਲਾਉਣ ਵਾਲਾ ਜਿਹੜਾ ਇਸ ਤਰ੍ਹਾਂ ਦਾ ਉਹਦੇ ਵਿੱਚੋਂ ਦੀ ਤੀਰ ਚੱਲਦਾ। ਹਾਂ, ਤੀਰ ਕਮਾਨ ਉਹ ਇਹਨਾਂ ਦਾ ਚੋਣ ਨਿਸ਼ਾਨ ਆ। ਔਰ ਉਹਦੇ ਵਿੱਚ ਇਹਨਾਂ ਬੀਜੇਪੀ ਦੀ ਜਿਹੜੀ ਕਾਰਗਰਦਗੀ ਹੈ ਇਹ ਤਾਂ ਮੁੱਕਰ ਗਿਆ। ਇਹਨਾਂ ਕਿਹਾ ਵੀ ਇਹ ਗੱਲ ਬਿਲਕੁਲ ਸਾਫ਼ ਝੂਠ ਹੈ, ਇਹ 'ਚ ਸਾਡਾ ਕੋਈ ਰੋਲ ਨਹੀਂਗਾ, ਕਿ ਅਸੀਂ ਕੁਝ ਨਹੀਂ ਕੀਤਾ। ਉਹ ਕਹਿੰਦੇ ਫਿਰ ਇਹਦੇ 'ਚ ਹੈ ਤੇ ਹੈ ਕੌਣ? ਉਹਦੇ ਵਿੱਚ ਸੰਜੇ ਰਾਉਤ ਜੀ ਨੇ ਕਹਿ ਦਿੱਤਾ, ਜਿਹੜੇ ਸਾਬਕਾ ਮੁੱਖ ਮੰਤਰੀ ਰਹੇ ਮਹਾਰਾਸ਼ਟਰ ਦੇ। ਔਰ ਪਾਰਟੀ ਜਿਸ ਤਰ੍ਹਾਂ ਤੁਸੀਂ ਦੱਸਿਆ ਬੜੀ ਡੋਮੀਨੇਟਿੰਗ, ਬਹੁਤ ਵੱਡਾ ਨਾਂ ਇਹਨਾਂ ਦਾ ਪਾਰਟੀ ਦਾ ਪੂਰੇ ਮਹਾਰਾਸ਼ਟਰ 'ਚ। ਔਰ ਉਹਦੇ ਵਿੱਚ ਫਿਲਮ ਸਿਟੀ ਵੀ ਦੇ ਨਾਲ ਇਨਵੋਲਵਮੈਂਟ ਹੈ। ਫਿਲਮ ਸਿਟੀ ਦੇ ਜਿੰਨੇ ਵੀ ਕਰਤਾ ਧਰਤਾ, ਜਿਹੜੇ ਵੱਡੇ ਪ੍ਰੋਡਿਊਸਰ, ਡਾਇਰੈਕਟਰ ਔਰ ਜੋ ਉੱਥੇ ਬੈਠੇ ਨੇ ਸਾਰੇ, ਫਿਲਮ ਇੰਡਸਟਰੀ ਸਾਰੀ ਉਹਨਾਂ ਵੱਲ ਹੈਗੀ। ਔਰ ਉਹ ਇਸ ਕਰਕੇ ਹੈਗਾ ਕਿ ਬੰਬੇ ਸਿਟੀ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਜਿਹੜਾ ਸਿਟੀ ਮਹਿੰਗਾ ਔਰ ਕਿੰਨਾ ਕੁਛ ਉੱਥੇ ਬੈਠਾ ਹੈਗਾ ਔਰ ਕਿੰਨੇ ਲੋਕ ਪ੍ਰਾਚੀਨ ਸਮੇਂ ਤੋਂ ਉੱਥੇ ਬੈਠੇ ਨੇ। ਔਰ ਇਹਦੇ ਵਿੱਚ ਇਹ ਚਰਚਾ ਇਸ ਤਰ੍ਹਾਂ ਦੀ ਰਹੀ ਹੈ ਕਿ ਦਿੱਲੀ ਤੱਕ ਇਹ ਪਹੁੰਚ ਹੋ ਗਈ ਹੈ। ਚੋਣ ਕਮਿਸ਼ਨਰ ਤੱਕ ਵੀ ਕੰਪਲੇਂਟ ਚਲੇ ਗਈ ਹੈ ਕਿ ਤੁਸੀਂ ਤਾਂ ਇਹਨਾਂ ਨੂੰ ਦਿੱਤਾ ਸੀ ਪਹਿਲਾਂ, ਇਹ ਚੋਣ ਨਿਸ਼ਾਨ ਚੋਣ ਕਮਿਸ਼ਨ ਹੀ ਦਿੰਦਾ। ਔਰ ਉਧਰੋਂ ਇਲੈਕਸ਼ਨ ਆਉਣ ਵਾਲੀ 2024 ਔਰ ਉਹਦੇ ਨਾਲ ਸਟੇਟ ਦੀਆਂ ਇਲੈਕਸ਼ਨਾਂ ਵੀ ਆ ਰਹੀਆਂ। ਇਹਦੇ 'ਤੇ ਜਿਹੜਾ ਭਾਰੂ ਅਸਰ ਪਏਗਾ, ਕਿਉਂਕਿ ਇਸ ਪਾਰਟੀ ਨੂੰ ਇਹ ਜਦੋਂ ਇਹ ਖਿੱਚ ਕੇ ਇਸ ਪਾਸੇ ਲਿਆਉਣਾ, ਚੋਣ ਨਿਸ਼ਾਨ ਜਦੋਂ ਖਰੀਦਿਆ ਗਿਆ, ਜਦੋਂ ਉਹਨਾਂ ਦਾ ਨਾਂ ਹੀ ਗਿਆ ਤਾਂ ਪਾਰਟੀ ਖਤਮ, ਸਾਰਾ ਕੁਛ ਉਹਦਾ। ਪਰ ਇਹਦਾ ਫਾਇਦਾ ਕੌਣ ਲਊਗੀ? ਉਹਨਾਂ ਨੇ ਕਿਹਾ ਕਿ ਇਹਦਾ ਫਾਇਦਾ ਲਊਗੀ ਜਿਹੜੀ ਰੂਲਿੰਗ ਪਾਰਟੀ ਹੈ, ਜਿਹੜੀ ਇਸ ਵੇਲੇ ਰਾਜ ਕਰ ਰਹੀ ਹੈ। ਔਰ ਇਹਦੇ ਵਿੱਚ ਸਾਰੇ ਜਨਤਾ ਨੂੰ ਵੀ ਇਹਦੇ 'ਤੇ ਬੜੀ ਚੁਕੰਨੀ ਹੋਈ ਹੈ, ਬੜੀ ਹੈਰਾਨਗੀ ਵੀ ਹੋ ਗਈ ਹੈ ਕਿ ਇਸ ਤਰ੍ਹਾਂ ਜੇ ਹੋ ਗਿਆ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਰੌਲਾ ਪੈ ਗਿਆ ਕਿ MLA ਵਿਕਣੇ ਆ, ਉਹ ਵੀ ਰੌਲਾ ਪਿਆ ਸੀਗਾ ਵੀ ਉਹਨਾਂ ਨੂੰ ਇੰਨੇ ਲੱਖ ਦਾ ਸੌਦਾ ਹੋ ਗਿਆ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਪਿਛਲੀ ਵਾਰੀ ਰੌਲਾ ਪਿਆ ਸੀਗਾ। ਔਰ ਮਹਾਰਾਸ਼ਟਰ 'ਚ ਵੀ ਹੋ ਗਿਆ ਸੀ ਜਦੋਂ ਸਰਕਾਰ ਬਣੀ ਹੈ, ਉਦੋਂ ਸਾਰੇ ਇਹਨੂੰ ਚੁੱਕ ਕੇ ਕਿੱਥੇ ਰਿਜ਼ੋਰਟ 'ਚ
ਹੋਟਲਾਂ 'ਚ, ਉਹ ਕਿੱਥੇ ਕਿੱਥੇ ਪਹੁੰਚ ਗਏ ਸੀ ਹੈ ਨਾ, ਉਹਦੇ ਵਿੱਚ ਸੌਦਾ ਹੋ ਗਿਆ। ਔਰ ਸਿਆਸਤ ਹਮੇਸ਼ਾ ਵਿਕਦੀ ਆ। ਇਹ ਮੁੱਦਾ ਇਸ ਤਰ੍ਹਾਂ ਦਾ ਹੁੰਦਾ ਕਿ ਪੈਸੇ ਨਾਲ ਤੋਲਿਆ ਜਾਂਦਾ। ਹੁਣ ਤੁਸੀਂ ਇਹਦਾ ਜਿਹੜਾ ਦੱਸਿਆ ਕਿ ਕੀ ਰੇਟ ਹੈਗਾ, 2000 ਕਰੋੜ ਕੋਈ ਛੋਟੀ ਗੱਲ ਨਹੀਂ ਹੈਗੀ। ਇੰਨਾ ਪੈਸਾ, ਇੰਨੀਆਂ ਠੀਕਰੀਆਂ ਇਕੱਠੀਆਂ ਕਰਨੀਆਂ ਹੀ ਬਹੁਤ ਔਖੀਆਂ ਹੁੰਦੀਆਂ, ਅਤੇ ਮਾਇਆ ਅਤੇ ਨੋਟ ਇਕੱਠੇ ਕਰਨੇ ਕਿੰਨੇ ਔਖੇ ਹੋਣਗੇ। ਪਹਿਲੀ ਗੱਲ ਤਾਂ ਇਹ ਪੈਸਾ ਆਉਣਾ ਕਿੱਥੋਂ ਅਤੇ ਕਿਹਨੇ ਦੇਣਾ ਹੈਗਾ, ਅਤੇ ਕਿਹਦੇ ਕੋਲ ਜਾਣਾ, ਕਿਹਦੇ ਬੋਝੇ 'ਚ ਜਾਣਾ, ਕਿਹਦੇ ਅਕਾਊਂਟ 'ਚ ਜਾਣਾ, ਇਹਦਾ ਵੀ ਹੁਣ ਮਸਲਾ ਪੱਕੇਗਾ ਅਤੇ ਲੋਕਾਂ ਨੂੰ ਪਤਾ ਲੱਗੂਗਾ। ਵੈਸੇ ਬਲਕਾਰ ਜੀ, ਇੱਕ ਖਾਸ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਇਹ 2000 ਕਰੋੜ ਦੇ ਵਿੱਚ ਕਿੰਨੀਆਂ ਜ਼ੀਰੋਆਂ ਆਉਂਦੀਆਂ ਨੇ? ਇਹ ਹੁਣ ਜ਼ੀਰੋ ਜਿੰਨੀਆਂ ਵੀ ਆ ਗਈਆਂ ਤਾਂ ਸਾਡੇ ਅਕਾਊਂਟ ਵਾਲੇ ਜਾਣਦੇ ਆ ਸਾਰੇ ਪਰ ਕਰੋੜਾਂ ਨਹੀਂ ਪਤਾ ਤਾਂ ਲੱਗਾ ਵੀ ਕਰੋੜ, ਲੱਖ ਦਾ ਤਾਂ ਹੈ ਹੀ ਨਾ, ਲੱਖ ਦਾ ਵੀ ਪਤਾ। 2000 ਕਰੋੜ, ਮਿਲੀਅਨ, ਬਿਲੀਅਨ ਤੇ ਟ੍ਰਿਲੀਅਨ। ਪਤਾ ਨਹੀਂ, ਮੈਂ ਜ਼ੀਰੋਆਂ ਗਿਣਦਿਆਂ ਮੈਂ ਗਲਤੀ ਲੱਗ ਜਾਣੀ ਮੇਰੇ ਕੋਲ। ਜੇ ਆਪਾਂ ਇਹ ਮਾਮਲੇ 'ਚ ਨਹੀਂ ਪੈਣਾ, ਜੇ ਮਾਮਲੇ 'ਚ ਪੈ ਗਏ ਤਾਂ ਅਸੀਂ ਗਲਤੀ ਕਰ ਦਾਂਗੇ ਤਾਂ ਉਹਨਾਂ ਦਾ ਪੈਸਾ ਘਟ ਜਾਣਾ, ਜਾਂ ਵਧਾ ਦਾਂਗੇ ਜਾਂ ਘਟਾ ਦਾਂਗੇ। ਅਸੀਂ ਕਹਿੰਦੇ ਹੁੰਦੇ ਆ ਵੱਡੇ ਲੋਕ, ਵੱਡੀਆਂ ਗੱਲਾਂ, ਬਸ ਸਹੀ ਗੱਲ। ਅਸੀਂ ਆਪਣੇ ਲੈਵਲ ਦੀ ਗੱਲ ਕਰੀਏ। ਹਾਂ ਜ਼ਰੂਰ। ਚਲੋ ਜੀ, ਅਗਲੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਕਹਿ ਰਿਹਾ ਹੈ ਕਿ ਹਰਿਆਣਾ ਕਮੇਟੀ, ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੀ ਹੁਣ ਸੈਪਰੇਟ ਹੋ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ, ਹਰਿਆਣਾ ਕਮੇਟੀ ਨੇ ਇਤਿਹਾਸਿਕ ਗੁਰਦੁਆਰਿਆਂ ਦੀ ਸੇਵਾ ਸੰਭਾਲੀ। ਹਾਂ, ਇਹ ਹੁਣੇ ਫੈਸਲਾ ਆਇਆ ਪਰ ਬੜਾ ਲਟਕਦਾ ਰਿਹਾ। ਇਹਦੇ 'ਚ ਪਹਿਲੋਂ ਕਾਰਜਕਾਰੀ ਪ੍ਰਧਾਨ ਇਸ ਕਮੇਟੀ ਦੇ ਬਲਜੀਤ ਸਿੰਘ ਦਾਦੂਵਾਲ ਜੀ ਸੀਗੇ। ਉਸ ਤੋਂ ਪਹਿਲਾਂ ਉੱਥੇ ਚੀੜਾ ਜੀ ਸੀ, ਉਹ ਜਗਦੀਸ਼ ਸਿੰਘ, ਔਰ ਉਹ ਬਿਮਾਰ ਹੋ ਗਏ ਸੀ, ਫਿਰ ਇਹ ਆ ਗਏ। ਔਰ ਇਸ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੈ, ਸਾਡੇ ਦਰਸ਼ਕਾਂ ਨੂੰ ਪਤਾ ਹੈ, ਇਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਕੋਲ ਸੀ ਸਾਰੀ ਇਹ ਮੈਨੇਜਮੈਂਟ। ਔਰ ਜਦੋਂ ਗਿਆ ਹੈ, ਇਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ 1925 'ਚ ਹੋਣ ਚਾਹੀਏ। ਕਿੰਨੀ ਪੁਰਾਣੀ ਹੈਗੀ, ਉਹਨਾਂ ਕੋਲ ਹਰਿਆਣੇ ਦੇ ਵੀ ਆ। ਔਰ ਉਸ ਤੋਂ ਬਾਅਦ ਜਿਹੜੇ ਸਾਡੇ ਪੰਜੇ ਤਖਤ ਨੇ, ਜਿਹਦੇ 'ਚ ਹਜੂਰ ਸਾਹਿਬ ਹੈਗਾ, ਪਟਨਾ ਸਾਹਿਬ ਹੈਗਾ, ਔਰ ਬਾਹਰਲੇ ਹੋਰ ਵੀ ਸੂਬੇ ਨੇ, ਉਹਨਾਂ 'ਚ ਵੀ ਇਹਨਾਂ ਦੀ ਦਖਲਅੰਦਾਜ਼ੀ ਸੀਗੀ ਸਾਰੇ ਪਾਸੇ SGPC ਦੀ। ਔਰ ਜਦੋਂ ਇਹ ਪਤਾ ਲੱਗਾ ਤੇ ਇਹਦੇ ਵਿੱਚ ਜਿਹੜੇ SGPC ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਜੀ, ਉਹਨਾਂ ਨੇ ਇਹਦੀ ਬੜੀ ਆਲੋਚਨਾ ਕੀਤੀ। ਉਹਨਾਂ ਨੇ ਕਿਹਾ ਕਿ ਇਹ ਤਾਂ ਗੱਲ ਗਲਤ ਹੋ ਗਈ, ਜਦੋਂ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਲਿਖਿਆ ਸੀਗਾ, ਅਮਿਤ ਸ਼ਾਹ ਜਿਹੜੇ ਹੋਮ ਮਿਨਿਸਟਰ, ਉਹਨਾਂ ਨੂੰ ਲਿਖਿਆ ਸੀਗਾ ਕਿ ਸਾਡਾ ਹੀ ਬਣਦਾ ਹੈਗਾ, ਸਾਡਾ ਰਾਈਟ ਬਣਦਾ, ਸਾਡਾ ਹੱਕ ਹੈਗਾ, ਕਿਉਂਕਿ ਪਾਰਟੀ ਬੜੀ ਪੁਰਾਣੀ ਹੈਗੀ ਅਤੇ ਸਾਡੇ ਕੋਲ ਰਿਹਾ ਆਜ਼ਾਦੀ ਤੋਂ ਪਹਿਲਾਂ ਜਦੋਂ ਹੋਇਆ। ਫਿਰ ਮਹੰਤ ਸੀਗੇ ਪਹਿਲਾਂ ਗੁਰਦੁਆਰਿਆਂ 'ਤੇ ਕਾਬਜ਼, ਔਰ ਨਨਕਾਣਾ ਸਾਹਿਬ ਔਰ ਪੰਜਾ ਸਾਹਿਬ, ਜਿੰਨੇ ਵੀ ਗੁਰਦੁਆਰੇ ਇਤਿਹਾਸਿਕ ਸੀ ਉਹਨਾਂ 'ਤੇ ਮਹੰਤ ਸੀਗੇ ਕਾਬਜ਼। ਉਹਨਾਂ ਨੂੰ ਹਟਾਉਣ ਲਈ ਜਿਹੜੇ ਇਸ ਤਰ੍ਹਾਂ ਦੀਆਂ ਇਹਨਾਂ ਨੇ ਕਮੇਟੀਆਂ ਬਣਾਈਆਂ ਸੀ, SGPC ਦਾ ਬਹੁਤ ਵੱਡਾ ਰੋਲ ਰਿਹਾ। ਔਰ ਉਹਦੇ ਵਿੱਚ ਜਿੰਨੇ ਵੀ ਖਾਲਸਾ ਫੌਜ ਸੀ ਉਹਦਾ ਵੀ ਵੱਡਾ ਰੋਲ ਰਿਹਾ। ਉਹਨਾਂ ਨੇ ਇਹ ਕਬਜ਼ੇ ਉਹਨਾਂ को ਹਟਾ ਕੇ ਆਪਣੇ ਕਬਜ਼ੇ 'ਚ ਲਿਆਂਦੇ। ਔਰ ਇਸੇ ਤਰ੍ਹਾਂ ਹਰਿਆਣੇ ਨਾਲ ਰਿਹਾ। ਹਰਿਆਣਾ ਤਾਂ ਵੈਸੇ ਅਨਡਿਵਾਈਡਡ ਪੰਜਾਬ ਦਾ ਹਿੱਸਾ ਰਿਹਾ, ਪੰਜਾਬ ਹੀ ਰਿਹਾ। ਉਦੋਂ ਤਾਂ ਬਣਦਾ ਸੀਗਾ, SGPC ਦੇ ਅੰਡਰ ਹੀ ਸੀਗਾ। ਔਰ ਇਸ ਤੋਂ ਬਾਅਦ ਹਿਮਾਚਲ ਦੇ ਗੁਰਦੁਆਰੇ ਵੀ ਜਿੰਨੇ ਉੱਥੇ ਹੈਗੇ ਨੇ, ਗੁਰਦੁਆਰੇ ਤਾਂ ਹਰ ਸੂਬੇ 'ਚ ਹੈਗੇ ਆ। ਔਰ ਦੇਖੋ ਤੁਸੀਂ ਕੈਨੇਡਾ, ਅਮਰੀਕਾ, ਇਹਨਾਂ 'ਚ ਵੀ ਪਹਿਲੋਂ ਸਿੱਖ ਕਮਿਊਨਿਟੀ 'ਚ ਜਿਹੜੇ ਲੋਕ ਜਿੰਨੇ ਵੀ ਸ਼ਰਧਾਲੂ ਨੇ, ਇਹ ਘਰ ਆਪਣਾ ਬਾਅਦ 'ਚ ਬਣਾਉਂਦੇ ਆ, ਪਹਿਲਾਂ ਗੁਰੂ ਘਰ ਬਣਾਉਂਦੇ ਆ ਹਰ ਜਗ੍ਹਾ ਹੀ। ਇੰਗਲੈਂਡ 'ਚ ਤੁਸੀਂ ਲੰਡਨ ਦੇ ਆਲੇ ਦੁਆਲੇ ਦੇਖੋ ਕਿੰਨੇ ਗੁਰਦੁਆਰਾ ਸਾਹਿਬ ਆ। ਪਰ ਹੁਣ ਇਹ ਜਿਹੜਾ ਇਸ ਵੇਲੇ ਮੁੱਦਾ ਪੱਕ ਗਿਆ ਹੈਗਾ, ਉਹਨਾਂ ਨੇ ਟੇਕ ਓਵਰ ਕਰ ਲਿਆ। ਹਰਿਆਣਾ ਕਮੇਟੀ ਬਣ ਗਈ ਹੈ, ਪ੍ਰਬੰਧਕ ਕਮੇਟੀ ਬਣ ਗਈ ਹੈ ਹਰਿਆਣੇ ਦੀ, ਔਰ ਉਹਨਾਂ ਨੇ ਪ੍ਰਬੰਧ ਸੰਭਾਲ ਲਿਆ। ਹੁਣ ਇਹਦੇ ਵਿੱਚ ਆਪਸੀ ਪਹਿਲਾਂ ਵੀ ਰੌਲਾ ਬਹੁਤ ਸੀ ਇਹਨਾਂ ਦਾ, SGPC ਅੰਮ੍ਰਿਤਸਰ ਅਤੇ SGPC ਹਰਿਆਣਾ ਦਾ। ਹੁਣ ਇਸ ਵੇਲੇ ਕਾਨੂੰਨੀ ਤੌਰ 'ਤੇ ਉਹਨਾਂ ਨੂੰ ਅਧਿਕਾਰ ਮਿਲ ਗਿਆ। ਮੇਰਾ ਖਿਆਲ ਹੁਣ ਇਹਦੇ ਵਿੱਚ ਨਹੀਂ ਕੋਈ ਗੱਲ ਬਣਨੀ ਇਹਨਾਂ ਦੀ, ਕਿਉਂਕਿ ਉਹਨਾਂ ਨੇ ਟੇਕ ਓਵਰ ਕਰ ਲਿਆ। 186 ਦੇ ਕਰੀਬ ਗੁਰਦੁਆਰੇ ਉੱਥੇ ਜਿਹੜੇ ਹੈਗੇ ਇਤਿਹਾਸਕ ਗੁਰਦੁਆਰੇ, ਔਰ ਹੁਣ ਉਹਨਾਂ ਨੇ ਆਪ ਸੰਭਾਲ ਲਿਆ। ਹੁਣ ਉਸੇ ਤਰ੍ਹਾਂ ਦਾ ਉਹ ਕਰਨਗੇ। ਇੱਕ ਦੂਜੇ ਪਾਸੇ ਸਿਆਸੀ ਮਾਮਲਾ ਵੀ ਹੈਗਾ, ਉਹਨਾਂ ਦੀ ਗੌਰਮੈਂਟ ਵੀ ਉਹਨਾਂ ਦੇ ਪਿੱਛੇ ਹੈਗੀ ਹੈ, ਜਿਹੜੀ ਐਟ ਪ੍ਰੈਜ਼ੈਂਟ ਹਰਿਆਣੇ ਦੀ ਗੌਰਮੈਂਟ ਆ। ਸੈਂਟਰ ਤੱਕ ਇਹ ਗੱਲ ਹੈਗੀ ਆ। ਤਦੇ ਕਰਕੇ ਧਾਮੀ ਸਾਹਿਬ ਨੇ ਕਿਹਾ ਹੈਗਾ ਕਿ ਮੇਰੀ ਜੋ ਅਸੀਂ ਲੈਟਰ ਲਿਖੇ ਆ, ਔਰ ਜੋ ਬਾਦਲ ਸਰਕਾਰ ਦੇ ਟਾਈਮ 'ਤੇ ਹੁਣ ਅਸੀਂ ਲਿਖੇ ਭੇਜੇ, ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਹੁਣ ਤਾਂ ਚਲੋ ਸਰਕਾਰ ਪੰਜਾਬ ਦੀ ਹੋਰ ਬਦਲ ਗਈ, ਪਰ ਇਸ ਵੇਲੇ ਮੇਰਾ ਖਿਆਲ ਇਹ ਮੁੱਦਾ ਇੰਨਾ ਪੱਕ ਚੁੱਕਿਆ ਹੈਗਾ। ਪੰਜਾਬ ਦੇ ਲੋਕ ਵੀ ਇਸ ਗੱਲ 'ਤੇ ਹੈਰਾਨੀ ਪ੍ਰਗਟਾ ਰਹੇ ਆ, ਹਰਿਆਣਾ ਦੇ ਲੋਕ ਵੀ, ਕਿਉਂਕਿ ਲੋਕਾਂ ਨੂੰ ਨਹੀਂ ਸੀ ਪਤਾ ਕਿ ਡਿਵਾਈਡ ਹੋ ਕੇ ਇਹ ਹਰਿਆਣਾ ਕਮੇਟੀ ਵੱਖਰੀ ਬਣ ਕੇ ਤਾਂ ਉਹਨਾਂ ਦੇ ਹੱਥ ਚੱਲ ਜੂਗਾ। ਪਰ ਵਾਕਈ ਪੂਰੇ ਦਾ ਪੂਰਾ ਹੁਣ ਚਲੇ ਗਿਆ ਹੈਗਾ। ਸ਼ਰਧਾਲੂ ਤਾਂ ਆਉਣੇ ਜਾਣੇ, ਉਹਨਾਂ ਨੂੰ ਕਮੇਟੀ ਨਾਲ ਨਹੀਂ ਮਤਲਬ ਹੁੰਦਾ, ਉਹਨਾਂ ਤਾਂ ਆਉਣਾ, ਮੱਥਾ ਟੇਕਣਾ, ਆਪਣੀ ਅਰਦਾਸ ਕਰਨੀ ਹੈ। ਪਰ ਜਿਹੜੀ ਸਿਆਸੀ ਪਾਰਟੀਆਂ ਇਹਨਾਂ ਦੇ ਪਿੱਛੇ ਹੈਗੀਆਂ, ਇਹ ਅੰਮ੍ਰਿਤਸਰ ਵੀ SGPC ਕੋਲ ਹੈਗੀ ਆ, ਅਤੇ ਹਰਿਆਣਾ ਕੋਲ ਵੀ ਹੈਗੀ ਆ, ਅਤੇ ਹਿਮਾਚਲ ਵੀ ਬਣਾਊਗਾ, ਅਤੇ ਰਾਜਸਥਾਨ ਵੀ ਇੱਦਾਂ ਦੇ ਬੜਾ ਕੁਛ ਹੋਊਗਾ। ਆਉਣ ਵਾਲੇ ਸਮੇਂ 'ਚ ਦੇਖਣਗੇ ਸਾਡੇ ਦਰਸ਼ਕ ਕਿ ਕਿੱਥੇ ਜਾ ਕੇ ਕੀ ਹੋ ਗਿਆ। ਇੱਕ ਨਾ ਬਸ ਅਸੀਂ ਆਪਣੇ ਪਲੇਟਫਾਰਮ ਤੋਂ ਇੱਕ ਮਤਲਬ ਰਿਕੁਐਸਟ ਕਰਦੇ ਹਾਂ ਜੀ ਕਿ ਰੱਬ ਦਾ ਵਾਸਤਾ ਹੈ, ਇਹ ਸਿਆਸਤ ਨੂੰ ਧਰਮ ਦੇ ਵਿੱਚ ਨਾ ਇਨਵੋਲਵ ਕਰੋ, ਸਿਆਸਤ ਨੂੰ ਅਲੱਗ ਰੱਖੋ, ਧਰਮ ਨੂੰ ਪਵਿੱਤਰ ਰਹਿਣ ਦਿਓ, ਸਵੱਛ ਰਹਿਣ ਦਿਓ। ਸਿਆਸਤ ਇੱਕ ਅਜੀਬ ਜੀ ਗੇਮ ਹੈਗੀ ਹੈ,
ਉਹਦਾ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ। ਹਾਂ, ਜੇ ਸਿਆਸਤ ਧਾਰਮਿਕ ਤਰੀਕੇ ਨਾਲ ਕੀਤੀ ਜਾਵੇ ਜਿਵੇਂ ਗੁਰੂ ਸਾਹਿਬਾਨ ਨੇ ਸਮਝਾਈ ਹੈ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਕਿ ਜੋ ਕਰਨਾ ਲੋਕਾਂ ਦੀ ਭਲਾਈ ਵਾਸਤੇ ਕਰਨਾ, ਆਪਣੇ ਆਪ ਬਾਰੇ ਤੇ ਸੋਚਣਾ ਹੀ ਨਹੀਂ, ਆਪਣੇ ਆਪ ਤੋਂ ਉੱਤੇ ਉੱਠ ਕੇ ਸਮਾਜ ਦਾ ਤੇ ਲੋਕਾਂ ਦੀ ਭਲਾਈ ਦਾ ਸੋਚਣਾ। ਜਦੋਂ ਸਮਾਜ ਦਾ ਤੇ ਲੋਕਾਂ ਦਾ ਭਲਾ ਹੋ ਗਿਆ, ਮੈਂ ਆਪੇ ਵਿੱਚ ਆ ਗਿਆ। ਸਪੈਸ਼ਲੀ ਇਹ ਨਹੀਂ ਕਿ ਮੈਂ ਆਪਣੇ ਵੱਲ ਤੇ ਆਪਣੇ ਪਰਿਵਾਰ ਵੱਲ ਧਿਆਨ ਦੇਣਾ। ਨੋ ਸਾਰੇ ਹੈਗੇ ਆ, ਸਮਾਜ ਸਾਰਿਆਂ ਦੇ ਨਾਲ ਹੀ ਹੈਗਾ। ਪਰ ਹੁਣ ਇਹਦੇ ਵਿੱਚ ਇਹ ਹੈਗਾ ਇੱਥੇ ਰਾਜਨੀਤੀ ਤੇ ਧਰਮ ਤਾਂ ਹੈ ਹੀ ਆ, ਇਹਨੇ ਤੇ ਪਰੇ ਹਟਣਾ ਹੀ ਨਹੀਂਗਾ। ਇਹ ਸਿਰਫ ਜਿਹੜਾ ਸਿੱਖ ਧਰਮ ਨੂੰ ਗੰਦਲਾ ਨਾ ਕਰੋ, ਸਿੱਖ ਕਮਿਊਨਿਟੀ 'ਚ ਨਹੀਂ ਹੈਗਾ, ਸਭ ਜਗ੍ਹਾ ਹੈ। ਮੁਸਲਿਮ ਕੰਟਰੀ ਆ, ਜਿਹੜੀ ਮੁਸਲਿਮ ਕਮਿਊਨਿਟੀ ਆ, ਉਹਨਾਂ 'ਚ ਵੀ ਦੇਖ ਲਓ, ਉਹਦੇ ਵਿੱਚ ਹੀ ਆ। ਉਹਦੇ 'ਚ ਜੋ ਹੁੰਦਾ ਕੁਰਾਨ ਦੀਆਂ ਆਇਤਾਂ ਨਾਲ ਹੀ ਸਾਰਾ ਕੁਝ ਹੁੰਦਾ। ਉਹਦੇ ਵਿੱਚ ਜਿਹੜੇ ਉਹਨਾਂ ਦੇ ਧਾਰਮਿਕ ਸਥਾਨ 'ਚ ਉੱਥੋਂ ਹੀ ਸਾਰਾ ਕੁਝ ਆਰਡਰ ਹੁੰਦਾ, ਉਹਦੇ ਨਾਲ ਹੀ ਸਾਰਾ ਕੁਝ ਹੁੰਦਾ। ਔਰ ਕ੍ਰਿਸਚਨ ਦੇ ਵਿੱਚ ਵੀ ਹੈ, ਸਾਰਿਆਂ ਦੇ ਵਿੱਚ ਹੀ ਹੈ। ਇਹਨੂੰ ਪਾਸੇ ਕਰਨਾ ਬਹੁਤ ਔਖਾ, ਪਰ ਜੇ ਲੋਕ ਸਿਆਣੇ ਬਣ ਜਾਣ, ਸੂਝਵਾਨ ਬਣ ਜਾਣ, ਤੇ ਸਿੱਖ ਧਰਮ 'ਚ ਤੇ ਬੜੇ ਵੱਡੇ ਕ੍ਰਾਂਤੀਕਾਰੀ ਫੈਸਲੇ ਹੋ ਜਾਂਦੇ ਆ, ਹੁੰਦੇ ਵੀ ਆ। ਜਿਸ ਤਰ੍ਹਾਂ ਤੁਸੀਂ ਹੁਣ ਗੱਲ ਕੀਤੀ ਹੈ, ਜੇ ਹੋਇਆ ਤਾਂ ਸਾਰਾ ਇਹ ਸਿੱਖ ਧਰਮ ਇਸ ਤਰ੍ਹਾਂ ਦੇ ਫੈਸਲੇ ਲੈਣ ਲਈ ਮੋਹਰੀ ਬਣ ਸਕਦਾ, ਦੁਨੀਆ ਤੋਂ ਅੱਗੇ ਆ ਸਕਦਾ। ਔਰ ਬੜਾ ਕੁਝ ਹੈਗਾ, ਬੜਾ ਕੁਝ ਇੱਦਾਂ ਦੀਆਂ ਆਪਾਂ ਦੇਖਦੇ ਆ ਨਾ, ਇੱਦਾਂ ਦੀਆਂ ਏਜੰਸੀਆਂ ਵੀ ਹੈਗੀਆਂ ਧਾਰਮਿਕ ਜਿਹੜੀ ਕੰਮ ਪਿਤਾ ਸਰਬੰਸ ਦਾਨੀ, ਉਹਨਾਂ ਦੀ ਰਾਜਨੀਤੀ ਦਾ ਦੇਖੋ। ਉਹਨਾਂ ਨੇ ਦੇਸ਼ ਵਾਸਤੇ, ਕੌਮ ਵਾਸਤੇ ਆਪਣਾ ਪਰਿਵਾਰ ਬਲੀਦਾਨ ਕਰ ਦਿੱਤਾ, ਕੌਮ ਲਈ ਕੀਤਾ, ਲੋਕਾਂ ਲਈ ਕੀਤਾ, ਹੈ ਨਾ। ਜਿਹੜੇ ਦੁਖੀ ਨੇ ਉਹਨਾਂ ਲਈ, ਅਤਿਆਚਾਰਾਂ ਤੋਂ ਬਚਾਇਆ ਲੋਕਾਂ ਨੂੰ। ਉਦੋਂ ਤਲਵਾਰਾਂ ਚੁੱਕੀਆਂ। ਉਹਨਾਂ ਨੇ ਕਿਹਾ ਕਿ ਜੇ ਤਲਵਾਰ ਚੁੱਕੀ ਜਾਂਦੀ ਹੈ ਤਾਂ ਕੋਈ ਮਾੜੀ ਨਹੀਂ, ਜਿਹਦੇ 'ਚ ਉਹਨਾਂ ਨੇ ਜ਼ਫਰਨਾਮਾ 'ਚ ਲਿਖਿਆ, ਅੱਜ ਹਮਾ ਹੀਲ ਤੇ ਦਰਗ ਜਸਤ ਹਲਾਲ ਹਸ਼ਤ ਬਰਦਨ ਬਾ ਸ਼ਮਸ਼ੀਰ ਦਸਤ। ਦਸਤ ਮਤਲਬ ਜੇ ਹੱਥ 'ਚ ਆ ਗਈ, ਜੇ ਅਤਿਆਚਾਰ ਨੂੰ ਰੋਕਣ ਲਈ ਤੇ ਸ਼ਮਸ਼ੀਰ ਫੜ ਲਈ, ਕਿਰਪਾਨ ਨਾਲ ਜੇ ਟੋਟੇ ਕਰਨੇ ਪਏ ਤੇ ਕਰੋ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਪਰ ਅਤਿਆਚਾਰ ਉਹ ਹੈ ਜਿਹੜਾ ਬੇਬਸ ਲੋਕਾਂ ਨੂੰ ਮਾਰਨਾ। ਉਹ ਕਹਿੰਦੇ ਭੱਜੇ ਜਾਂਦੇ ਤੇ ਵਾਰ ਨਾ ਕਰੋ, ਬੱਚੇ ਤੇ ਵਾਰ ਨਾ ਕਰੋ, ਔਰਤ ਤੇ ਵਾਰ ਨਾ ਕਰੋ, ਬਗੈਰ ਦੱਸਿਆ ਕਿਸੇ ਤੇ ਵਾਰ ਨਾ ਕਰੋ, ਸੁੱਤੇ ਪਏ ਤੇ ਵਾਰ ਨਾ ਕਰੋ। ਇਹ ਗੱਲਾਂ ਗੁਰੂ ਸਾਹਿਬ ਬਹੁਤ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਾਰੇ ਕਬੂ ਨਾ ਛਾੜੇ ਖੇਤ। ਸੋ ਇਹ ਹੈ ਸਾਡੀ ਗੁਰੂ ਸਾਹਿਬਾਨ ਦੀ ਸਿਆਸਤ। ਸੋ ਇਸੇ ਲਾਈਟ 'ਚ ਦੇਖੋ, ਸੋਸ਼ਲ ਜਸਟਿਸ, ਸਮਾਜਿਕ ਨਿਆਂ ਕਿੱਥੇ ਖੜਾ ਹੈ। ਉੱਥੇ 2000 ਕਰੋੜ ਦਾ ਸੌਦਾ ਹੁੰਦਾ ਪਿਆ, ਇੱਥੇ ਧਰਮ ਦੇ ਵਿੱਚ ਸਿਆਸਤ ਆਪਣਾ ਗੰਦਲਾਪਨ ਖਲੇਰਦੀ ਪਈ ਹੈ। ਸੋ ਇਹ ਦੇਖਣ ਵਾਲੀਆਂ ਗੱਲਾਂ ਨੇ, ਬੜਾ ਅਫਸੋਸ ਹੁੰਦਾ ਹੈ ਦੇਖ ਕੇ। ਗੱਲਾਂ ਜਿਹੜੀਆਂ ਮੁੱਦੇ ਆਉਂਦੇ ਨੇ ਕਈ ਵਾਰੀ ਬੜੇ ਯੂਨੀਕ ਤੇ ਬੜੇ ਉਹ ਹੁੰਦੇ, ਨਾ ਸਹਾਰਨਯੋਗ ਆ ਜਾਂਦੇ। ਨਾ ਸਹਾਰਨਯੋਗ, ਬਿਲਕੁਲ, ਇਹ ਬੜਾ ਪਿਆਰਾ ਸ਼ਬਦ ਤੁਸੀਂ ਇਸਤੇਮਾਲ ਕੀਤਾ, ਨਾ ਸਹਾਰਨਯੋਗ। ਜਿਹੜੇ ਟੋਲਰੇਬਲ ਨਹੀਂ ਹੈ ਜੀ, ਹੈ ਨਾ। ਪਰ ਪੰਜਾਬੀ 'ਚ ਕਹਿਣਾ ਨਾ ਸਹਾਰਨਯੋਗ ਜ਼ਿਆਦਾ ਠੀਕ ਹੈ ਅੰਗਰੇਜ਼ੀ ਨਾਲੋਂ। ਜਿੱਦਾਂ ਆਪਾਂ ਸਸਪੈਂਸ ਤਾਂ ਦਾ 605 ਹੈ ਨਾ। ਕਈ ਜਿਹੜੇ ਪੰਜਾਬੀ ਦੇ ਵਰਡ ਵੀ ਜਿਹੜੇ ਐਸੇ ਹੈਗੇ ਆ ਜਿਹੜੇ ਤੁਹਾਨੂੰ ਜ਼ਿਆਦਾ ਛੇਤੀ ਸਮਝ ਆ ਜਾਂਦੇ ਤੇ ਬੋਲਣ ਲੱਗੇ ਵੀ ਚੰਗਾ ਲੱਗਦਾ। ਸਸਪੈਂਸ, ਉਹ ਸਸਪੈਂਸ 605 ਨਾ ਕਿਓਸ, ਹਾਂ ਕਹਿੰਦੇ ਪੰਬਲ ਪੂਸਾ, ਪੰਬਲ ਪੂਸਾ, ਕਿੰਨੇ ਅੱਛੇ ਵਰਡ ਹੈਗੇ ਨਾ। ਉਹੀ ਹੈ। ਦਿਲ ਨੂੰ, ਜੇ ਦਿਲ 'ਚ ਕੋਈ ਘਬਰਾਹਟ ਹੁੰਦੀ ਹੈ ਤਾਂ ਕਹਿੰਦਾ ਮੇਰਾ ਦਿਲ ਘਾਉ ਮਾਉ ਕਰਦਾ, ਕਹਿਣ ਦਾ ਮਤਲਬ ਮਹਿਸੂਸ। ਕਹਿੰਦੇ ਨੇ ਕਿ ਪੰਜਾਬੀ ਭਾਸ਼ਾ ਨਾ ਬੜੀ ਲਚਕਦਾਰ ਭਾਸ਼ਾ ਹੈ, ਬਹੁਤ ਅੱਛੀ, ਬਹੁਤ ਲਚੀਲੀ ਭਾਸ਼ਾ ਹੈ। ਔਰ ਦੇਖੋ, ਨਿੱਕਾ ਜਿਹਾ ਬੱਚਾ, ਉਹਨੂੰ ਕੀ ਕਹਿਣਗੇ, ਢਿੱਡੀ। ਵੱਡਾ ਹੈ ਜਿਹੜਾ, ਉਹ ਢਿੱਡ। ਜੇ ਕੋਈ ਮੋਟਾ ਹੈ, ਇਹ ਢਿੱਡਲ ਜਿਹਾ ਕਰਦਾ ਕੀ, ਉਹ ਢਿੱਡ ਨੂੰ ਹੀ ਦੇਖੋ ਕਿੰਨਾ ਘੁਮਾਤਾ। ਸ਼ਬਦਾਂ ਦੀ ਹੈ ਨਾ, ਜੋ ਐਡਵਰਬ ਤੇ ਉਹਦੇ ਵਿੱਚ ਜਿਹੜੇ ਬਹਿਰ ਬਣਦੀ ਸ਼ਬਦਾਂ ਦੀ। ਜਦੋਂ ਤੁਸੀਂ ਪੰਜਾਬੀ ਬੋਲੋਗੇ ਤਾਂ ਚੰਗੀ ਲੱਛੇਦਾਰ ਬੋਲੋਗੇ ਤਾਂ ਐਂ ਲੱਗਦਾ ਜਿੱਦਾਂ ਕਵਿਤਾ ਦਾ ਉਚਾਰਨ ਹੋ ਰਿਹਾ, ਜਿੱਦਾਂ ਉਹਦੇ ਪਿੱਛੇ ਪੋਇਟਰੀ ਹੈ ਨਾ, ਜਿੱਦਾਂ ਉਹਦੇ ਪਿੱਛੇ ਕੋਈ ਬੈਂਤ ਪੜਿਆ ਜਾ ਰਿਹਾ। ਪੰਜਾਬੀ ਦਾ ਮਤਲਬ ਇਹ ਹੈ, ਇਹਦਾ ਹਾਜ਼ਮਾ ਬੜਾ ਦਰੁਸਤ ਆ। ਇਹਦੇ ਵਿੱਚ ਕਈ ਭਾਸ਼ਾ ਆ ਜਾਂਦੀਆਂ, ਫਾਰਸੀ, ਅਰਬੀ, ਉਰਦੂ, ਸਾਰੀਆਂ ਭਾਸ਼ਾ ਇਹਦੇ ਵਿੱਚ। ਕਹਿੰਦੇ ਜਦੋਂ ਅੰਗਰੇਜ਼ੀ 'ਚ ਆਪਾਂ ਕਹਿੰਦੇ ਨਾ, ਇੱਕ ਸ਼ਬਦ ਹੈ ਵੱਟ, ਵੱਟ ਮੈਨੇ ਕਿਹਾ, ਕਹਿੰਦੇ ਹੁਣ ਪੰਜਾਬੀ 'ਚ ਵੱਟ, ਵੱਟ ਕੇ ਥੱਪੜ ਮਾਰਿਆ, ਰੱਸਾ ਵੱਟਦਾ ਹੈ, ਮੌਸਮ 'ਚ ਬੜਾ ਵੱਟ ਹੈ, ਕੱਪੜੇ ਦੇ ਉੱਤੇ ਵੱਟ ਨੇ, ਮੱਥੇ ਦੇ ਕਿਉਂ ਵੱਟ ਪਾਇਆ, ਵੱਟੋ ਵੱਟ ਤੁਰੀ ਜਾ, ਰੱਸਾ ਵੱਟੀ ਜਾਂਦਾ। ਮਤਲਬ ਵੱਟ ਵੱਟ ਨੇ, ਢਿੱਡ 'ਚ ਵੱਟ ਪੈਂਦਾ ਹੈ। ਕਿੰਨੇ ਮੀਨਿੰਗ ਹੈਗੇ, ਬਹੁਤ ਅੱਛੀ ਭਾਸ਼ਾ ਹੈਗੀ। ਸੋ ਪੰਜਾਬੀ ਭਾਸ਼ਾ ਲਚਕੀਲੀ ਭਾਸ਼ਾ ਹੈ ਤੇ ਸਾਡੇ ਸੀਐਮ ਮਾਨ ਮੁੱਖ ਮੰਤਰੀ ਕਹਿੰਦੇ ਨੇ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਖਾਸ ਉਪਰਾਲੇ ਕਰਦੀ ਪਈ ਹੈ। ਤੁਸੀਂ ਵੈਸੇ ਅੱਜ ਜਿਹੜੇ ਨਾ ਕੋਰੇਟ ਬਹੁਤ ਕਰ ਰਹੇ ਜੇ, ਹਰ ਮੁੱਦੇ ਨਾਲ ਇੱਕ ਅਜੇ ਖਤਮ ਹੁੰਦਾ। ਜੇ ਭਾਸ਼ਾ ਗੱਲ ਹੋ ਰਹੀ ਸੀ ਪੰਜਾਬੀ ਦੀ, ਸਾਰਾ ਕੁਝ ਤੁਸੀਂ ਪੰਜਾਬੀ ਭਾਸ਼ਾ ਦਾ ਦਿਨ ਜਿਹੜਾ ਦਿਵਸ ਅਜੇ ਕੱਲ੍ਹ ਮਨਾ ਰਹੇ ਆ। ਅੱਜ ਆਪਾਂ 20 ਤਰੀਕ ਤੇ 21 ਨੂੰ ਇਹ ਸਾਰੇ ਮਨਾ ਰਹੇ ਆ ਪੂਰੇ। ਔਰ ਉਹਦੇ ਵਿੱਚ ਕਈ ਬਾਹਰਲੀਆਂ ਏਜੰਸੀਆਂ ਵੀ ਹੈਗੀਆਂ, ਸਕੂਲਾਂ ਕਾਲਜਾਂ ਦੇ ਵਿੱਚ ਵੀ ਆਰਡਰ ਹੋ ਗਿਆ। ਔਰ ਪੰਜਾਬ ਸਰਕਾਰ ਨੇ ਕਹਿਤਾ ਕਿ ਅਸੀਂ ਪੰਜਾਬੀ ਨੂੰ ਪ੍ਰਫੁੱਲਤ ਕਰ ਲਈ, ਜਿਹਦੇ ਵਿੱਚ ਕੋਰਟ ਕਚਹਿਰੀ 'ਚ ਵੀ ਜਾਵਾਂਗੇ ਔਰ ਸਾਰੇ ਸਕੂਲਾਂ ਕਾਲਜਾਂ ਵਿੱਚ ਵੀ ਹੋਏਗਾ। ਔਰ ਜਿੱਥੇ ਜਿੱਥੇ ਦੁਬਾਰਾ ਕਾਇਦੇ ਜਿਹੜੇ ਆ 35 ਅੱਖਰ ਲਾਏ ਜਾਣਗੇ ਔਰ ਉਹਦੇ 'ਚ ਕੁਛ ਖੱਤ ਲਿਖਣ ਦੇ ਨੰਬਰ ਦਿੱਤੇ ਜਾਇਆ ਕਰਨਗੇ। ਫੱਟੀ ਬਸਤਾ ਲੈ ਕੇ ਜਾਣ ਦਾ ਵੀ ਕਹਾਂਗੇ। ਔਰ ਉਸੇ ਤਰ੍ਹਾਂ ਸਕੂਲਾਂ ਦੀਆਂ ਦੇ ਮੁਰੰਮਤ ਵੀ ਦੁਬਾਰਾ ਕਰਵਾ ਰਹੇ ਹਾਂ। ਔਰ ਉਹਦੇ ਵਿੱਚ ਪੰਜਾਬੀ ਨੂੰ ਤਰਜੀਹ ਦੇਣ ਲਈ ਉਹਨਾਂ ਨੇ ਕਹਿ ਦਿੱਤਾ
ਕਿ ਜਿੱਥੇ ਪੰਜਾਬੀ ਬੋਲਣੀ ਹੈ ਘਰਾਂ 'ਚ ਵੀ ਲੋਕਾਂ ਨੂੰ ਇੱਕ ਬੇਨਤੀ ਕੀਤੀ ਜਾਊ। ਆਪਣੇ ਮੁੱਖ ਮੰਤਰੀ ਨੇ ਕਿਹਾ ਕਿ ਘਰ 'ਚ ਵੀ ਪੰਜਾਬੀ ਬੋਲੋ, ਮਾਵਾਂ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣਗੀਆਂ। ਜੇ ਆਪਾਂ ਅੱਜ ਪੰਜਾਬੀ ਬੋਲ ਰਹੇ ਹਾਂ ਤਾਂ ਮਾਂ ਦੀ ਗੁੜਤੀ ਨਾਲ ਪੰਜਾਬੀ ਹੈ। ਮਾਂ ਨੇ ਜੇ ਲੋਰੀ ਦਿੱਤੀ ਸਾਨੂੰ ਪੰਜਾਬੀ 'ਚ, ਤਾਂ ਅਸੀਂ ਪੰਜਾਬੀ ਨਾਲ ਹੀ ਬੋਲਦੇ ਹਾਂ। ਪੰਜਾਬੀ ਸਕੂਲਾਂ ਕਾਲਜਾਂ 'ਚ ਤੇ ਅਸੀਂ ਬਾਅਦ 'ਚ ਜਾ ਕੇ ਪੜ੍ਹਦੇ ਹਾਂ। ਜਦੋਂ ਅਸੀਂ ਘਰੋਂ ਜ਼ਬਾਨ ਬੋਲਦੇ ਹਾਂ, ਜ਼ਬਾਨ ਨਾਲ ਮਾਂ ਕਹਿ ਕੇ, ਹੈ ਨਾ, ਜਾਂ ਚਾਚਾ ਚਾਚਾ ਕਹਿ ਕੇ ਬੋਲਦੇ ਹਾਂ, ਉਹ ਪੰਜਾਬੀ ਫਿਰ ਸਾਡੀ ਡਿਵੈਲਪ ਹੋ ਕੇ ਫਿਕਰੇ ਬਣਦੇ ਆ। ਜਿਹਨੂੰ ਅਸੀਂ ਸੈਂਟੈਂਸ ਕਹਿੰਦੇ, ਉਹਨੂੰ ਫਿਕਰਾਂ ਆਉਂਦੇ ਆ, ਜਿਹਨੂੰ ਵਾਕ ਕਹਿੰਦੇ ਆ ਬੋਲਣ ਦਾ, ਉਹ ਹੁੰਦਾ। ਉਹਦੇ ਵਿੱਚ ਅਸੀਂ ਫਿਰ ਬੋਲ ਕੇ ਅਸੀਂ ਵੱਡੇ ਹੁੰਦੇ ਹਾਂ। ਵੱਡੇ ਹੋ ਕੇ ਫਿਰ ਅਸੀਂ ਜ਼ਿਆਦਾ ਬੋਲਦੇ ਹਾਂ। ਇੱਕ ਫਿਲਾਸਫਰ ਨੇ ਕਿਹਾ ਹੁੰਦਾ, ਤੁਸੀਂ ਆਪਣੀ ਭਾਸ਼ਾ 'ਚ ਜੇ ਤੁਸੀਂ ਪੜ੍ਹਦੇ ਜੇ ਅਤੇ ਤੁਸੀਂ ਸਿੱਖਦੇ ਜੇ ਆਪਣੀ ਮਦਰ ਟੰਗ ਦੇ ਵਿੱਚ, ਅਤੇ ਉਹਦੀ ਬੋਲਣ ਦੇ ਵਿੱਚ ਤੁਹਾਨੂੰ ਕੋਈ ਤਕਲੀਫ ਨਹੀਂ ਆਊਗੀ। ਦੂਜੀ ਭਾਸ਼ਾ ਦੇ ਤੁਸੀਂ ਜੇ ਅੰਗਰੇਜ਼ੀ ਦੀਆਂ 3 MA ਕਰ ਲਓਗੇ ਤਾਂ ਤੁਹਾਨੂੰ ਅੰਗਰੇਜ਼ੀ ਉਹ ਨਹੀਂ ਬੋਲਣੀ ਜਾਣੀ ਜੋ ਅੰਗਰੇਜ਼ ਬੋਲਦੇ ਨੇ। ਉਹ ਅੰਗਰੇਜ਼ ਤਾਂ ਬਗੈਰ ਪੜ੍ਹੇ ਵੀ ਬੋਲੀ ਜਾਂਦੇ ਆ, ਤਾਂ ਅਸੀਂ 4 MA ਕਰਕੇ ਵੀ ਨਹੀਂ ਬੋਲਾਂਗੇ, ਪਰ ਅਸੀਂ ਅਨਪੜ੍ਹ ਹੋ ਕੇ ਪੰਜਾਬੀ ਐਸੀ ਲੱਛੇਦਾਰ, ਐਸੀ ਜਿਹੜੀ ਆ ਪ੍ਰਭਾਵਸ਼ਾਲੀ ਬੋਲਾਂਗੇ, ਕਿਉਂਕਿ ਸਾਡੀ ਮਾਂ ਨੇ ਦਿੱਤੀ ਸਾਨੂੰ, ਜੰਮਦਿਆਂ ਸਾਨੂੰ ਦੱਸਿਆ ਹੈਗਾ। ਨਾਲੇ ਦੁੱਧ ਪੀਤਾ ਮਾਂ ਕੋ, ਨਾਲੇ ਭਾਸ਼ਾ ਸਿੱਖੀ ਮਾਂ ਦੀ, ਨਾਲੇ ਅਸੀਂ ਬੋਲੇ ਆਂਢੀਆਂ ਗੁਆਂਢੀਆਂ ਨਾਲ, ਫਿਰ ਅਸੀਂ ਲੋਕਾਂ ਨਾਲ ਗੱਲਾਂ ਕੀਤੀਆਂ, ਫਿਰ ਅਸੀਂ ਲੋਕਾਂ ਨੂੰ ਆਪਣੀ ਗੱਲ ਵਕੜੀ ਵਿੱਚ ਸਮੇਟ ਕੇ ਉਹਨਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੰਜਾਬੀ ਸਿਖਾਈ। ਜੋ ਪੁਸਤਕ ਹੈ ਨਾ ਮੇਰਾ ਦਾਗਿਸਤਾਨ, ਜੀ ਉਹਦੇ ਵਿੱਚ ਇੱਕ ਸਿਚੁਏਸ਼ਨ ਹੈ ਕਿ ਇੱਕ ਬੰਦਾ ਮਰ ਰਿਹਾ, ਰੇਗਿਸਤਾਨ 'ਚ ਇਕੱਲਾ ਹੀ ਪਿਆ ਹੋਇਆ। ਕਹਿੰਦਾ ਕੋਈ ਉੱਥੋਂ ਰਾਹਗੀਰ ਲੰਘਿਆ, ਉਹਨੇ ਆਵਾਜ਼ ਮਾਰ ਕੇ ਕਿਹਾ ਕਿ ਮੇਰੇ ਆਖਰੀ ਸਾਹ ਚੱਲਦੇ ਪਏ ਨੇ, ਤੂੰ ਕਿੱਥੋਂ ਦਾ ਹੈ? ਕਹਿੰਦਾ ਉਹਨੇ ਜਦੋਂ ਦੱਸਿਆ ਤੇ ਉਹ ਉਸੇ ਥਾਂ ਦਾ ਜਿੱਥੋਂ ਦਾ ਇਹ ਮਰਦਾ ਪਿਆ ਬੰਦਾ, ਉਸ ਥਾਂ ਦਾ। ਕਹਿੰਦਾ ਤਾਂ ਬਹੁਤ ਵਧੀਆ ਗੱਲ ਹੋ ਗਈ, ਤੂੰ ਮੇਰਾ ਗਰਾਈ ਹੈ। ਕੋਈ ਆਪਣੀ ਭਾਸ਼ਾ ਜਿਹੜੀ ਆਪਣੇ ਪਿੰਡ ਦੀ ਭਾਸ਼ਾ ਨਾ, ਉਹ 'ਚ ਕੋਈ ਗੱਲ ਸੁਣਾ ਦੇ, ਕੋਈ ਕਵਿਤਾ ਸੁਣਾ ਦੇ, ਮੇਰੇ ਆਖਰੀ ਸਾਹ ਸੌਖੇ ਹੋ ਜਾਣਗੇ। ਮਤਲਬ ਇੰਨਾ ਲਗਾਵ ਹੈ ਉਹਨਾਂ ਨੂੰ ਆਪਣੀ ਮਾਂ ਬੋਲੀ ਨਾਲ। ਇਹ ਰਸੂਲ ਹਮਜ਼ਾ ਤੋਂ ਲਿਖੀ ਹੈ ਬਹੁਤ ਪਿਆਰੀ ਕਿਤਾਬ ਹੈ ਮੇਰਾ ਦਾਗਿਸਤਾਨ। ਉਹਦੇ ਵਿੱਚ ਉਹਨਾਂ ਲਿਆ ਕੇ ਆਂਦਾ ਜੇ ਕਿਸੇ ਨੂੰ ਗਾਲ ਦੇਣੀ ਹੋਵੇ ਨਾ, ਤੇ ਉਹਨੂੰ ਗਾਲ ਨਹੀਂ ਦਿੱਤੀ ਜਾਂਦੀ। ਆਂਦਾ ਜਾ ਤੈਨੂੰ ਆਪਣੀ ਤੇਰੀ ਮਾਤ ਭਾਸ਼ਾ ਭੁੱਲ ਜੇ, ਤੇਰੀ ਮਦਰ ਟੰਗ ਤੈਨੂੰ ਯਾਦ ਨਾ ਆਵੇ, ਇਹ ਸਭ ਤੋਂ ਵੱਡੀ ਗਾਲ ਹੈ ਕਿ ਤੁਹਾਨੂੰ ਭੁੱਲ ਜੀ ਮਾਤਾ ਆਪਣਾ ਮਦਰ ਟੰਗ ਭੁੱਲ ਗਈ, ਤੁਹਾਡੀ ਭਾਸ਼ਾ ਭੁੱਲ ਗਈ ਤੇ ਖਤਮ ਬੰਦਾ। ਆਂਦੇ ਉਦੋਂ ਬਾਅਦ ਤਾਂ ਤੁਹਾਡਾ ਕਮਿਊਨੀਕੇਸ਼ਨ ਨਹੀਂ ਰਹਿਣਾ, ਕਮਿਊਨੀਕੇਸ਼ਨ ਘੱਟ ਜਾਏਗਾ ਨਾ। ਉਹਦੇ 'ਚ ਇੱਕ ਹੋਰ ਸਿਚੁਏਸ਼ਨ ਵੀ ਹੈ। ਇੱਕ ਮਾਂ ਨੇ ਇੱਕ ਮੁੰਡੇ ਨੂੰ ਪੁੱਛਿਆ, ਉਹ ਮੁੰਡਾ ਸ਼ਹਿਰ ਗਿਆ ਸੀ ਪਿੰਡੋਂ, ਜਦੋਂ ਵਾਪਸ ਆਇਆ ਕਹਿੰਦੀ, ਕਿਉਂਕਿ ਉਹਦਾ ਮਾਂ ਦਾ ਆਪਣਾ ਮੁੰਡਾ ਵੀ ਸ਼ਹਿਰ ਗਿਆ ਹੋਇਆ, ਕਹਿੰਦੀ ਮਿਲਿਆ ਸੀ ਭਰਾ ਨੂੰ ਤੂੰ? ਕਹਿੰਦੇ ਹਾਂਜੀ ਮਿਲ ਕੇ ਆਇਆ, ਤੁਹਾਡੇ ਵਾਸਤੇ ਪਿਆਰ ਭੇਜਿਆ, ਆ ਤੋਹਫੇ ਭੇਜੇ ਨੇ। ਕਹਿੰਦੀ ਅੱਛਾ ਮੈਨੂੰ ਇੱਕ ਗੱਲ ਦੱਸ, ਤੋਹਫੇ ਤਾਂ ਮੈਂ ਬਾਅਦ 'ਚ ਲਊਂਗੀ, ਪਿਆਰ ਵੀ ਬਾਅਦ 'ਚ ਲਊਂਗੀ। ਉਹ ਜਦੋਂ ਤੇਰੇ ਨਾਲ ਉਹਨੇ ਗੱਲ ਕੀਤੀ ਸੀ, ਉਹ ਕਿਹੜੀ ਜ਼ੁਬਾਨ 'ਚ ਕੀਤੀ ਸੀ? ਕਹਿੰਦੀ ਉਹ ਸ਼ਹਿਰ ਦੀ ਜ਼ੁਬਾਨ 'ਚ। ਕਹਿੰਦੇ ਜਿਹੜੀ ਆਪਣੇ ਪਿੰਡ ਦੀ ਜ਼ੁਬਾਨ ਹੈ, ਮਾਤ ਭਾਸ਼ਾ, ਉਹਦੇ 'ਚ ਨਹੀਂ ਕੀਤੀ? ਕਹਿੰਦੇ ਨਹੀਂ। ਕਹਿੰਦਾ ਫਿਰ ਤੋਹਫੇ ਜਿਹਨੂੰ ਦੇਣੇ ਦੇ ਦੇ, ਮੈਂ ਤਾਂ ਨਹੀਂ ਲੈਣੇ। ਉਹ ਪਿਆਰ ਵੀ ਮੋੜ ਆਈ ਜਦੋਂ ਜਾਏਗਾ, ਕਿ ਤੂੰ ਮੇਰਾ ਪੁੱਤ ਨਹੀਂ ਤੇ ਮੈਂ ਤੇਰੀ ਮਾਂ। ਸਹੀ ਗੱਲ। ਸੋ ਇਦਾਂ ਦੀਆਂ ਸਿਚੁਏਸ਼ਨਸ, ਇਦਾਂ ਦੀਆਂ ਕਹਾਣੀਆਂ ਮਿਲਦੀਆਂ ਨੇ। ਜਦੋਂ ਤੁਸੀਂ ਗੱਲ ਕਰਦੇ ਕਿਸੇ ਨਾਲ ਨਾ, ਤੁਹਾਡੇ ਐਕਸਪ੍ਰੈਸ਼ਨ ਫੇਸ ਦੇ ਉਹ ਵੀ ਬਦਲਣਗੇ, ਤੁਹਾਡਾ ਅਹਿਸਾਸ ਅੰਦਰਲੇ ਉਹ ਵੀ ਬਦਲਣਗੇ। ਫਿਰ ਤੁਹਾਨੂੰ ਜੋ ਅਹਿਸਾਸ ਮਿਠਾਸ ਸ਼ਬਦਾਂ ਦੇ ਨਾਲ ਮਿਲੇਗੀ, ਉਹ ਤਾਂ ਫਿਰ ਤੁਹਾਨੂੰ ਐਕਸਪ੍ਰੈਸ ਕਰਨਾ ਵੀ ਔਖਾ ਹੋਊਗਾ। ਤਾਂ ਕਹਿੰਦੇ ਵੀ ਗੁੰਗੇ ਦੀਆਂ ਰਮਜਾਂ ਗੁੰਗੇ ਦੀ ਮਾਂ ਹੀ ਜਾਣਦੀ, ਉਹੀ ਜਾਣਦੀ। ਸਹੀ ਗੱਲ ਹੈ। ਸੋ ਮਾਂ ਭਾਸ਼ਾ, ਜੋ ਵੀ ਤੁਹਾਡੀ ਮਾਂ ਬੋਲੀ ਹੈ, ਮਾਤ ਭਾਸ਼ਾ ਹੈ, ਜੋ ਮਾਂ ਕੋਲੋਂ ਸਿੱਖੀ ਹੈ, ਉਹਦੀ ਕਦਰ ਜ਼ਰੂਰ ਕਰੋ। ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਬੋਲੋ, ਸਾਰੀਆਂ ਭਾਸ਼ਾਵਾਂ ਸਿੱਖੋ, ਪਰ ਆਪਣੀ ਮਾਂ ਬੋਲੀ ਮਾਤ ਭਾਸ਼ਾ ਵੱਲ ਕਦੇ ਵੀ ਪਿੱਠ ਨਹੀਂ ਕਰਨੀ। ਦਿਨ ਮਨਾਇਆ ਜਾ ਰਿਹਾ, ਔਰ ਪੰਜਾਬ ਸਰਕਾਰ ਨੇ ਤਾਂ ਕਹਿ ਦਿੱਤਾ ਕਿ ਅਸੀਂ ਇੱਥੇ ਪੂਰੇ ਦਾ ਪੂਰਾ ਜ਼ੋਰ ਲਾਵਾਂਗੇ। ਔਰ ਮੰਤਰੀ ਸਾਹਿਬਾਨ ਨੂੰ ਵੀ ਉਹਨਾਂ ਨੇ ਹਦਾਇਤਾਂ ਕਰ ਦਿੱਤੀਆਂ ਕਿ ਸਕੂਲਾਂ ਕਾਲਜਾਂ 'ਚ ਘੁੰਮੋ ਔਰ ਬੱਚਿਆਂ ਨੂੰ ਵੀ ਦੱਸੋ, ਲੋਕ ਉਹਨਾਂ ਦੇ ਜਿਹੜੇ ਹਦਾਇਤਕਾਰ ਨੇ, ਮਾਸਟਰ ਨੇ ਜਾਂ ਪ੍ਰੋਫੈਸਰ ਨੇ, ਉਹਨਾਂ ਨੂੰ ਦੱਸੋ ਕਿ ਅੱਗੇ ਤੋਂ ਆਉਣ ਵਾਲੇ ਸਮੇਂ 'ਚ ਜਿਹੜੀ ਭਾਸ਼ਾ ਵਾ ਉਹਨੂੰ ਕਿਵੇਂ ਪ੍ਰਫੁੱਲਤ ਕਰਨਾ ਔਰ ਬੱਚਿਆਂ ਨੂੰ ਕਿਸ ਤਰ੍ਹਾਂ ਜੋੜਨਾ ਇਹਦੇ ਨਾਲ। ਬਿਲਕੁਲ ਜੀ, ਕਿੱਦਾਂ ਜੋੜਨਾ ਹੈ। ਤੇ ਅੱਗੋਂ ਜੋੜਨ ਦੀ ਗੱਲ ਆਪਾਂ ਇੱਕ ਹੋਰ ਲੈਂਦੇ ਹਾਂ ਕਿ ਰਾਹੁਲ ਗਾਂਧੀ ਕਹਿੰਦੇ ਨੇ ਕਿ ਜੋ ਜੰਮੂ ਕਸ਼ਮੀਰ ਹੈ ਉਹਨੂੰ ਹੁਣ ਲੋਕਤੰਤਰ ਨਾਲ ਜੋੜਿਆ ਜਾਵੇ, ਇਲੈਕਸ਼ਨਸ ਕਰਵਾਈਆਂ ਜਾਣ, ਕਿਉਂਕਿ ਧਾਰਾ 370 ਹਟਾਉਣ ਤੋਂ ਬਾਅਦ ਉੱਥੇ ਯੂਟੀ ਬਣਾ ਦਿੱਤਾ, ਉਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਜੰਮੂ ਕਸ਼ਮੀਰ ਨੂੰ, ਔਰ ਉਹਦੇ ਹਿੱਸੇ ਵੀ ਬਣਾ ਦਿੱਤੇ ਨੇ। ਸੋ ਰਾਹੁਲ ਗਾਂਧੀ ਕਹਿੰਦੇ ਨੇ ਕਿ ਜੰਮੂ ਕਸ਼ਮੀਰ ਵਿੱਚ ਲੋਕਤੰਤਰ ਪ੍ਰਣਾਲੀ ਦੀ ਅਣਹੋਂਦ ਕਾਰਨ ਉੱਥੇ ਪਿਛੜਾਪਣ ਆ ਗਿਆ, ਪਿਛੜ ਗਏ ਨੇ ਉਹ ਇਲਾਕੇ, ਤੇ ਜੋੜਿਆ ਜਾਵੇ ਉਹਨੂੰ ਲੋਕਤੰਤਰ ਨਾਲ, ਇਲੈਕਸ਼ਨਸ ਕਰਵਾਈਆਂ ਜਾਣ। ਆਹੋ, ਇਹ ਵੈਸੇ ਜਦੋਂ ਭਾਰਤ ਜੋੜੋ ਯਾਤਰਾ ਇਹਨਾਂ ਸ਼ੁਰੂ ਕੀਤੀ ਸੀ, ਔਰ ਉੱਥੋਂ ਕਸ਼ਮੀਰ ਤੋਂ ਸ਼ੁਰੂ ਕੀਤੀ, ਉੱਥੇ ਜਾ ਕੇ ਸਮਾਪਤ ਕੀਤੀ ਉਹਨਾਂ ਨੇ। ਔਰ ਉਹਦੇ ਵਿੱਚ ਇਹਨਾਂ ਨੇ ਖਾਸ ਤੌਰ 'ਤੇ ਹਰ ਇੱਕ ਬੰਦੇ ਨੂੰ ਮਿਲੇ ਆ, ਔਰ ਉਹਦੇ ਵਿੱਚ ਇਹਨਾਂ ਨੇ ਲਾਲ ਚੌਕ 'ਚ ਝੰਡਾ ਵੀ ਲਹਿਰਾਇਆ, ਔਰ ਉਹਦੇ ਵਿੱਚ ਜਾ ਕੇ ਲੋਕਾਂ ਨੂੰ ਇਕੱਠੇ ਵੀ ਕੀਤਾ। ਸਿਕਿਉਰਿਟੀ ਵੀ ਉਹਨਾਂ ਨੇ ਦਿੱਤੀ ਇਹਨਾਂ ਨੂੰ, ਪਰ ਸਿਕਿਉਰਿਟੀ ਤੋਂ ਬਗੈਰ ਵੀ ਇਹਨਾਂ ਨੇ ਸਾਰੇ ਆਸੇ-ਪਾਸੇ ਘੁੰਮਿਆ, ਔਰ ਉਹਦੇ ਵਿੱਚ ਰੌਲਾ ਵੀ ਪਿਆ, ਗੋਲੀ ਵੀ ਚੱਲੀ ਇਹਨਾਂ ਦੇ, ਔਰ ਉਹਦੇ ਨਾਲ ਕਈ ਵਾਰੀ ਕਈ ਜਗ੍ਹਾ 'ਤੇ ਇਹਨਾਂ ਨੂੰ ਨੁਕਸਾਨ ਉਠਾਉਣਾ ਵੀ ਪਿਆ।
ਪਰ ਐਤਕੀ ਜਿਹੜੀ ਇਹਨਾਂ ਨੇ ਆਹ ਗੱਲ ਕੀਤੀ, ਇਹਨਾਂ ਨੇ ਕਿਹਾ ਕਿ ਇਹਦੇ ਵਿੱਚ ਲੋਕਤੰਤਰ ਨੂੰ ਤਾਂ ਖਤਰਾ ਜਿਹੜਾ ਹੈਗਾ, ਬਸ ਦੂਜੇ ਪਾਸੇ ਜਿਹੜਾ ਉਹਦੇ ਵਿੱਚ ਲੋਕਾਂ ਨੂੰ ਇਹਦੀ ਘਾਟ ਮਹਿਸੂਸ ਹੁੰਦੀ ਆ, ਉਹਦੇ ਨਾਲ ਲੋਕਾਂ ਨੇ ਖੁੱਲ੍ਹ ਕੇ ਕੰਮ ਨਹੀਂ ਕੀਤਾ। ਜੇ ਕਹਿ ਲਓ ਤਾਂ ਇਹਦਾ ਦੂਜੇ ਸ਼ਬਦਾਂ 'ਚ ਮੈਂ ਇਹਨੂੰ ਤਾਨਾਸ਼ਾਹ ਕਹੂੰਗਾ ਕਿ ਇਹਦੇ 'ਚ ਡਿਕਟੇਟਰਸ਼ਿਪ ਆ ਗਈ ਦੁਬਾਰਾ। ਔਰ ਇਹਦੇ ਵਿੱਚ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਆਂਦੇ ਇਹਨਾਂ ਨੇ ਵਿਧਾਨ ਸਭਾ ਦੀ ਚੋਣਾਂ ਤਾਂ ਆਉਣਗੀਆਂ ਨਹੀਂ, ਕਿਉਂਕਿ ਯੂਟੀ ਆ, ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਤੇ 2 ਵੰਡ ਦਿੱਤੇ 2 'ਚ ਉਹਨਾਂ ਨੇ। ਔਰ ਉਹਨਾਂ ਦੇ ਵਿੱਚ ਸਿੱਧਾ ਕੰਟਰੋਲ ਕਿਹਦਾ ਹੈਗਾ? ਸੈਂਟਰ ਦਾ। ਉਹ 'ਚ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਨਹੀਂ ਬਣੂਗਾ ਕੋਈ ਵੀ। ਔਰ ਉਹਦੇ 'ਚ ਅੱਗੇ ਤਾਂ ਉੱਥੋਂ ਦੀ ਨੈਸ਼ਨਲ ਕਾਂਗਰਸ ਵੀ ਸੀ, ਹੈਗੀ ਸੀ ਫਾਰੂਕ ਅਬਦੁੱਲਾ ਜੀ ਉਹਦੇ ਵਿੱਚ ਸੀ, ਉਹਨਾਂ ਦਾ ਬੇਟਾ ਵੀ ਰਿਹਾ। ਔਰ ਉਦੋਂ ਬਾਅਦ ਪਹਿਲੋਂ ਜਿੰਨੀਆਂ ਉੱਥੇ ਪਾਰਟੀਆਂ ਉਹਨਾਂ ਦਾ ਮਲੀਆਮੇਟ ਕਰਤਾ ਇਹਨਾਂ ਨੇ, ਕੋਈ ਪਾਰਟੀ ਜਿਹੜੀ ਆ ਹੁਣ ਅੱਗੇ ਨਹੀਂ ਆ ਸਕਦੀ। ਇਸ ਕਰਕੇ ਨਹੀਂ ਆਊਗੀ ਕਿ ਲੋਕਤੰਤਰ ਤਾਂ ਤਦ ਹੈ ਜੇ ਵੋਟਾਂ ਲੋਕਾਂ ਨੂੰ ਪਾਉਣੀਆਂ ਪੈਣਗੀਆਂ। ਉਹ ਹੁਣ ਵਿਧਾਨ ਸਭਾ ਦੀ ਚੋਣਾਂ ਅਜੇ ਉਸ ਤਰੀਕੇ ਨਾਲ ਨਹੀਂ ਹੋਣਗੀਆਂ ਜਿੱਦਾਂ ਪਹਿਲਾਂ ਹੁੰਦੀਆਂ ਸੀਗੀਆਂ। ਨੰਬਰ 3 'ਤੇ ਆ ਜਾਂਦੀ ਹੈ 370 ਆਰਟੀਕਲ ਜਿਹੜਾ ਸੀਗਾ, ਉਹਨਾਂ ਨੇ ਅਬੋਲਿਸ਼ ਕਰਕੇ ਉਹਨੂੰ ਨਵਾਂ ਤਰੀਕਾ ਦੇ ਦਿੱਤਾ। ਉਹਦਾ ਕਰਕੇ ਵੀ ਲੋਕ ਜਿਹੜੇ ਹੈਗੇ ਹੁਣ, ਉਹ ਇਹਨਾਂ ਨੇ ਕਿਹਾ ਸੀਗਾ ਪਹਿਲਾਂ ਕਿ ਜੇ 370 ਹਟਾਇਆ ਜਾਊਗਾ ਤੇ ਲੋਕ ਇੰਡੀਪੈਂਡੈਂਟ ਇੱਥੇ ਆ ਸਕਦੇ ਆ, ਜਗ੍ਹਾ ਖਰੀਦ ਸਕਦੇ ਆ, ਔਰ ਪਾਰਕ ਕੇਂਦਰ ਬਣ ਸਕਦਾ ਇਹਦੇ ਵਿੱਚ, ਕਿਉਂਕਿ ਟੂਰਿਸਟ ਤਾਂ ਅੱਗੇ ਵੀ ਬਹੁਤ ਆਉਂਦੇ ਸੀ ਉੱਥੇ। ਔਰ ਸਾਰਾ ਕਸ਼ਮੀਰ ਭਰਿਆ ਰਹਿੰਦਾ ਸੀਗਾ, ਉਹਦੀ ਬਹਾਰ ਦੇਖਣ ਲਈ, ਉੱਥੋਂ ਦੇ ਫੁੱਲ ਵੇਖਣ ਲਈ, ਅਖਰੋਟ ਖਾਣ ਲਈ ਲੋਕ ਜਾਂਦੇ ਸੀ, ਸੇਬ ਖਾਣ ਲਈ ਜਾਂਦੇ ਸੀ, ਫੁੱਲ ਬਗੀਚੇ ਵੇਖਣ ਜਾਂਦੇ ਸੀ। ਉਹ ਵੀ ਲੋਕ ਜਾਣੋਂ ਘੱਟ ਗਏ। ਔਰ ਇਸ ਕਰਕੇ ਇਹ ਇਹਨਾਂ ਨੇ ਜਿਹੜੀ ਗੱਲ ਕਹੀ ਹੈ, ਗੱਲ ਤਾਂ ਵੈਸੇ ਇਹਨਾਂ ਦੀ ਕੁਛ ਹੱਦ ਤੱਕ ਕਾਫੀ ਠੀਕ ਆ ਕਿ ਜਦੋਂ ਹਿੰਦੁਸਤਾਨ ਦਾ ਹਿੱਸਾ ਹੈਗਾ ਹੈ ਨਾ ਕਸ਼ਮੀਰ, ਸ਼੍ਰੀਨਗਰ, ਔਰ ਲੋਕ ਵੇਖਣ ਜਾਂਦੇ ਸਾਰਾ ਕੁਝ, ਹੁਣ ਉਹਨੂੰ ਕੇਂਦਰ ਨਾਲ ਜੋੜ ਦਿੱਤਾ ਔਰ ਸਟੇਟ ਨਾਲ ਰਿਹਾ ਨਹੀਂਗਾ। ਪਹਿਲਾਂ ਇਹਦਾ ਰੌਲਾ ਇਹ ਵੀ ਪੈ ਗਿਆ ਸੀ ਕਿ ਪਲੈਬੀਸਾਈਟ ਕਰਵਾ ਕੇ ਦੇਖ ਲਈਏ ਕਿ ਪਾਕਿਸਤਾਨ ਨਾਲ ਰਹਿੰਦਾ ਜਾਂ ਕਿਹਦੇ ਨਾਲ ਰਹਿੰਦਾ। ਵਿਸ਼ੇਸ਼ ਅਧਿਕਾਰ ਦੇ ਦਿੱਤੇ ਸੀ ਉਹਨਾਂ ਨੂੰ। ਚੌਲ ਉੱਥੇ ਬਹੁਤ ਸਸਤੇ ਸੀ, ਖੰਡ ਉੱਥੇ ਬਹੁਤ ਸਸਤੀ ਸੀ, ਆਟਾ ਬਹੁਤ ਸਸਤਾ ਸੀਗਾ, ਨੌਕਰੀਆਂ ਉਹਨਾਂ ਨੂੰ ਤਰਜੀਹ ਦਿੰਦੇ ਸੀ, ਸਾਰਾ ਕੁਝ ਉਹ ਵੀ ਸਾਰਾ ਕੁਝ ਮਲੀਆਮੇਟ ਹੋ ਗਿਆ। 1990 'ਚ ਉੱਥੇ ਇੰਨਾ ਰੌਲਾ ਪੈ ਗਿਆ ਸੀ ਕਿ ਬਹੁਤ ਹਿੰਦੂ ਸ਼ਿਫਟ ਕਰਕੇ ਇੱਧਰ ਆ ਗਏ ਸੀ। ਮੁਸਲਮਾਨ ਡੋਮੀਨੇਟਿੰਗ ਏਰੀਆ ਹੈਗਾ, ਉਹਨਾਂ ਦਾ ਆਪਸੀ ਵੀ ਗੁੱਤਮ-ਗੁੱਤਾ ਹੁੰਦਾ। ਔਰ ਇਹ ਮੇਰਾ ਖਿਆਲ ਉੱਥੇ ਸ਼ਾਂਤੀ ਲਿਆਉਣੀ, ਬਰਕਰਾਰ ਰੱਖਣੀ ਬੜੀ ਦੂਰ ਦੀ ਗੱਲ। ਹਾਂ, ਦੇਖੋ ਦੂਰ ਦੀ ਗੱਲ ਤਾਂ ਹੈ, ਪਰ ਜਮਹੂਰੀਅਤ ਹੈ, ਕਦੋਂ ਤੱਕ ਆਪਾਂ ਉਹਨਾਂ ਨੂੰ ਬਿਨਾਂ ਇਲੈਕਸ਼ਨਸ ਤੋਂ ਰੱਖ ਸਕਦੇ ਹਾਂ? ਕਦੋਂ ਤੱਕ ਯੂਟੀ ਰਹੇਗੀ? ਕਿਉਂਕਿ ਚੰਡੀਗੜ੍ਹ ਵੀ ਯੂਟੀ ਹੈ, ਉੱਥੇ ਵੀ ਇਲੈਕਸ਼ਨਸ ਹੁੰਦੀਆਂ ਨੇ। ਪਰ ਇੱਥੇ ਠੀਕ ਹੈ, ਕੁਝ ਹਾਲਾਤ ਇੱਦਾਂ ਦੇ ਸੀ ਔਰ ਅੱਤਵਾਦ ਦਾ ਵੀ ਕਾਫੀ ਜ਼ੋਰ ਰਿਹਾ ਹੈ, ਇਸ ਕਰਕੇ ਸ਼ਾਇਦ ਹੋ ਸਕਦਾ ਕਿ ਇਹ ਥੋੜਾ ਚੁਣੌਤੀਪੂਰਨ ਹੋਵੇ ਇਹਨੂੰ ਸੰਭਾਲਣਾ, ਇਹਨੂੰ ਬਿਲਕੁਲ ਟਰੈਕ ਤੇ ਲੈ ਕੇ ਆਣਾ। ਪਰ ਜਾਣਾ ਤਾਂ ਉਸ ਪਾਸੇ ਹੀ ਪਏਗਾ। ਔਰ ਕਿਤੇ ਨਾ ਕਿਤੇ ਬਿਜ਼ਨਸ ਦਾ ਵੀ ਇੱਥੇ ਹੈ ਨਾ ਕਿ ਜਿਹੜੇ ਉੱਥੋਂ ਦੇ ਲੋਕਲ ਫਰੂਟ ਨੇ ਔਰ ਲੋਕਲ ਜਿਹੜੀਆਂ ਪ੍ਰੋਡਕਸ਼ਨਸ ਹੁੰਦੀਆਂ ਨੇ, ਉਹਦੇ ਉੱਤੇ ਵੀ ਵੱਡੇ ਵੱਡੇ ਕਾਰਪੋਰੇਟਸ ਦਾ ਗਲਬਾ ਹੁੰਦਾ ਪਿਆ। ਉਹ ਉਸ ਚੀਜ਼ ਦੇ ਖਿਲਾਫ ਵੀ ਕਈ ਵਾਰ ਧਰਨੇ ਮੋਰਚੇ ਚੱਲਦੇ ਨੇ। ਸੋ ਇਹ ਸਭ ਮਿਕਸ ਜਿਹਾ ਕੰਮ ਚੱਲਦਾ ਪਿਆ। ਟਰਾਂਸਪੇਰੈਂਸੀ ਨਹੀਂ ਹੈਗੀ ਕਿ ਪਾਰਦਰਸ਼ਤਾ ਨਹੀਂ ਕਿ ਸਾਨੂੰ ਬਿਲਕੁਲ ਪਤਾ ਲੱਗੇ ਕਿ ਉੱਥੇ ਹੁੰਦਾ ਕੀ ਪਿਆ। ਇਹ ਹੁਣ ਤੱਕ ਨਹੀਂ, ਆਜ਼ਾਦੀ ਤੋਂ ਲੈ ਕੇ ਟਿਲ ਡੇਟ ਉੱਥੇ ਰਿਹਾ ਇੱਦਾਂ ਦਾ ਮਸਲਾ, ਕੋਈ ਉਹਨੂੰ ਤਰੀਕੇ ਨਾਲ ਸੋਲਵ ਨਹੀਂ ਹੋ ਸਕਿਆ। ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਨੇ ਇਹਨੂੰ ਲਟਕਦਾ ਹੀ ਰੱਖਿਆ ਹਰ ਪਾਸੇ। ਔਰ ਲੋਕ ਜਿਹੜੇ ਉੱਥੇ ਰਹਿੰਦੇ ਵਿਚਾਰੇ ਤਰੀਕੇ ਨਾਲ ਰਹੇ ਨਹੀਂ, ਚੱਜ ਨਾਲ ਰਹੇ ਨਹੀਂ, ਕਿਉਂਕਿ ਉੱਥੋਂ ਦੀ ਜ਼ਮੀਨ ਬੜੀ ਅੱਛੀ ਹੈ ਔਰ ਉੱਥੇ ਹਰ ਚੀਜ਼ ਉੱਗਦੀ ਹੈ ਔਰ ਉਹ ਚੀਜ਼ ਮਹਿੰਗੀ ਤੋਂ ਮਹਿੰਗੀ ਹੈ। ਔਰ ਉਹ ਹੁਣ ਉਹ ਵਿਚਾਰੇ, ਪਰ ਉਹ ਰਹੇ ਲੋਕ ਗਰੀਬ ਦੇ ਗਰੀਬ ਹੀ। ਉਹ ਕਿਤੇ ਦੇ ਇਸ ਪਾਸੇ ਨਹੀਂ ਜਾ ਕੇ ਵੀ ਖੁਸ਼ਹਾਲੀ ਵੱਲ ਆ ਜਾਣ ਜਾਂ ਕਿਤੇ ਨਾ ਕਿਤੇ ਅੱਛੇ ਅਪਰ ਸਟੇਜ 'ਤੇ ਪਹੁੰਚ ਜਾਣ, ਨਹੀਂ ਪਹੁੰਚ ਸਕੇ ਕਿਤੇ ਵੀ। ਇਹ ਪ੍ਰੋਬਲਮ ਰਹੀ ਆ। ਉਹਨਾਂ ਦਾ ਜਿਹੜਾ ਤਾਲਮੇਲ ਆ ਉਹ ਨਹੀਂ ਬੈਠਾ ਪੂਰੇ ਇੰਡੀਆ ਨਾਲ। ਉਹਦੀ ਸਮਰੱਥਾ ਬਹੁਤ ਵੱਡੀ ਹੈ, ਉਹਨੂੰ ਕਿਸੇ ਸਰਕਾਰ ਨੇ ਬਹੁਤਾ ਤਰੀਕੇ ਨਾਲ ਸੰਭਾਲਿਆ ਨਹੀਂ ਜਾਂ ਉਹਨੂੰ ਦੇਖਿਆ ਨਹੀਂ। ਇਹੀ ਪ੍ਰੋਬਲਮ ਜਿਹੜੀ ਆ ਉਹਨਾਂ ਤੱਕ ਅਜੇ ਵੀ ਉਹ ਆਲੇ ਦੁਆਲੇ ਚੁਗਿਰਦੇ 'ਚ ਘੁੰਮ ਰਹੀ ਹੈ। ਹਾਂ, ਬਿਲਕੁਲ ਘੁੰਮ ਰਹੀ ਹੈ, ਪਰ ਸਭ ਕੁਝ ਸਹੀ ਹੋਵੇ ਤਾਂ ਹੀ ਠੀਕ ਹੈ। ਕਿਉਂਕਿ ਕਹਿੰਦੇ ਨੇ ਨਾ, ਜੇ ਧਰਤੀ ਤੇ ਕਿਤੇ ਸਵਰਗ ਹੈ ਤਾਂ ਕਸ਼ਮੀਰ ਦੇ ਵਿੱਚ ਹੈ। ਇਹ ਗੱਲ ਕਹੀ ਗਈ। ਸੋ ਇੰਨੀ ਖੂਬਸੂਰਤੀ ਨੂੰ ਜੇ ਕੋਈ ਬੱਜ ਲੱਗ ਗਈ, ਬੜਾ ਅਜੀਬ ਜਿਹਾ ਲੱਗ ਰਿਹਾ। ਚੰਗਾ ਵਰਡ ਹੈ, ਬੱਜ ਲੱਗ ਜੇ। ਬੱਜ ਮਤਲਬ ਉਹਨੂੰ ਕੋਈ ਦਾਗ ਲੱਗ ਗਿਆ, ਕੋਈ ਉਹਦੇ 'ਤੇ ਬਲੇਮ ਲੱਗ ਗਿਆ, ਕੋਈ ਉਹ ਬੱਜ ਆ, ਉਹ ਲੱਗ ਗਈ ਤਾਂ ਬਸ ਸਾਰੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਹਾਂ, ਸੋ ਚੋਣਾਂ ਦੀ ਗੱਲ ਕਰਦੇ ਹੋਏ ਆਪਾਂ ਅੱਗੇ ਵਧਦੇ ਹਾਂ। ਨਾਗਾਲੈਂਡ ਦੀਆਂ ਵਿਧਾਨ ਸਭਾ ਚੋਣਾਂ, ਵਾਹ, ਉੱਥੇ ਜੀ ਔਰਤਾਂ ਨੇ ਲਾ ਦਿੱਤੇ ਨੇ ਨਾਗੇ। ਚੰਗਾ ਕੀਤਾ ਨਾਕੇ ਲਾ ਦਿੱਤੇ ਨੇ। ਕਿਉਂ ਲਾਏ ਨੇ? ਸ਼ਰਾਬ ਨੂੰ ਲੈ ਕੇ, ਕਿ ਸ਼ਰਾਬ ਵੰਡਦੇ ਪਏ ਨੇ। ਉੱਥੇ ਵੀ ਇਹ ਮਾਰ ਹੈਗੀ, ਸ਼ਰਾਬ ਪਲਾ ਕੇ ਵੋਟਾਂ ਲੈਂਦੇ ਨੇ। ਸੋ ਨਾਗਾਲੈਂਡ ਦੇ ਵਿੱਚ ਔਰਤਾਂ ਨੇ ਨਾਕੇ ਲਗਾ ਦਿੱਤੇ ਨੇ, ਕਿਉਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼ਰਾਬ ਵੰਡਣ ਤੇ ਰੋਕ ਲਗਵਾਉਣੀ ਹੈ। ਇਸ ਕਰਕੇ ਇਹ ਚੰਗਾ ਹੈ। ਵੈਸੇ ਡਾਂਗਾ ਸੋਟੇ ਚੱਕ ਲੈਣ ਨਾ ਬੀਬੀਆਂ ਤਾਂ ਵੱਡੇ ਵੱਡੇ ਸਿੱਧੇ ਹੋ ਜਾਂਦੇ ਆ। ਹਾਂ, ਇਹ ਅਸਲ 'ਚ ਇਹ ਨਾਗਾਲੈਂਡ ਦੀ ਇਲੈਕਸ਼ਨ ਵਿਧਾਨ ਸਭਾ ਦੀ ਆ ਰਹੀ ਨੇੜੇ, ਔਰ ਉਹਦੇ ਵਿੱਚ ਪੈਸਾ ਵੀ ਚੱਲਿਆ ਤੇ ਸ਼ਰਾਬ ਵੀ ਚੱਲੀ ਹੈ। ਸ਼ਰਾਬ ਜਾ ਕੇ ਪੇਟੀਆਂ ਦੀਆਂ ਪੇਟੀਆਂ, ਟਰੱਕਾਂ ਦੇ ਟਰੱਕ ਲੋਕਾਂ ਦੇ ਘਰਾਂ ਜਾ ਰਹੇ ਸੀਗੇ। ਵੈਸੇ ਇਹ ਸਟੇਟ ਜਿਹੜਾ ਨਾ ਇਹ ਸ਼ਰਾਬ ਮੁਕਤ ਹੈਗਾ। ਇਹਦੇ ਵਿੱਚ ਮਤਲਬ ਉੱਥੇ ਨਹੀਂ ਵੇਚੀ ਜਾ ਸਕਦੀ ਜਾਂ ਕੋਈ ਉੱਥੇ ਇੱਦਾਂ ਦੇ ਠੇਕੇ ਠੁਕੇ ਨਹੀਂ ਹੈਗੇ। ਪਰ ਆਹ ਪਤਾ ਨਹੀਂ ਕਿੱਥੋਂ ਸ਼ਰਾਬ ਆ ਗਈ ਹੈ। ਪਾਰਟੀਆਂ ਲਿਆਉਂਦੀਆਂ ਜਿਨ੍ਹਾਂ ਨੇ ਇਲੈਕਸ਼ਨ ਜਿੱਤਣੀ, ਤੇ ਬੀਬੀਆਂ ਆ ਗਈਆਂ ਗੁੱਸੇ 'ਚ।
ਉਹਨਾਂ ਨੇ ਲਾਤੇ ਨਾਕੇ ਆਲੇ ਦੁਆਲੇ ਸਾਰੇ ਸਟੇਟ ਦੇ ਵਿੱਚ। ਚੰਗਾ ਕੀਤਾ। ਜਿੱਧਰ ਨੂੰ ਆਉਂਦੀਆਂ ਸੀਗੀਆਂ ਉਹਨਾਂ ਨੇ ਡਾਂਗਾ ਲਈਆਂ ਫੜ, ਤੇ ਉਹਨਾਂ ਨੇ ਕਹਤਾ ਅਸੀਂ ਮੋਰਾਂ ਸੇਕ ਦਾਂਗੇ ਜਿਹੜਾ ਇੱਧਰ ਨੂੰ ਆਊਗਾ। ਔਰ ਉਹਦੇ 'ਚ ਜਿਹੜੇ ਡਾਇਰੈਕਟਰ ਜਨਰਲ ਪੁਲਿਸ ਨੇ ਨਾਗਾਲੈਂਡ ਦੇ, ਉਹ ਬੜੇ ਖੁਸ਼ ਹੋਏ। ਉਹ ਕਹਿੰਦੇ ਆ ਜਿਹੜਾ ਹੈਗਾ ਸਾਡਾ ਭਾਰ ਹੌਲਾ ਕਰਤਾ ਬੀਬੀਆਂ ਨੇ, ਕਿਉਂਕਿ ਬੀਬੀਆਂ ਨੂੰ ਪਤਾ ਵੀ ਘਰਾਂ 'ਚ ਆ ਰਹੀ ਹੈ, ਬੀਬੀਆਂ ਨੇ ਦਾਰੂ ਫੜਨੀ ਰੱਖਣੀ ਗੀ। ਹੁਣ ਬੀਬੀਆਂ ਘਰੋਂ ਜਦੋਂ ਬੂਹਾ ਬੰਦ ਕਰਨਗੀਆਂ ਜਾਂ ਭਜਾਉਣਗੀਆਂ ਉਹਨਾਂ ਨੂੰ, ਤਾਂ ਕੋਈ ਅੰਦਰ ਨਹੀਂ ਆਊਗਾ। ਔਰ ਇਹਦੇ ਨਾਲ ਪੈਸਾ ਜਿਹੜਾ ਹੈਗਾ ਸੀਗਾ ਉਹ ਅੰਦਰ ਖਾਤੇ ਲੋਕਾਂ ਨੂੰ ਜਾਊਗਾ ਹੀ, ਕਿਉਂਕਿ ਉਹ ਕਿਹੜਾ ਅਕਾਊਂਟ ਦੇ ਨੰਬਰ ਨਾਲ ਹੀ ਟ੍ਰਾਂਸਫਰ ਹੋਣਾ, ਸਿਰਫ ਉਹਨਾਂ ਦੇ ਹੱਥ ਦਾ ਸੀ ਪੈਸਾ ਦੇਣਾ। ਹੁਣ ਉਹਦੇ ਵਿੱਚ ਤੁਸੀਂ ਪੁੱਛੋਗੇ ਦੇ ਕੌਣ ਰਿਹਾ ਹੈਗਾ? ਪਾਰਟੀਆਂ ਹੈਗੀਆਂ, ਪਾਰਟੀਆਂ ਦੇ ਨਾਲ ਜਿਹੜੇ ਕਾਰਪੋਰੇਟ ਘਰਾਣੇ ਉੱਧਰੋਂ ਆ ਰਹੀ ਹੈ। ਇਲੈਕਸ਼ਨ ਲੜਨ 'ਚ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ। ਇਹ ਦਿੰਦੇ ਕਿਸ ਤਰ੍ਹਾਂ ਦਾ? ਇਲੈਕਸ਼ਨ ਫੰਡ ਦੇ ਨਾਂ 'ਤੇ ਪੈਸਾ ਆ ਰਿਹਾ। ਹੁਣ ਉੱਥੇ ਮੁੱਖ ਮੰਤਰੀ ਜਿਹਨੇ ਬਣਾਉਣਾ ਹੋਊਗਾ, 2 ਪਾਰਟੀਆਂ ਹੀ ਬਣਾਉਂਦੀਆਂ, ਜਿਹੜੀਆਂ ਪਾਰਟੀਆਂ ਹੈਵੀ ਪਾਰਟੀਆਂ ਹੈਗੀਆਂ, ਨੈਸ਼ਨਲ ਪਾਰਟੀਆਂ, ਕਾਂਗਰਸ ਹੈਗੀ ਆ ਜਾਂ BJP ਹੈਗੀ ਆ, ਇਹਨਾਂ ਵੱਲੋਂ ਜਾਊਗਾ ਸਾਰਾ ਕੁਝ। ਇਹਨਾਂ ਨੇ ਆਪਸੀ ਜਿਹੜਾ ਉਹ ਟਕਰਾਅ ਹੈਗਾ ਦੋਵਾਂ ਦਾ। ਹੁਣ ਇਹ ਦੇਖਦੇ ਆ ਕਿ ਲੋਕ ਸ਼ਰਾਬੀ ਹੋਏ ਵੋਟਾਂ 'ਤੇ ਮੋਹਰਾਂ ਲਾ ਕੇ ਤੇ ਜਿਤਾਉਂਦੇ ਆ, ਜਾਂ ਸ਼ਰਾਬ ਬੀਬੀਆਂ ਨੇ ਤੇ ਨੁਕਤਾ ਫੜ ਲਿਆ ਕਿ ਅਸੀਂ ਅੱਗੇ ਨਹੀਂ ਵਿਕਣ ਦੇਣਾ, ਅੱਗੇ ਤੋੜ ਭੰਨ ਕਰਤੀ ਉਹਨਾਂ ਨੇ, ਨਹੀਂ ਆਉਣ ਦਿੱਤਾ ਉਹਨਾਂ ਨੂੰ ਪਿੰਡਾਂ ਦੇ ਵਿੱਚ। ਬੜੇ ਰਿਮੋਟ ਏਰੀਆ 'ਚ ਨਾਗਾਲੈਂਡ ਦਾ ਏਰੀਆ, ਜੰਗਲ ਵੀ ਹੈਗਾ ਬਹੁਤ ਜ਼ਿਆਦਾ, ਔਰ ਬੜੇ ਵਿਚਾਰੇ ਜਿਹਨੂੰ ਕਹਿ ਲਈਏ ਰਿਮੋਟ ਏਰੀਆ 'ਚ ਰਹੇ, ਘੱਟ ਐਜੂਕੇਟਡ ਲੋਕ ਹੈਗੇ ਆ, ਔਰ ਉਹਨਾਂ ਨੂੰ ਥੋੜ੍ਹਾ ਬਹੁਤ ਲਾਲਚ ਦੇ ਕੇ ਵੀ ਭਰਮਾਇਆ ਜਾ ਸਕਦਾ। ਇਹ ਸਾਰੇ ਗਰੋਹ ਵੱਡੇ ਵੱਡੇ ਜਿਹੜੇ ਗਰੁੱਪ ਬਣੇ ਆ, ਇਹ ਉਹਨਾਂ ਨੂੰ ਜਾ ਕੇ ਪੈਸਾ ਵੀ ਦਿੰਦੇ ਆ, ਔਰ ਪੈਸਾ ਦੇ ਕੇ ਲਾਲਚ ਵੀ ਦਿੰਦੇ ਆ। ਗਰੀਬ ਆਦਮੀ ਵਿਚਾਰਾ ਜਿਹੜਾ ਹੁੰਦਾ ਨਾ, ਕਈ ਵਾਰੀ ਪੈਸੇ ਦੇ ਵੱਸ 'ਚ ਆ ਕੇ ਆਪਣਾ ਸਾਰਾ ਕੁਝ ਵੇਚ ਦਿੰਦਾ, ਵੀ ਲਓ ਲਾ ਦਾਂਗੇ ਮੋਹਰ, ਲਿਆਓ ਪੈਸੇ ਕੀ ਦੇ ਰਹੇ ਜੇ, ਲਿਆਓ ਸਾਨੂੰ ਕੀ ਖਾਣ ਨੂੰ ਦੇ ਰਹੇ। ਇਹ ਚੀਜ਼ਾਂ ਜਿਹੜੀਆਂ ਗਰੀਬਾਂ ਦੇ ਵੱਸ ਤੋਂ ਬਾਹਰ ਦੀਆਂ ਗੱਲਾਂ ਨੇ। ਬਿਲਕੁਲ ਜੀ। ਔਰ ਚੰਗਾ ਹੈ ਹਰ ਥਾਂ ਦੇ ਉੱਤੇ ਜਦੋਂ ਔਰਤਾਂ ਘਰ ਨੂੰ ਵੀ ਸਾਂਭ ਸਕਦੀਆਂ ਨੇ, ਦੇਸ਼ ਨੂੰ ਵੀ ਸਾਂਭ ਸਕਦੀਆਂ ਨੇ, ਸਮਾਜ ਨੂੰ ਵੀ ਸਾਂਭ ਸਕਦੀਆਂ ਨੇ। ਔਰ ਸੋਸ਼ਲ ਜਸਟਿਸ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸਮਾਜਿਕ ਨਿਆਂ, ਉਹ ਇੱਥੇ ਆ ਗਿਆ। ਜਸਟਿਸ ਇਹੀ ਹੈ, ਡਾਂਗ ਨਾਲ ਸੋਸ਼ਲ ਜਸਟਿਸ ਮਿਲ ਜਾਏ ਤਾਂ ਠੀਕ ਹੈ। ਉਹ ਬੀਬੀਆਂ ਨੇ ਡਾਂਗ ਚੁੱਕ ਲਈ ਆ, ਵੀ ਸਿੱਧੇ ਕਰ ਦੇਣੇ ਨੇ ਸਾਰੇ ਸ਼ਰਾਬ ਵੰਡਣ ਵਾਲੇ। ਜੋ ਬੀਬੀਆਂ ਚਾਹਣ ਨਾ, ਜੋ ਕਰਨਾ ਚਾਹਣ ਤੇ ਬੀਬੀਆਂ ਸੰਭਾਲ ਸਕਦੀਆਂ। ਬੀਬੀਆਂ ਘਰ ਨੂੰ ਅਰਸ਼ਾਂ 'ਤੇ ਪਹੁੰਚਾ ਸਕਦੀਆਂ, ਬੀਬੀਆਂ ਘਰ ਨੂੰ ਤੋੜ ਭੰਨ ਵੀ ਸਕਦੀਆਂ। ਬੀਬੀਆਂ ਜੇ ਦੀਵਾਰ ਦੇ ਅੰਦਰ ਰਹੀਆਂ ਜਾਂ ਦੀਵਾਰ ਤੋਂ ਬਾਹਰ ਆਈਆਂ, ਜੋ ਇਹਨਾਂ ਨੇ ਬਣਾਤਾ, ਤੇ ਘਰ ਦਾ ਜਿਹੜਾ ਹੈਗਾ ਚਿਹਰਾ ਮੋਹਰਾ ਬਦਲ ਕੇ ਰੱਖ ਦਿੰਦੀ ਹੈ। ਬਿਲਕੁਲ, ਔਰਤ ਹੈ ਕਮਜ਼ੋਰ ਨਹੀਂ ਤੂੰ, ਸ਼ਕਤੀ ਦਾ ਨਾਮ ਹੀ ਨਾਰੀ ਹੈ। ਇਹ ਬਹੁਤ ਵਧੀਆ ਗੱਲ ਕਹੀ ਕਿਸੇ ਨੇ। ਸੋ ਅੱਗੇ ਵਧਦੇ ਆ ਜੀ। ਇਹ ਆਪਾਂ ਇਲੈਕਸ਼ਨਸ ਦੇ ਮੂਡ ਵਿੱਚ ਹੀ ਚੱਲਦੇ ਪਏ ਆ। ਅਗਲੀਆਂ ਇਲੈਕਸ਼ਨਸ ਹੁਣ 2024 ਦੀਆਂ ਆਉਣ ਵਾਲੀਆਂ ਨੇ, ਭਾਰਤ ਦੇ ਲੋਕ ਸਭਾ ਇਲੈਕਸ਼ਨ, ਤੇ BJP ਪੰਜਾਬ ਦੇ ਵਿੱਚ ਸਮਝਦੀ ਹੈ ਕਿ ਸਾਨੂੰ ਸੋਲਿਡ ਹੋਣਾ ਚਾਹੀਦਾ, ਮਜ਼ਬੂਤ ਹੋਣਾ ਚਾਹੀਦਾ। ਇਸ ਕਰਕੇ ਪੂਰੀ ਗੇਮ ਚੱਲਦੀ ਪਈ ਹੈ, BJP ਦੀ ਸਟ੍ਰੈਟਜੀਜ਼ ਚੱਲਦੀਆਂ ਪਈਆਂ ਨੇ ਕਿ ਪੰਜਾਬ ਦੇ ਵਿੱਚ ਵੱਧ ਰਿਹਾ ਭਾਜਪਾ ਦਾ ਪਰਿਵਾਰ, ਤੇ ਨੇਤਾ ਪਾਰਟੀ ਛੱਡ ਕੇ BJP ਦਾ ਪੱਲਾ ਫੜਦੇ ਪਏ ਨੇ, BJP ਦੇ ਸ਼ਾਮਿਲ ਹੁੰਦੇ ਪਏ ਨੇ। ਆਹ ਦੇਖੋ, ਰੋਜ਼ ਤੁਸੀਂ ਜੋ ਕੋਈ ਖਬਰ ਪੜ੍ਹਦੇ ਜੇ, ਅਕਾਲੀ ਦਲ ਤੋਂ BJP 'ਚ ਚਲੇ ਗਿਆ, ਜਾਂ ਕਾਂਗਰਸ ਤੋਂ BJP 'ਚ ਚਲੇ ਗਿਆ, ਹੈ ਨਾ। ਜਿੰਨੇ ਵੀ ਲੋਕ ਹੈਗੇ ਪੰਜਾਬ ਦੇ ਜਿਹੜੇ ਨੇਤਾ ਚਾਕਰ ਨੇ, ਸਾਹਿਬ, ਕੈਪਟਨ ਸਾਹਿਬ, ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ, ਜਿੰਨੇ ਵੱਡੇ ਲੋਕ ਨੇ ਉਹ ਸਾਰੇ ਇਹਦੇ 'ਚੋਂ ਆ ਕੇ ਨੇ। ਔਰ ਇੱਕ ਨਵਜੋਤ ਸਿੱਧੂ ਜੀ ਜਿਹੜੇ BJP ਤੋਂ ਬਾਅਦ 'ਚ ਕਾਂਗਰਸ 'ਚ ਆਏ। ਬਾਕੀ ਇਹ ਹੈ ਖਾਸ ਤੌਰ 'ਤੇ ਗੱਲ ਇਹ ਵੇਖਣ ਚਾਹੁੰਦੀ ਹੈ ਕਿ ਜਿਹੜਾ ਪਲੜਾ ਭਾਰੀ ਹੋਊਗਾ, ਜਿਸ ਸਰਕਾਰ ਰਾਜਨੀਤੀ ਪਾਰਟੀ ਸਰਕਾਰ ਚਲਾ ਰਹੀ ਹੋਗੀ, ਉਹਦੇ ਵੱਲ ਬਹੁਤ ਲੋਕ ਭੱਜੇ ਆਉਣਗੇ। ਇਸ ਕਰਕੇ ਕਿ ਕੁਰਸੀ ਦੀ ਜਿਹੜੀ ਉਹਨਾਂ ਨੂੰ ਚੋਣ ਹੈਗੀ ਆ ਕਿ ਅਸੀਂ ਕੁਰਸੀ 'ਤੇ ਮੱਲ ਮਾਰਾਂਗੇ, ਉਸ ਕਰਕੇ ਉਹ ਕੁਰਸੀ ਦੇ ਲਾਲਚ ਲਈ ਉੱਧਰ ਭੱਜ ਕੇ ਆਉਂਦੇ ਆ। ਔਰ ਇਹ ਹੁਣ ਇਹਨਾਂ ਨੇ ਕਹਿਤਾ ਕਿ ਟੱਬਰ ਵੱਡਾ ਹੋ ਰਿਹਾ ਦਿਨੋਂ ਦਿਨ, ਕਿ ਇੱਕ ਨਹੀਂ ਗਾ, ਤੁਸੀਂ ਦਿੱਲੀ ਤੋਂ ਵੀ ਵੇਖ ਲਓ, ਦਿੱਲੀ 'ਚੋਂ ਵੀ ਲੋਕ ਇਹਦੇ ਵਿੱਚ ਆ ਗਏ। ਸਿਰਸਾ ਜੀ ਇਹ ਛੱਡ ਕੇ ਆ ਗਏ ਉੱਧਰੋਂ ਆਪਣੀ ਪਾਰਟੀ, ਔਰ ਉਹਦੇ ਵਿੱਚੋਂ ਆਪਣੇ ਪੰਜਾਬ 'ਚ ਵੇਖ ਲਓ, ਪੰਜਾਬ 'ਚੋਂ ਵੱਡੇ ਜਿਹੜੇ ਨੇਤਾ ਨੇ ਉਹ ਚਲੇ ਗਏ। ਤੋਂ ਬਾਅਦ ਅੱਜ ਦੀ ਅਖਬਾਰ 'ਚ ਵੀ ਬਹੁਤ ਜਿਹੜੇ ਅਕਾਲੀ ਦਲ 'ਚੋਂ ਨਿਕਲ ਕੇ ਉੱਧਰ ਚਲੇ ਗਏ ਆ। ਔਰ ਦੂਜੀ ਗੱਲ ਹੈਗੀ ਕਿ ਜਿਹੜੇ MP ਬਣਨੇ ਨੇ ਇੱਥੇ, 2024 ਦੀ ਇਲੈਕਸ਼ਨ ਆ ਰਹੀ ਹੈ, ਉਹਦੇ ਵਿੱਚ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਹੀ ਬਣ ਗਏ। ਖਾਸ ਕਰਕੇ ਜਲੰਧਰ ਦਾ ਏਰੀਆ ਇਹਦੇ ਵਿੱਚ ਗਿਣਿਆ ਜਾਂਦਾ ਰਹਿੰਦਾ। ਹੁਣ ਇਹਦੇ ਵਿੱਚ ਸੁਖਬੀਰ ਬਾਦਲ ਜੀ ਕਿੰਨੀ ਵਾਰੀ ਜਲੰਧਰ ਆ ਚੁੱਕੇ ਆ, ਔਰ ਉਸ ਤੋਂ ਬਾਅਦ ਚੰਨੀ ਜੀ ਇੱਥੇ ਬਹੁਤ ਵਾਰੀ ਆਏ ਆ ਜਲੰਧਰ 'ਚ। ਜਲੰਧਰ ਇੱਕ ਤਾਂ ਮੀਡੀਆ ਦਾ ਏਰੀਆ, ਇਲੈਕਟ੍ਰੋਨਿਕਸ ਦੀ ਜਿਹੜੀ ਹੈਗਾ ਚੈਨਲ, ਉਹ ਵੀ ਇੱਥੇ ਹੈਗੇ ਆ, ਔਰ ਜਿਹੜੇ ਅਖਬਾਰਾਂ ਵੀ ਇੱਥੇ ਹੈਗੀਆਂ, ਪ੍ਰੈਸ ਸਾਰੀ ਇੱਥੇ ਹੈਗੀ। ਜਦੋਂ ਮੰਤਰੀ ਆ ਗਿਆ ਜਾਂ ਕੋਈ ਮੁੱਖ ਮੰਤਰੀ ਆ ਗਏ ਪੁਰਾਣੇ, ਉਦੋਂ ਅਖਬਾਰਾਂ ਵਾਲੇ ਦੇ ਆਲੇ ਦੁਆਲੇ, ਚੈਨਲ ਵਾਲੇ ਦੇ ਆਲੇ ਦੁਆਲੇ ਉਹਨਾਂ ਦੀਆਂ ਖਬਰਾਂ ਲੱਗ ਜਾਂਦੀਆਂ। ਔਰ ਹੁਣ ਉਹਦੇ ਬਾਅਦ ਇੱਥੇ ਆਪਣੇ ਸਾਰੇ ਬਾਦਲ ਸਾਹਿਬ ਤੇ ਆਏ ਆ, ਮਜੀਠੀਆ ਜੀ ਵੀ ਇੱਥੇ ਰਹਿੰਦੇ ਰਹੇ, ਇੱਧਰ ਨੂੰ ਮੂੰਹ ਮੋੜ ਲੈਂਦੇ ਆ। ਔਰ ਉਹਦੇ ਬਾਅਦ BJP ਦੇ ਅਸ਼ਵਨੀ ਕੁਮਾਰ ਜੀ ਪ੍ਰਧਾਨ ਨੇ, ਉਹਨਾਂ ਨੇ ਗੱਲ ਕਹੀ ਹੈ ਕਿ ਆਉਣ ਵਾਲੀਆਂ 2024 ਦੀਆਂ ਇਲੈਕਸ਼ਨ ਦੇ ਵਿੱਚ ਅਸੀਂ ਅਰਬਨ ਵੱਲ ਨਹੀਂ ਮੂੰਹ ਮੋੜਾਂਗੇ, ਪਿੰਡਾਂ ਵੱਲ ਵੀ ਮੂੰਹ ਮੋੜਾਂਗੇ, ਕਿਉਂਕਿ ਇਸ ਵੇਲੇ ਵੋਟ ਜਿਹੜੀ BJP ਦੀ ਹੈ ਪਿੰਡਾਂ ਵਿੱਚ ਵੀ ਹੋਣੀ ਚਾਹੀਦੀ ਹੈ।
ਔਰ ਇਹਦਾ ਖਤਰਾ ਕਿਹਨੂੰ ਹੋ ਗਿਆ? ਅਕਾਲੀ ਦਲ ਨੂੰ। ਅਕਾਲੀ ਦਲ ਨੇ ਗੱਠਜੋੜ ਬਣਾ ਲਿਆ ਬੀਐਸਪੀ ਨਾਲ। ਬੀਐਸਪੀ ਨਾਲ ਬਣਾਉਣ ਨਾਲ ਉਹਨਾਂ ਨੂੰ ਪਤਾ ਵੀ ਇਹ ਜਿਹੜੀ ਇਹ ਪਾਰਟੀ ਹੈ ਇਹਦੇ ਕਰਕੇ ਸਾਨੂੰ ਥੋੜ੍ਹਾ ਜਿਹਾ ਬਦਲ ਤਾਂ ਮਿਲ ਜੂਗਾ, ਨਹੀਂ ਤਾਂ ਬੀਜੇਪੀ ਨਾਲ ਰਿਹਾ ਇਹਨਾਂ ਦਾ। ਜੋ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਮੁੱਖ ਮੰਤਰੀ ਬਣਦੇ ਬੀਜੇਪੀ ਨਾਲ ਹੀ ਹੁੰਦਾ ਸੀਗਾ, ਪਰ ਹੁਣ ਇਹਨਾਂ ਨੇ ਕਹਿਤਾ ਕਿ ਟੱਬਰ ਵੱਡਾ ਹੋ ਗਿਆ ਬੀਜੇਪੀ ਦਾ। ਬੀਜੇਪੀ ਇਸ ਵੇਲੇ ਪਾਵਰਫੁਲ ਹੋ ਗਈ ਹੈ ਕਿਉਂਕਿ ਇਹਨਾਂ ਕੋਲ ਵੱਡਾ ਤਖਤ ਹਿੰਦੁਸਤਾਨ ਦਾ ਬੀਜੇਪੀ ਦੇ ਹੱਥ 'ਚ ਹੈਗਾ। ਔਰ ਨਿੱਕੇ ਮੋਟੇ ਸੂਬੇ ਜਿਹੜੇ ਇੱਥੋਂ ਦੀ ਜਿਹੜੀ ਖੇਤਰੀ ਪਾਰਟੀਆਂ ਇਹਨਾਂ ਨੂੰ ਵੀ ਇਹਨਾਂ ਨੇ ਆਪਣੀ ਮੁੱਠ ਵਿੱਚ ਲੈ ਲੈਣਾ ਔਰ ਹੌਲੀ ਹੌਲੀ ਲੈ ਰਹੇ ਮੁੱਠਾਂ 'ਚ, ਔਰ ਇਹ ਸਾਰੇ ਇਹਨਾਂ ਦੇ ਵੱਸ ਆ ਜਾਣ। ਬਿਲਕੁਲ, ਆਪਾਂ ਸੋਸ਼ਲ ਜਸਟਿਸ ਦੀ ਗੱਲ ਕੀਤੀ ਸੀ, ਸਮਾਜਿਕ ਨਿਆਂ ਦੀ, ਔਰ ਮੈਨੂੰ ਨਾ ਇੱਕ ਗੀਤ ਯਾਦ ਆ ਰਿਹਾ ਹੈ ਜੀ, ਰਫੀ ਸਾਹਿਬ ਨੇ ਗਾਇਆ, ਬੜਾ ਪਿਆਰਾ ਹੈ, ਬੜਾ ਪੁਰਾਣਾ ਗੀਤ ਹੈ ਔਰ ਹਰ ਵੇਲੇ ਉਹ ਨਵਾਂ ਹੀ ਹੈ। ਉਹ ਸਿਆਸਤ ਦੇ ਉੱਤੇ ਹੈ, ਸਿਆਸਤਦਾਨਾਂ ਦੇ ਉੱਤੇ ਹੈ, ਜਿਹੜੇ ਕਰਪਟ ਹੈਗੇ ਨੇ, ਭ੍ਰਸ਼ਟਾਚਾਰੀ ਨੇ, ਉਹਨਾਂ ਦੇ ਉੱਤੇ ਹੈ। जिनके जुल्म से दुखी है जनता, हर बस्ती हर गांव में, दया धर्म की बात करें वो बैठ के सजी सभाओं में, दान का चर्चा घर घर पहुंचे, लूट की दौलत छुपी रहे, क्या मिलिए ऐसे लोगों से जिनकी फितरत छिपी रहे, नकली चेहरा सामने आए, असली सूरत छुपी रहे। बिल्कुल यही है। वैसे जिन्ने भी पुराने फिल्मी गीत आ ਇਹਨਾਂ ਦਾ ਇੱਕ ਤਾਂ ਮਿਊਜ਼ਿਕ ਔਰ ਇਹਨਾਂ ਦੇ ਜਿਹੜੀ ਮੀਨਿੰਗਫੁਲ ਜਿਹੜੀ ਹੈਗੀ ਨਾ ਲਿਖਣ ਵਾਲੇ, ਉਹ ਬੜੇ ਉਹਦੇ ਵਿੱਚੋਂ ਬੜੇ ਅਰਥ ਲੱਭੇ ਜਾ ਸਕਦੇ ਆ। ਔਰ ਇਹਦੇ ਵਿੱਚ ਵੀ ਦੱਸਿਆ ਗਿਆ ਕਿ ਜਿਹੜੀ ਸਿਆਸਤ ਦੇ ਵਿੱਚ ਕਈ ਤਰ੍ਹਾਂ ਦੇ ਚਿਹਰੇ ਹੈਗੇ ਆ, ਉਹਦੇ ਵਿੱਚ ਜਿਹੜੇ ਚਿਹਰੇ ਨੇ ਕਈ ਅਸਲੀ ਆ, ਕਈ ਨਕਲੀ ਆ। ਔਰ ਉਹ ਕੌਣ ਨੇ? ਉਹ ਸਿਆਸੀ ਲੋਕ ਨੇ, ਨੇਤਾ ਨੇ। ਔਰ ਮੇਰਾ ਖਿਆਲ ਜੇ ਇਸੇ ਤਰ੍ਹਾਂ ਨਕਲੀ ਚਿਹਰੇ ਵੀ ਰਹੇ ਔਰ ਅਸਲੀ ਚਿਹਰੇ ਰਹੇ ਤਾਂ ਲੋਕਾਂ ਨੂੰ ਪਛਾਣਨਾ ਔਖਾ ਹੋ ਜਾਊਗਾ, ਕਿਉਂਕਿ 2024 ਦੀਆਂ ਇਲੈਕਸ਼ਨ ਵੀ ਆ ਰਹੀਆਂ। ਬਿਲਕੁਲ ਜੀ। ਔਰ ਇੱਕ ਜਿਹੜੀ ਉਹਦੇ 'ਚ ਗੱਲ ਕਹੀ ਹੈ ਨਾ, ਦਾਨ ਕਾ ਚਰਚਾ ਘਰ ਘਰ ਪਹੁੰਚੇ, ਲੂਟ ਕੀ ਦੌਲਤ ਛੁਪੀ ਰਹੇ। ਬਿਲਕੁਲ। ਹੁਣ ਉਹ ਲੂਟ ਦੀ ਦੌਲਤ ਜਿਹੜੀ ਛੁਪੀ ਹੋਈ ਹੈ ਉਹਦੀ ਬਾਰੇ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੀ ਵਿਜੀਲੈਂਸ ਦੀ ਹੁਣ ਅੱਖ ਹੈ, ਨਜ਼ਰ ਹੈ। ਉਹ ਨਜ਼ਰ ਕਿਹਦੇ ਉੱਤੇ ਹੈ? ਜਿਹੜੇ ਵਿਧਾਇਕ ਨੇ ਉਹਨਾਂ ਦੇ ਦੋਸਤਾਂ ਦੇ ਉੱਤੇ ਵੀ ਹੈ ਕਿ ਦੋਸਤ ਕੀ ਕਰਦੇ ਨੇ ਵਿਧਾਇਕਾਂ ਦੇ ਨਾਲ ਮਿਲ ਕੇ, ਕਿਤੇ ਉਹ ਵੀ ਤਾਂ ਕੋਈ ਘਪਲੇ ਤਾਂ ਨਹੀਂ ਕਰਦੇ ਪਏ, ਜਾਂ ਵਿਧਾਇਕ ਨੂੰ ਪਤਾ ਹੀ ਨਹੀਂ ਲੱਗਦਾ, ਵਿਧਾਇਕ ਦੇ ਨਾਂ ਦੇ ਉੱਤੇ ਘਪਲੇ ਕਰਕੇ ਪੈਸੇ ਤਾਂ ਨਹੀਂ ਖਾਂਦੇ ਪਏ, ਲੋਕਾਂ ਤੋਂ ਉਗਰਾਹੀ ਤਾਂ ਨਹੀਂ ਕਰਦੇ ਪਏ। ਸੋ ਵਿਜੀਲੈਂਸ ਦੇਖਦੀ ਪਈ ਹੈ ਕਿ ਉਹ ਲੂਟ ਕੀ ਦੌਲਤ ਕਿੱਥੇ ਕਿੱਥੇ ਹੈਗੀ ਹੈ। ਆ ਗੱਲ ਸਹੀ ਹੈ, ਬੜਾ ਸੂਟੇਬਲ ਨਾਲ ਗਾਣੇ ਦੇ ਜੁੜ ਗਿਆ ਸਾਡਾ ਮੁੱਦਾ ਵੀ। ਔਰ ਇਸ ਕਰਕੇ ਇਹ ਗੱਲ ਹੋਈ ਹੈ ਕਿ ਹੁਣੇ ਜਿਹੜਾ ਬਠਿੰਡਾ 'ਚ ਹੋਇਆ MLA ਦੇ ਨਾਲ, ਜਿਹੜਾ ਅਮਿਤ ਰਤਨ ਦੇ ਨਾਲ ਹੋਇਆ, ਔਰ ਉਹਦੇ 'ਚ ਰੇਸ਼ਮ ਗਰਗ ਜੀ ਸੀਗੇ PA, ਔਰ ਉਹ ਮੰਨਦੇ ਨਹੀਂ ਕਿ ਮੇਰਾ PA ਆ, ਉਹ ਕਹਿੰਦੇ ਮੇਰਾ PA ਤੇ ਹੈ ਹੀ ਨਹੀਂਗਾ। ਔਰ PA ਕਿੱਦਾਂ ਬਣੀ ਜਾ ਰਿਹਾ, ਔਰ ਉਹਨਾਂ ਤੋਂ ਹੁਣ ਉਹਨਾਂ ਨੇ ਥੋੜ੍ਹਾ ਬਹੁਤ ਖੋਜ ਕੀਤੀ ਆ। ਉਹਦੇ ਅੱਗੇ 4-5 ਹੋਰ ਮਿੱਤਰ ਆ, ਉਹਨਾਂ ਕੋਲ ਵੀ ਪਤਾ ਲੱਗਾ ਔਰ ਕਿਸ ਤਰ੍ਹਾਂ ਪੈਸਾ ਇਕੱਠਾ ਕਰਦੇ ਲੋਕਾਂ ਕੋਲ, ਕਿਸ ਤਰ੍ਹਾਂ ਦਾ ਲੋਕਾਂ ਨੂੰ ਦੱਸ ਰਹੇ ਆ, ਔਰ ਉਹਨਾਂ ਨੂੰ ਕਿੱਧਰੋਂ ਇਹ ਸਾਰਾ ਕੁਝ ਜਿਹੜੀ ਇਨਫੋਰਮੇਸ਼ਨ ਮਿਲਦੀ ਆ। ਔਰ ਉਹ ਹੁਣ ਵਿਜੀਲੈਂਸ ਨੇ ਕਰ ਲਿਆ ਸਾਰਾ ਕੁਝ। ਦੂਜਾ ਉਹਨਾਂ ਨੇ ਕਹਿਤਾ ਕਿ ਜਿੰਨੇ MLA ਨੇ, ਉਹਨਾਂ ਨੇ ਜਿਹੜੇ ਇਸ ਵੇਲੇ ਮੰਤਰੀ ਨੇ, ਉਹਨਾਂ ਦੇ ਜਿਹੜੇ PA ਆ ਜਾਂ ਜਿਹੜੇ ਉਹਨਾਂ ਦੇ ਆਲੇ ਦੁਆਲੇ ਇਰਦ ਗਿਰਦ ਕੰਮ ਕਰਨ ਵਾਲੇ, ਉਹਨਾਂ ਦੇ ਰਿਸ਼ਤੇਦਾਰ ਆ। ਉਹ ਕੋਈ ਭਤੀਜਾ ਵਾ, ਕੋਈ ਭੈਣ ਦਾ ਮੁੰਡਾ ਵਾ, ਕੋਈ ਭਾਣਜਾ ਵਾ, ਅਤੇ ਕੋਈ ਉਹਨਾਂ ਦਾ ਚਾਚੇ ਦਾ ਭਰਾ ਵਾ। ਔਰ ਇਸੇ ਤਰ੍ਹਾਂ ਦੇ ਜਿਹੜੇ ਭਰਾ ਦੇ ਪੁੱਤ ਭਰਾ ਨੇ, ਉਹ ਆਪਣਾ ਕੁਨਬਾ ਪਾਲ ਰਹੇ ਆ ਉਸੇ ਤਰ੍ਹਾਂ ਦਾ। ਹੁਣ ਵਿਜੀਲੈਂਸ ਨੇ ਇਸ ਤਰ੍ਹਾਂ ਦੀ ਉਹਨਾਂ 'ਤੇ ਅੱਖ ਰੱਖ ਲਈ ਹੈ ਕਿ ਉਹਨਾਂ ਨੂੰ ਪਤਾ ਕੀਤਾ ਜਾਵੇ। ਇੱਕ ਤਾਂ ਕੇਸ ਉਹਨਾਂ ਦੇ ਸਾਹਮਣੇ ਆ ਗਿਆ। ਹੁਣ ਉਹਦੇ 'ਚ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ, ਉਹਨਾਂ ਨੇ ਕਹਿ ਦਿੱਤਾ ਕਿ ਜੇ ਵਿਧਾਨ ਸਭਾ ਹੁਣ ਹੋਣੀ ਆ, ਸਮਾਗਮ ਹੋਣਾ, ਉਹਦੇ ਵਿੱਚ ਅਸੀਂ ਖਾਸ ਤੌਰ 'ਤੇ ਕਹਿਣਾ ਕਿ ਇਹਨੂੰ ਜਿਹੜਾ ਮੰਤਰੀ ਆ, ਜਿਹੜਾ ਹੁਣ ਵਿਧਾਇਕ ਸੀਗਾ ਫੜਿਆ, ਜਿਹਦੇ ਵਿੱਚ ਵਿਜੀਲੈਂਸ ਨੇ ਫੜਿਆ, ਉਹਨੂੰ ਕਿਉਂ ਬਚਾਇਆ ਜਾ ਰਿਹਾ, ਉਹਨੂੰ ਕਿਉਂ ਨਹੀਂ ਅੰਦਰ ਕੀਤਾ ਗਿਆ। ਔਰ ਜਦੋਂ ਤੱਕ ਉਹਦਾ PA ਆ ਪੈਸਾ ਲੈ ਕੇ, ਉਹਨੇ ਪੈਸਾ ਲੈ ਕੇ ਕਿਹੜੀ ਬੈਂਕ 'ਚ ਜਮ੍ਹਾਂ ਕਰਾਉਣਾ ਸੀ? ਪੈਸਾ ਤਾਂ ਆਉਂਦਾ ਇਹਨਾਂ ਕੋਲ ਹੀ ਆਉਣਾ ਸੀਗਾ। ਔਰ ਵਿਰੋਧੀ ਪਾਰਟੀਆਂ ਇਸ ਵੇਲੇ ਪੂਰੀਆਂ ਸਰਗਰਮ ਨੇ। ਔਰ ਰਾਜਾ ਵੜਿੰਗ ਜੀ ਨੇ ਵੀ ਕਹਿ ਦਿੱਤਾ ਕਿ ਜੋ ਇਸ ਵੇਲੇ ਭਖ ਰਿਹਾ ਮੁੱਦਾ ਹੈਗਾ, ਜੇ ਇਹਦੇ 'ਤੇ ਇਹਨਾਂ ਨੇ ਨਹੀਂ ਕੋਈ ਗੱਲ ਕੀਤੀ ਅਤੇ ਜੇ ਭਗਵੰਤ ਮਾਨ ਨੇ ਨਹੀਂ ਕੋਈ ਐਕਸ਼ਨ ਲਿਆ ਆਪਣੇ ਵਿਧਾਇਕ ਦੇ ਬਾਰੇ, ਫਿਰ ਅਸੀਂ ਇਹਦੇ 'ਤੇ ਆਪ ਲਵਾਂਗੇ, ਅਸੀਂ ਜਾਂਚਕਾ ਦਾਇਰ ਕਰਾਂਗੇ, ਅਸੀਂ ਆਪ ਜਾਵਾਂਗੇ ਉਹਦੇ ਵਿੱਚ ਵਿਜੀਲੈਂਸ ਕੋ, ਔਰ ਅਸੀਂ ਇਹਦੀਆਂ ਰਿਪੋਰਟਾਂ ਦੇਵਾਂਗੇ ਔਰ ਇਹਨਾਂ ਦੇ ਵੀਡੀਓ ਦੇਵਾਂਗੇ ਕੀ ਕੁਛ ਹੈਗਾ। ਔਰ ਉਹ ਹੁਣ ਇਸ ਵੇਲੇ ਉਹ ਵੀ ਹੱਥਾਂ ਨੂੰ ਆਪਣੇ ਗਰਮ ਕਰਕੇ ਬੈਠੇ ਆ ਵਿਰੋਧੀ ਪਾਰਟੀਆਂ ਵਾਲੇ, ਕਿ ਅਸੀਂ ਵੀ ਨਹੀਂ ਛੱਡਣਾ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਇਹ ਕਹਿੰਦੇ ਕਿ ਅਸੀਂ ਬੜੇ ਇਮਾਨਦਾਰ, ਅਸੀਂ ਇਹ ਕੰਮ ਤੋਂ ਦੂਰ ਰਹਿੰਦੇ ਹਾਂ ਇਹ ਪਾਰਟੀ ਦੇ। ਪਰ ਉਹਨਾਂ ਦੇ ਭਾਈ ਭਤੀਜਾਵਾਦ ਤਾਂ ਫਿਰ ਉਹੀ ਹੈ। ਜਦੋਂ ਕਾਂਗਰਸ 'ਤੇ ਕਹਿੰਦੇ ਸੀ ਇਹਨਾਂ ਨੇ ਵਿਧਾਨ ਸਭਾ ਦੇ ਆਲੇ ਦੁਆਲੇ ਸਾਰੇ ਮੁੰਡੇ ਆਪਣੇ ਲਾ ਲਏ ਆ, ਕਹਿੰਦੇ ਇਹ ਕਿਹੜੇ ਉੱਧਰੋਂ ਬਚੇ, ਇਹਨਾਂ ਵੀ ਉਹੀ ਲਾਇਆ। ਐਕਚੁਅਲੀ ਭ੍ਰਿਸ਼ਟਾਚਾਰ, ਭਾਈ ਭਤੀਜਾਵਾਦ, ਰਿਓੜੀ ਕਲਚਰ ਇਹ ਪੰਜਾਬ ਦੇ ਵਿੱਚ ਜੋ ਫੈਲਿਆ ਨਾ, ਇਹ ਸਾਰਾ ਉਸੇ ਤਰ੍ਹਾਂ ਰਹਿਣਾ। ਸਰਕਾਰਾਂ ਭਾਵੇਂ ਕੋਈ ਵੀ ਆ ਜਾਣ, ਭਗਵੰਤ ਮਾਨ ਜੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਪਰ ਉਹਨਾਂ ਲੋਕਾਂ ਦੀਆਂ ਰਗਾਂ ਦੇ ਵਿੱਚ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਵਸੀ ਪਈ ਆ। ਪੰਜਾਬ ਪੁਲਿਸ ਦੇ ਵੇਖ ਲਓ ਕਿੰਨੇ ਕੇਸ ਆ, ਰੋਜ਼ ਦਿਹਾੜੀ ਥਾਣੇਦਾਰ ਫੜੇਗਾ ਜੀ, SI ਫੜੇਗਾ ਜੀ, ਉਹ ਪੈਸੇ ਲੈਂਦਾ ਸੀਗਾ ਜੀ, ਜੱਜ ਫੜੇ ਜਾ ਰਹੇ ਆ ਜੀ, ਉਹਦੇ ਵਿੱਚ ਕੀ ਟੀਚਰ ਫੜੇ ਜਾ ਰਹੇ ਜੀ, ਡਾਕਟਰ ਵੀ ਜਿਹੜੇ ਰਿਪੋਰਟ ਦਿੰਦੇ ਆ ਉਹ ਵੀ ਆਂਦੇ ਪੈਸਾ ਲਿਆਓ, ਪੈਸਾ ਹੀ ਕਰਦੇ ਲੋਕ। ਕੋਈ ਨਹੀਂ ਚਾਹੁੰਦਾ ਕਿ ਆਹ ਗਰੀਬ ਆਦਮੀ ਆ, ਲੋੜਵੰਦ ਆ, ਇਹਦਾ ਭਲਾ ਕਰ ਦਈਏ। ਲੋਕਾਂ ਦੇ ਪੈਸਾ ਪਹਿਲਾਂ ਇੱਧਰ ਫੜਾਓ
ਔਰ IAS ਅਫੀਸਰ ਤੁਸੀਂ ਦੇਖੇ ਆ ਕਈ ਅਜੇ ਵੀ ਅੰਦਰ ਵੀ ਆ ਜਿਨ੍ਹਾਂ ਕੋਲ ਕਿੰਨਾ ਸੋਨਾ ਨਿਕਲਿਆ, ਚਾਂਦੀ ਨਿਕਲੀ ਹੈ, ਜਿਨ੍ਹਾਂ ਵਿੱਚ ਹੈ ਨਾ ਕਈ ਕੁਛ ਗਹਿਣੇ ਨਿਕਲੇ ਆ। ਉਹ ਕਿੱਥੋਂ ਲਿਆਏ? ਲੋਕਾਂ ਕੋਲ ਗਲਤ ਕੰਮ ਕਰਾ ਕੇ। ਜਿਹੜਾ ਪੈਸਾ ਦਿੰਦਾ ਉਹ ਵੀ ਵੈਸੇ ਕਰਪਟ ਆ, ਉਹ ਵੀ ਪੈਸਾ ਇਸ ਕਰਕੇ ਦਿੰਦਾ ਕਿ ਉਹਨੇ ਕੰਮ ਗਲਤ ਕੀਤੇ ਹੁੰਦੇ ਆ। ਜੇ ਉਹ 100 ਰੁਪਈਆ ਕਮਾਉਂਦਾ ਤਾਂ 25 ਰੁਪਏ ਵੱਖਰੇ ਰੱਖ ਲੈਂਦਾ ਵੀ ਉਹਨਾਂ ਨੂੰ ਪੁਲਿਸ ਨੂੰ ਦੇ ਦਾਂਗੇ ਤੇ 75 ਮੇਰੀ ਜੇਬ 'ਚ ਹੈਗਾ। ਇਹ ਭ੍ਰਿਸ਼ਟਾਚਾਰ ਕਿੱਥੋਂ ਰੁਕ ਸਕਦਾ? ਇਹਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹੋ ਗਈਆਂ। ਇਸੇ ਕਰਕੇ ਹੈਗਾ ਹੁਣ ਜਾਂ ਤੈਨੂੰ ਫਿਰ ਪੂਰਾ ਉਹ ਫੰਡਾਮੈਂਟਲ ਰਾਈਟ ਬਣਾ ਦੇਣ ਵੀ ਤੁਹਾਡਾ ਅਧਿਕਾਰ ਹੀ ਆ, ਕਰੋ ਕੰਮ, ਓਪਨਲੀ ਕਰੋ ਕੰਮ। ਤੁਸੀਂ ਕਿਸੇ ਵੀ ਕਚਹਿਰੀ 'ਚ ਕਿਸੇ ਵੀ ਚਲ ਜਾਓ, ਰਜਿਸਟਰੀ ਕਰਾਉਣੀ ਆ, ਅਦਾਲਤ ਚਲ ਜਾਓ, ਪੈਸੇ ਚਿੱਟੇ ਦਿਨ ਪੈਸੇ ਫੜੇ ਜਾਂਦੇ। ਇਹ ਨਹੀਂ ਕਿ ਰਾਤ ਨੂੰ ਜਾਂ ਟੇਬਲ ਦੇ ਥੱਲੇ ਦੀ ਫੜਾ ਦਿਓ। ਅਤੇ ਵੀਡੀਓ ਕਿੱਧਰ ਦੀ ਬਣਾਉਣਗੇ? ਵੀਡੀਓ ਬਣਾ ਕੇ ਕਿੱਧਰ ਭੇਜਣਗੇ? ਵੀਡੀਓ ਵੇਖਣ ਵਾਲੇ ਤਾਂ ਆਪ ਪੈਸੇ ਲੈ ਰਹੇ, ਜਿੱਦਾਂ ਹੁਣ ਇਹਨਾਂ ਦਾ MLA ਆਪ ਉਸ ਮਸਲੇ 'ਚ ਇਨਵੋਲਵ ਹੋ ਗਿਆ। ਇਹ ਹੈਗਾ, ਇਸ ਚੀਜ਼ ਲਈ ਕੋਈ ਨਹੀਂ, ਇਹ ਬੰਨ੍ਹ ਟੁੱਟਿਆ ਪਿਆ, ਪਾਣੀ ਸਿਰ ਤੋਂ ਉੱਤੋਂ ਦੀ ਲੰਘ ਗਿਆ। ਇਹ ਗੱਲ ਹੈ ਜੀ। ਸੋਸ਼ਲ ਜਸਟਿਸ, ਸਮਾਜਿਕ ਨਿਆਂ ਕਿੱਥੇ ਖੜਾ ਹੈ? ਇਹ ਤਾਂ ਸਿਰਫ ਡੇ ਮਨਾਏ ਜਾਂਦੇ ਆ, ਇਹ ਦਿਨ ਮਨਾਏ ਜਾਂਦੇ ਆ, ਦਿਨਾਂ ਨੂੰ ਯਾਦ ਕੀਤਾ ਜਾਂਦਾ, ਪਰ ਅਮਲ ਉਹਦੇ 'ਤੇ ਇੱਕ ਕੌਡੀ ਵੀ ਨਹੀਂ ਹੁੰਦਾ, ਜ਼ੀਰੋ ਵੀ ਨਹੀਂ ਹੁੰਦਾ। ਅਸੀਂ ਆਪਣੇ ਆਪ 'ਤੇ ਅਮਲ ਕਰੀਏ ਕਿ ਅਸੀਂ ਆਪ ਖੁਦ ਸਹੀ ਰਹੀਏ। ਮੈਂ ਆਪਣੇ ਆਪ ਨੂੰ ਸੁਧਾਰਾਂ, ਤੁਸੀਂ ਆਪਣੇ ਆਪ ਨੂੰ ਸੁਧਾਰੋ, ਸਭ ਬੰਦੇ ਆਪਣੇ ਆਪ ਨੂੰ ਸੁਧਾਰਨ, ਸਭ ਕੁਝ ਆਪੇ ਆਪ ਸੁਧਰ ਗਿਆ। ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਬਜਾਏ ਦੂਜੇ ਨੂੰ ਸੁਧਾਰਨ ਤੋਂ ਪੈਂਦੇ ਹਾਂ। ਇੰਟਰਸਪੈਕਸ਼ਨ ਕਰਨੀ, ਆਪਣੇ ਹੀ ਗਰੇਮਾਨ ਮੇਂ ਸਿਰ ਨੀਵਾਂ ਕਰ ਦੇਖ। ਉਹ ਹੈ ਕਿ ਜੇ ਦੇਖਣਾ ਨਾ ਤੇ ਆਪਣੇ ਗਰੇਮਾਨ ਦੇ ਅੰਦਰ ਦੇਖੋ ਕਿ ਮੇਰੇ ਅੰਦਰ ਕੀ, ਅੰਦਰ ਝਾਤੀ ਮਾਰ ਲਓ, ਜਾਂ ਜਿਹਨੂੰ ਪੰਜਾਬੀ ਜਾਂਦੇ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਦੇਖ ਲਓ ਵੀ ਮੇਰੇ ਕੋਲ ਤਾਂ ਨਹੀਂ ਕੋਈ ਇੱਦਾਂ ਦੀ ਗਲਤੀ ਹੋ ਗਈ। ਜੇ ਤੁਸੀਂ ਆਪਣੇ ਆਪ ਨੂੰ ਵਧੀਆ ਹੋ ਗਿਆ, ਤੁਸੀਂ ਦੁੱਧ ਨਾਤੇ ਬਣ ਗਏ ਤੇ ਬਿਲਕੁਲ ਠੀਕ ਹੈਗਾ। ਐਗਜ਼ੈਕਟਲੀ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਦੇ ਵਿੱਚ ਨਾ ਇੱਕ ਇਨਸਾਨ ਸਿਰਫ ਇੱਕੋ ਇਨਸਾਨ ਨੂੰ ਸੁਧਾਰ ਸਕਦਾ, ਉਹ ਹੈ ਉਹ ਆਪਣਾ ਆਪ। ਸਹੀ ਗੱਲ, ਬਿਲਕੁਲ। ਆਪਣੇ ਆਪ ਨੂੰ ਸੁਧਾਰ ਲਵੇ, ਹਰ ਬੰਦਾ ਆਪਣੇ ਆਪ ਨੂੰ ਸੁਧਾਰ ਲਵੇ, ਸਾਰਾ ਸਮਾਜ ਸੁਧਰ ਗਿਆ, ਸਾਰੀ ਦੁਨੀਆ ਸੁਧਰ ਗਈ। ਹਾਂ, ਇੰਪਰੂਵ ਹਿਮਸੈਲਫ, ਸੈਲਫ ਇੰਪਰੂਵਮੈਂਟ। ਸੋ ਸੈਲਫ ਇੰਪਰੂਵਮੈਂਟ ਤੋਂ ਹੁਣ ਅੱਗੇ ਚੱਲਦੇ ਆ ਕਿ ਆਪਾਂ ਆਪਣੇ 2-4 ਮਿੰਟ ਕਰ ਲਓ ਲਾਸਟ। ਹਾਂ, 2-4 ਮਿੰਟ ਜੇ ਕਰਨੀ ਗੱਲਬਾਤ ਤਾਂ ਜ਼ਰੂਰ ਕਰੋ। ਅੱਜ ਸੋਸ਼ਲ ਜਸਟਿਸ ਦੀ ਕਰ ਲੈਂਦੇ ਆ, ਜਿਹੜਾ ਅੱਜ ਦਾ ਦਿਨ ਅਸੀਂ ਮਨਾ ਰਹੇ ਹਾਂ। ਨਹੀਂ, ਅੱਛੀ ਗੱਲ ਹੈ। ਤਾਂ ਜਿਹੜੀ ਵੀ ਗੱਲ ਤੁਸੀਂ ਕੀਤੀ ਹੈ ਕਿ ਆਪਣੇ ਆਪ ਨੂੰ ਸੁਧਾਰਿਆ ਜਾਵੇ ਤੇ ਦੁਨੀਆ ਸੁਧਰ ਜਾਂਦੀ ਹੈ। ਮਾਡਲ ਬਣਦਾ ਜੇ ਪਿਓ, ਜੇ ਫਾਦਰ, ਬਾਪੂ ਆਪਣੇ ਘਰ 'ਚ ਬਹਿ ਕੇ ਚੰਗੇ ਤਰੀਕੇ ਨਾਲ ਬੋਲਿਆ, ਚੰਗੇ ਤਰੀਕੇ ਨਾਲ ਗੱਲ ਕੀਤੀ, ਚੰਗੇ ਤਰੀਕੇ ਨਾਲ ਪੈਸਾ ਲਿਆ ਕੇ ਦਿੱਤਾ ਤੇ ਸਾਰਾ ਘਰ ਸੁਧਰ ਸਕਦਾ। ਬੱਚੇ ਵੀ ਉੱਦਾਂ ਦੇ ਬਣ ਜਾਣਗੇ। ਜੇ ਬਾਪੂ ਨੇ ਬਾਹਰੋਂ ਹੀ ਵਿਸਲ ਮਾਰ ਕੇ ਪੈਸੇ ਇਕੱਠੇ ਕਰ ਲਏ, ਡੰਡੇ ਮਾਰ ਕੇ ਪੈਸੇ ਇਕੱਠੇ ਕਰ ਲਏ, ਗੋਲੀ ਚਲਾ ਕੇ ਪੈਸੇ ਇਕੱਠੇ ਕਰ ਲਏ, ਉਹ ਪੈਸਾ ਫਿਰ ਬੱਚਿਆਂ 'ਚ ਵਰਤਿਆ ਗਿਆ, ਫਿਰ ਬੱਚਿਆਂ 'ਚ ਬਿਮਾਰੀ, ਬੱਚਿਆਂ 'ਚ ਲੜਾਈ, ਬੱਚਿਆਂ 'ਚ ਸਾਰਾ ਕੁਝ ਹੋਇਆ, ਨੌਹਾਂ ਦੀ ਲੜਾਈ, ਫਿਰ ਬੁੱਢਾ ਬਾਹਰ ਹੈ ਨਾ ਖਿੜਕੀ ਤੋਂ ਬਾਹਰ ਤੁਰਿਆ ਫਿਰਦਾ ਹੈਗਾ। ਉਹ ਫਿਰ ਘਰ ਸਾਰਾ ਟੁੱਟ ਜਾਂਦਾ। ਇਸੇ ਕਰਕੇ ਪਹਿਲਾਂ ਤਾਂ ਘਰ ਤੋਂ ਜਿਹੜਾ ਵੱਡਾ ਬਾਪੂ ਆ ਜਾਂ ਪਿਓ ਆ, ਉਹ ਆਪਣੇ ਆਪ ਨੂੰ ਸੁਧਾਰ ਲਏ ਤੇ ਸਾਰਾ ਕੁਝ ਸੁਧਰ ਜਾਂਦਾ। ਉਹਨੂੰ ਕੋਈ ਠੇਕਾ ਨਹੀਂਗਾ ਪੂਰੇ ਮਹੱਲੇ ਦਾ, ਉਹਨੂੰ ਕੋਈ ਠੇਕਾ ਨਹੀਂ ਪੂਰੀ ਦੁਨੀਆ ਦਾ ਜਾਂ ਪੂਰੇ ਸ਼ਹਿਰ ਦਾ। ਤੁਹਾਡੀ ਗੱਲ ਸਹੀ ਆ, ਇੱਕ ਘਰ ਸੁਧਰ ਗਿਆ ਤੇ ਸਾਰਾ ਮਹੱਲਾ ਸੁਧਰ ਗਿਆ। ਅੱਛਾ ਬਲਕਾਰ ਜੀ, ਤੁਸੀਂ ਇਹ ਵਿਸ਼ਵਾਸ ਕਰਦੇ ਹੋ ਇੱਕ ਸਵਰਗ ਵੀ ਹੁੰਦਾ ਹੈ, ਨਰਕ ਵੀ ਹੁੰਦਾ ਹੈ? ਉਹ ਸਵਰਗ ਨਰਕ ਇੱਥੇ ਹੀ ਹੈ, ਇੱਥੇ ਹੀ ਹੈ। ਉਹ ਉੱਥੇ ਵਿਸ਼ਵਾਸ ਨਹੀਂ ਕਰਦਾ ਕਿ ਨਹੀਂ ਹੁੰਦਾ। ਜੇ ਤੁਹਾਡੇ ਘਰ ਵਿੱਚ ਖੁਸ਼ੀ ਆ, ਤੁਹਾਡੇ ਘਰ 'ਚ ਤੁਹਾਡਾ ਬੱਚੇ ਤੁਹਾਡੀ ਗੱਲ ਮੰਨਦੇ ਆ, ਤੁਹਾਡੇ ਘਰ 'ਚ ਰੋਜ਼ ਹਾਸਾ ਖਿੜਦਾ ਵਾ, ਤੁਹਾਡੇ ਘਰ ਵਿੱਚ ਰੋਜ਼ ਸੋਹਣੇ ਕੱਪੜੇ ਪਾ ਕੇ ਤੁਰੇ ਫਿਰਦੇ ਆ, ਤੰਦਰੁਸਤੀ ਆ, ਔਰ ਘਰ ਵਿੱਚ ਸਾਰੇ ਇੱਕ ਦੂਜੇ ਨੂੰ ਜੀਆਂ ਕਹਿੰਦੇ ਆ, ਤੇ ਸਾਰਾ ਕੁਝ ਸਵਰਗ ਹੈਗਾ। ਜੇ ਘਰ ਵਿੱਚ ਰੌਲਾ ਲੜਾਈ ਹੈ ਨਾ ਸਾਰਾ ਕੁਛ ਹੈ, ਫਿਰ ਤੁਹਾਨੂੰ ਫੁੱਲ ਖਿੜੇ ਵੀ ਬੁਰੇ ਲੱਗਣਗੇ, ਫਿਰ ਤੁਹਾਨੂੰ ਘਰ ਵਿੱਚ ਸੋਹਣੇ ਕੱਪੜੇ ਪਾਏ ਵੀ ਬੁਰੇ ਲੱਗਣਗੇ। ਜਦੋਂ ਤੁਹਾਡਾ ਹਿਰਦਾ ਠੀਕ ਹੈ, ਜਦੋਂ ਤੁਹਾਡਾ ਦਿਮਾਗ ਠੀਕ ਹੈ, ਤਾਂ ਤੁਹਾਨੂੰ ਰੋੜੇ ਵੀ ਪੈਸੇ ਲੱਗਣਗੇ, ਦੁਨੀਆ ਵੀ ਚੰਗੀ ਲੱਗੂਗੀ। ਇਹ ਤੁਹਾਡੇ ਆਪਣੇ ਆਪ ਨੂੰ ਅੰਦਰੋਂ ਖੁਸ਼ ਰੱਖਣ ਦੀ ਗੱਲ ਹੈ। ਐਗਜ਼ੈਕਟਲੀ। ਮਤਲਬ ਮੈਨੂੰ ਨਹੀਂ ਪਤਾ ਕਿ ਸਵਰਗ ਹੁੰਦਾ ਹੈ ਜਾਂ ਨਰਕ ਹੁੰਦਾ ਹੈ, ਹੁੰਦਾ ਵੀ ਹੈ ਕਿ ਨਹੀਂ ਹੁੰਦਾ, ਮੈਨੂੰ ਨਹੀਂ ਪਤਾ। ਇਹ ਕਿਸੇ ਨੇ ਮਜ਼ਾਕ ਬਣਾਇਆ ਹੋਇਆ ਹੈ। ਇੱਕ ਬੰਦਾ ਜਦੋਂ ਸੰਸਾਰ ਛੱਡ ਕੇ ਗਿਆ ਨਾ ਉੱਤੇ ਰੱਬ ਕੋਲ, ਤਾਂ ਰੱਬ ਨੇ ਕਿਹਾ ਤੇਰੇ ਕੰਮ ਬੜੇ ਵਧੀਆ, ਕਰਮ ਬੜੇ ਵਧੀਆ ਨੇ, ਤੂੰ ਦੱਸ ਕਿੱਧਰ ਜਾਣਾ ਹੈ, ਸਵਰਗ ਜਾਣਾ ਹੈ ਕਿ ਨਰਕ ਜਾਣਾ ਹੈ, ਤੇਰੀ ਚੁਆਇਸ ਹੈ। ਉਹ ਕਹਿੰਦਾ ਰੱਬ ਜੀ ਨਾ ਸਵਰਗ ਜਾਣਾ ਤੇ ਨਾ ਨਰਕ ਜਾਣਾ। ਤੇ ਕਹਿੰਦਾ ਫਿਰ ਕੀ ਕਰੀਏ? ਕਹਿੰਦਾ ਸਵਰਗ ਤੇ ਨਰਕ ਦੇ ਵਿਚਕਾਰ ਮੈਨੂੰ ਇੱਕ ਖਾਲੀ ਪਲਾਟ ਦੇ ਦਿਓ। ਕਹਿੰਦਾ ਉੱਥੇ ਕੀ ਕਰੇਗਾ? ਕਹਿੰਦਾ ਉੱਥੇ ਦੁਕਾਨ ਪਾਊਂਗਾ ਰਾਸ਼ਨ ਦੀ, ਦੋਵੇਂ ਪਾਸਿਆਂ ਦੇ ਗਾਹਕ ਆਇਆ ਕਰਨਗੇ। ਉਹ ਆਪਣਾ ਬਿਜ਼ਨਸ ਲੈ ਕੇ ਗਿਆ, ਬਿਜ਼ਨਸ ਵਾਲੇ ਆ। ਜਦ ਉਹ ਬਿਜ਼ਨਸ ਮੈਂਟੈਲਿਟੀ ਆਪਣੀ ਹੈ ਨਾ, ਪਰ ਸਵਰਗ ਨਰਕ ਦਾ ਵੀ ਕਹਿਣੇ ਰੱਬ ਜਾਣੇ ਕੀ ਹੁੰਦਾ। ਇਹ ਧਰਤੀ ਹੈ ਜਿੱਥੇ ਤੁਸੀਂ ਆਪ ਕ੍ਰੀਏਟ ਕਰ ਲਓ, ਆਪ ਸੋਹਣਾ ਆਲਾ ਦੁਆਲਾ ਬਣਾ ਲਓ ਤੇ ਲੋਕਾਂ ਨਾਲ ਚੰਗਾ ਪਿਆਰ ਕਰੋ। ਇਹ ਮਨ ਦੀ ਅਵਸਥਾ ਵਾ ਸਵਰਗ। ਜੇ ਮਨ ਤੁਹਾਡਾ ਖੁਸ਼ ਹੈ ਨਾ, ਮਨ ਮੰਦਰ ਤਨ ਵੇਸ ਕਲੰਦਰ ਕਾਟੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾਵਾਂ। ਜੇ ਤੁਸੀਂ ਮਨ ਨੂੰ ਸਮਝਾ ਲਿਆ ਤਾਂ ਸਾਰੀ ਦੁਨੀਆ ਚੰਗੀ। ਬਹੁਤ ਵਧੀਆ। ਮਨ ਦੀ ਅਵਸਥਾ, ਮਨ ਦੀ ਅਵਸਥਾ ਹੈ ਤੇ ਮਨ ਦੀ ਅਵਸਥਾ ਹਮੇਸ਼ਾ ਵਾਹਿਗੁਰੂ ਵੱਲ ਹੀ ਹੋਣੀ ਚਾਹੀਦੀ ਹੈ, ਤਾਂ ਹੀ ਸੁਖ ਸ਼ਾਂਤੀ ਬਣੀ ਰਹਿੰਦੀ, ਤਾਂ ਹੀ ਸੋਸ਼ਲ ਜਸਟਿਸ ਰਹੇਗਾ। ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ।
ਚਲਿਏ ਬਲਕਾਰ ਜੀ, ਜ਼ਰੂਰ, ਬਿਲਕੁਲ। ਸਤਿ ਸ੍ਰੀ ਸਤਿ ਸ੍ਰੀ ਅਕਾਲ ਜੀ।